ਤੁਹਾਡੇ ਸਹੁਰੇ ਜੀ ਨੇ ਤੁਹਾਡੇ ਬੈੱਡ ਤੇ ਆਣ ਕੇ ਤੁਹਾਡੇ ਨਾਲ ਫਿਜ਼ੀਕਲੀ ਰਿਲੇਸ਼ਨ ਜ਼ਬਰਦਸਤੀ ਬਣਾ ਚੁੱਕਾ ਸੀ ਜਾਂ ਬਣਾਉਣ ਦੀ ਕੋਸ਼ਿਸ਼ ਵਿੱਚ ਸੀਗਾ? ਜਸਟ ਟੈਲ ਮੀ ਦਿਸ ਪਾਰਟ, ਨਥਿੰਗ ਐਲਸ। ਤੇ ਜਦੋਂ ਸਵੇਰੇ ਗੱਲ ਕੀਤੀ ਤੇ ਕਹਿੰਦੀ ਤੂੰ ਕਿਸੇ ਨੂੰ ਦੱਸਣਾ ਨਹੀਂ ਤਾਂ ਮੇਰਾ ਘਰ ਉਜੜ ਜਾਊਗਾ। ਵਿਕਰਾ ਤੈਨੂੰ ਅਸੀਂ ਬੂਟ ਖਾ ਲਾਇਆ ਇੱਕ ਦਿਨ ਬਾਅਦ ਵੀ। ਓ ਮਾਈ ਗॉड, ਇਹ ਤਾਂ ਨਾਰਾਇਣਗੜ੍ਹ ਦੀ ਗੱਲ ਹੈ। ਔਰ 4 ਵਜੇ ਮਾਰਨਿੰਗ ਤੁਹਾਡੀ ਡੋਰ ਤੇ ਤੁਹਾਡੇ ਸਹੁਰੇ ਦਾ ਆਉਣ ਦਾ ਕਾਰਨ ਕੀ ਸੀਗਾ? ਸੋ ਇਟ ਮੀਨਸ ਕੋਈ ਬੈਡ ਅਟੈਂਸ਼ਨ ਸੀਗੀ? ਹਾਂਜੀ ਸਰ ਬਿਲਕੁਲ। ਕੋਈ ਇਹਨਾਂ ਨੇ ਇਹ ਤੁਸੀਂ ਦੋਸ਼ ਲਾ ਰਹੇ ਹੋ ਜਾਂ ਸੱਚ ਕਹਿ ਰਹੇ ਹੋ? ਸਰ ਨਹੀਂ, ਇਹ ਜੋ ਮੇਰੇ ਨਾਲ ਹੋਇਆ ਮੈਂ ਉਹ ਦੱਸ ਰਹੀ ਹਾਂ ਤੁਹਾਨੂੰ ਸਰ, ਕਿਉਂਕਿ ਕਿ ਮੈਨੂੰ ਇਨਸਾਫ ਮਿਲੇ। ਮੇਰੇ ਨਾਲ ਬਹੁਤ ਗਲਤ ਹੋਇਆ ਸਰ। ਉਹ ਆਪ ਤਾਂ ਕੈਨੇਡਾ ਬੈਠਾ ਇੰਜੋਏ ਕਰ ਰਿਹਾ ਆਪਣੀ ਲਾਈਫ ਨੂੰ ਪੂਰਾ। ਅੱਜ ਤੱਕ ਉਹਨੇ ਮੈਨੂੰ ਬਲੌਕ ਮਾਰਿਆ ਹੋਇਆ, ਉਹਨੇ ਸਾਰੇ ਨੰਬਰ। ਅੱਜ ਤੱਕ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਖੁਦ ਦੀ ਲਾਈਫ ਆਪਣੀ ਪੂਰੇ ਮਜ਼ੇ ਲੈ ਰਿਹਾ ਉੱਥੇ। ਪਤਾ ਨਹੀਂ ਉੱਥੇ ਉਹ ਦੂਜਾ ਵਿਆਹ ਵੀ ਨਾ ਕਰਾ ਲਿਆ ਹੋਵੇ, ਪਤਾ ਵੀ ਕੋਈ ਨਹੀਂ। ਮੈਂ ਇੱਥੇ ਬੈਠੀ 3 ਸਾਲ ਹੋ ਗਏ, ਕੇਸ ਲੜੀ ਜਾਂਦੇ। ਸੁਬਹ 4 ਵਜੇ ਆਇਆ। ਸੱਸ ਕੈਨੇਡਾ ਸੀਗੀ ਉਦੋਂ, ਕੱਲਾ ਜੇਠ ਤੇ ਸੋ ਰਹੀ ਸੀਗਾ ਘਰੇ। ਤੇ ਇਹ ਸੁਬਹ 4 ਵਜੇ ਆਏ ਉੱਪਰ, ਇਹਨਾਂ ਨੇ ਨੋਕ ਕੀਤਾ, ਮੈਂ ਦਰਵਾਜ਼ਾ ਖੋਲਿਆ ਨਹੀਂ। ਉਦੋਂ ਹੀ ਮੈਂ ਨਾਲ ਹੀ ਵਿਕਰਾਂਤ ਨੂੰ ਮੈਸੇਜ ਕੀਤਾ, ਮੈਂ ਕਿਹਾ ਤੁਹਾਡੇ ਪਾਪਾ ਆਏ ਆ, ਬਾਹਰ ਖੜੇ ਆ। ਉਹਨਾਂ ਨੇ ਕਹਿਤਾ ਓਕੇ, ਬਸ ਓਕੇ ਕਹਿ ਕੇ ਛੱਡਤਾ ਉਹਨੇ। ਉਹ ਆਪਣੀ ਸਟੋਰੀ ਚੇਂਜ ਕਰ ਜਾਂਦਾ, ਜਿਸ ਕਰਕੇ ਇਹ ਸਵਾਲ ਪੁੱਛਣੇ ਤਾਂ ਨਹੀਂ ਚਾਹੀਦੇ ਪਰ ਸਾਨੂੰ ਪੁੱਛਣੇ ਪੈਂਦੇ ਆ, ਕਿਉਂਕਿ ਇਹ ਜਿਹੜੀ ਫਰੀडम ਆਫ ਸਪੀਚ ਹੈ ਇਹਦੇ ਵਿੱਚ ਅਸੀਂ ਵੈਰੀ ਕਲੋਜ਼ਲੀ ਜਾ ਕੇ ਅਸੀਂ ਇੰਟਰਵਿਊ ਨੂੰ ਇਨਵੈਸਟੀਗੇਟ ਕਰਦੇ ਹਾਂ। ਅਸੀਂ ਫਰੀडम ਆਫ ਸਪੀਚ ਸ਼ੋ ਲੈ ਕੇ ਤੁਹਾਡੇ ਸੇਵਾ ਵਿੱਚ ਹਾਜ਼ਰ ਹੋ ਚੁੱਕੇ ਹਾਂ। ਮੇਰੇ ਲਾਈਨ 'ਚ ਇਸ ਵੇਲੇ ਦਿਵਿਆ ਨੇ, ਔਰ ਜਿਨ੍ਹਾਂ ਨੇ ਸ਼ਾਦੀ ਕੈਨੇਡਾ ਦੀ ਇੱਕ ਲੜਕੀ ਨੇ ਕੀਤੀ, ਉਸ ਤੋਂ ਬਾਅਦ ਬਹੁਤ ਵੱਡੀ ਸਮੱਸਿਆ ਜਿਹੜੇ ਉਹ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਪਰਿਵਾਰ ਨੂੰ। ਦਿਵਿਆ ਗੁੱਡ ਮਾਰਨਿੰਗ, ਤੁਹਾਡਾ ਪੂਰਾ ਨਾਮ ਕੀ ਹੈ? ਸਰ ਮੇਰਾ ਨਾਮ ਦਿਵਿਆ ਜੈਨ ਹੈ। ਦਿਵਿਆ ਜੈਨ ਹੈ। ਦਿਵਿਆ ਜੈਨ, ਤੁਹਾਡਾ ਡਿਸਟ੍ਰਿਕਟ ਸ਼ਹਿਰ ਕਿਹੜਾ ਹੈ? ਜਗਰਾਉਂ ਸਰ, ਡਿਸਟ੍ਰਿਕਟ ਲੁਧਿਆਣਾ। ओके, जगराओं है थोड़ा। और प्रॉपर जगराओं सिटी है या सिटी के लागे कोई पिंड है? हाँ जी सिटी है सर, जगराओं प्रॉपर सिटी है, लुधियाना दे कोल। हाँ जी लुधियाना दे कोल है। थोड़ी एजुकेशन की है दिव्या जी? सर MBA। ओ MBA की हुई है। दिव्या जी, ਅਸੀਂ ਇਸ ਵੇਲੇ ਤੁਹਾਡੀ ਇੰਟਰਵਿਊ ਕੰਡਕਟ ਕਰਨ ਜਾ ਰਹੇ ਹਾਂ, ਔਰ ਮੈਂ ਤੁਹਾਡੇ ਤੋਂ ਪਰਮਿਸ਼ਨ ਲੈਣੀ ਚਾਹਾਂਗਾ ਕਿ ਤੁਸੀਂ ਸਾਨੂੰ BBC ਟੋਰਾਂਟੋ ਦੇ ਵਿੱਚ ਆਪਣੀ ਪੰਜਾਬ ਤੋਂ ਬੈਠੇ ਇੰਟਰਵਿਊ ਕੰਡਕਟ ਕਰਨ ਲਈ ਤੇ ਹਰ ਇਲੈਕਟ੍ਰੋਨਿਕ ਡਿਵਾਈਸ ਤੇ ਟੈਲੀਕਾਸਟ ਬ੍ਰੌਡਕਾਸਟ ਕਰਨ ਦੀ ਆਗਿਆ ਅਸੀਂ ਲੈਣੀ ਚਾਹਾਂਗੇ। ਤੁਸੀਂ ਸਾਨੂੰ ਪਰਮਿਸ਼ਨ ਦੇ ਰਹੇ ਹੋ? ਹਾਂਜੀ ਸਰ ਬਿਲਕੁਲ। ਅਸੀਂ ਪ੍ਰੋਸੀਡ ਕਰ ਸਕਦੇ ਹਾਂ ਇਸ ਇੰਟਰਵਿਊ ਨੂੰ ਹਰ ਆਪਣੀ ਇਲੈਕਟ੍ਰੋਨਿਕ ਡਿਵਾਈਸ ਤੇ, ਠੀਕ ਹੈ? ਹਾਂਜੀ ਹਾਂਜੀ ਸਰ। ਤਾਂ ਜੋ ਤੁਸੀਂ ਕਹੋਗੇ ਉਹ ਸੱਚ ਕਹੋਗੇ? ਹਾਂਜੀ ਸਰ ਬਿਲकुल। ਤਾਂ ਕੋਈ ਵੀ ਦੋਸ਼ ਜਿਹੜੇ ਲਾਉਣਗੇ ਔਰ ਜੋ ਲਾਏ ਗਏ ਦੋਸ਼ ਤੁਸੀਂ ਖੁਦ ਉਸ ਤੇ ਜ਼ਿੰਮੇਵਾਰ ਹੋਵੋਗੇ? ਹਾਂਜੀ ਠੀਕ ਹੈ ਸਰ। ਦਿਵਿਆ, ਤੁਹਾਡੀ ਸ਼ਾਦੀ ਜਿਹੜੀ ਹੈ ਕਿਹੜੇ ਮਹੀਨੇ ਵਿੱਚ ਕਦੋਂ ਹੋਈ ਤੇ ਕਿਸ ਦੇ ਨਾਲ ਹੋਈ? ਸਰ ਮੇਰਾ ਵਿਆਹ 13 ਅਪ੍ਰੈਲ 2017 ਨੂੰ ਵਿਕਰਾਂਤ ਜੈਨ ਨਾਲ ਹੋਈ, ਜੋ ਕਿ ਮੁਲਾਣਾ ਦਾ ਰਹਿਣ ਵਾਲਾ ਹੈ। ਇਹ 13 ਅਪ੍ਰੈਲ ਕਿਹੜੇ ਸਾਲ ਵਿੱਚ? 13 ਅਪ੍ਰੈਲ 2017। 2017, 3 ਸਾਲ ਹੋ ਗਏ ਨੇ। 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ। ਹਾਂਜੀ ਤੁਹਾਡੇ ਅਸਲ ਨਾਮ ਵਿਕਰਾਂਤ ਹੈ? ਹਾਂਜੀ ਹਾਂਜੀ। ਤੁਸੀਂ ਸਟਿਲ ਸ਼ਾਦੀशुदा ਹੋ ਜਾਂ ਡਿਵੋਰਸ ਫਾਈਲ ਕਰ ਚੁੱਕਿਆ ਵਿਕਰਾਂਤ ਜਾਂ ਤੁਸੀਂ? ਨਹੀਂ ਸਰ ਡਿਵੋਰਸ ਨਹੀਂ ਫਾਈਲ ਕੀਤਾ, ਮੇਰਾ ਕੇਸ ਚੱਲ ਰਿਹਾ। ਕੀ ਚੱਲ? ਆਈ ਸੀ। ਸੋ ਤੁਹਾਨੂੰ ਸ਼ਾਦੀ ਕਰਨ ਤੋਂ ਬਾਅਦ ਕਿੰਨਾ ਸਮਾਂ ਤੁਹਾਡੇ ਨਾਲ ਰਿਹਾ? ਸਰ ਸਿਰਫ 15 ਦਿਨ। 15 ਦਿਨ ਰਿਹਾ। 15 ਦਿਨ ਤੋਂ ਬਾਅਦ ਇੰਡੀਆ ਕੈਨੇਡਾ ਤੋਂ ਇੰਡੀਆ ਕਦੇ ਵਾਪਸ ਆਏ ਤੇ ਕਿੰਨਾ ਸਮਾਂ ਤੁਹਾਡੇ ਸੰਪਰਕ ਵਿੱਚ ਰਹੇ ਵਿਕਰਾਂਤ ਜੀ? ਨਹੀਂ ਸਰ, ਅੱਜ ਤੱਕ ਕਦੇ ਕੋਈ ਵਾਪਸ ਨਹੀਂ ਆਇਆ, ਨਾ ਕਦੇ ਕੋਈ ਫੋਨ ਆਇਆ, ਕੁਝ ਨਹੀਂ ਸਰ। 13 ਅਪ੍ਰੈਲ ਤੋਂ ਬਾਅਦ ਸ਼ਾਦੀ ਹੋਣ ਤੋਂ ਬਾਅਦ 15 ਦਿਨਾਂ ਬਾਅਦ ਤਕਰੀਬਨ ਕੋਈ ਮਈ ਦੇ ਮਤਲਬ ਅਪ੍ਰੈਲ ਦੇ ਐਂਡ ਵਿੱਚ ਉਹ ਹਵਾਈ ਉਡਾਨ ਲੈ ਕੇ ਆ ਗਏ। ਤੁਸੀਂ 에ਅਰਪੋਰਟ ਤੇ ਉਹਨਾਂ ਨੂੰ ਸੀ ਆਫ ਕਰਨ ਗਏ ਸੀ? ਹਾਂਜੀ ਸਰ। ਕਿਹੜੀ 에ਅਰਪੋਰਟ ਤੇ ਗਏ ਸੀ? ਮੇਰਾ ਬ੍ਰਦਰ ਗਿਆ ਸੀ, ਬਾਕੀ ਫੈਮਿਲੀ ਗਈ ਸੀ। ਤੁਸੀਂ ਵੀ ਨਾਲ ਨਹੀਂ ਗਏ? ਨਹੀਂ ਸਰ ਮੈਂ ਨਹੀਂ ਗਈ, ਮੈਂ ਉੱਥੇ ਹੀ ਸੀ ਸਹੁਰੇ ਘਰ ਆਪਣੇ। ਤੁਸੀਂ ਨਹੀਂ ਸਲਾਮ ਆਈ ਸੀ। ਸੋ ਵਿਕਰਾਂਤ ਜਿਹੜਾ ਹੈ ਇਹ ਇਸ ਵੇਲੇ ਕਿਹੜੇ ਸ਼ਹਿਰ ਵਿੱਚ ਰਹਿ ਰਿਹਾ? ਸਰ ਉਸ ਵਕਤ ਤਾਂ ਕੈਲਗਰੀ ਵਿੱਚ ਸੀਗੇ ਇਹ। ਹੁਣ ਤਾਂ ਪਤਾ ਨਹੀਂ ਮੈਨੂੰ ਸਰ। ਆਈ ਸੀ। ਸੋ ਉਸ ਤੋਂ ਬਾਅਦ 2017 ਜਦੋਂ ਪਹੁੰਚੇ ਆ ਉਹਨਾਂ ਨੇ ਕਾਲ ਕੀਤਾ ਜਾ ਕੇ ਕਿ ਮੈਂ ਕੈਨੇਡਾ ਵਿੱਚ ਠੀਕ ਠਾਕ ਪਹੁੰਚ ਗਿਆ? ਗੱਲਬਾਤ ਹੋਈ? ਕੋਈ ਗੱਲਬਾਤ ਕਰਦਾ ਰਿਹਾ? ਕਿੰਨਾ ਸਮਾਂ ਕਰਦਾ ਰਿਹਾ ਜੇ ਗੱਲਬਾਤ ਕੀਤੀ ਤਾਂ? ਸਰ 1 ਸਾਲ ਤੱਕ ਤਾਂ ਗੱਲ ਹੁੰਦੀ ਰਹੀ ਹੈ ਫੋਨ ਤੇ, ਟੌਰਚਰ ਹੀ ਕਰਦੇ ਸੀ ਬਸ।
ਤੇ ਤੁਹਾਨੂੰ ਜਦੋਂ ਵੀ ਫੋਨ ਕਰਦੇ ਸੀ ਟੁੱਟ ਕੇ ਹੀ ਪੈਂਦੇ ਸੀ। ਤੁਹਾਡੇ ਨਾਲ ਪ੍ਰੋਪਰ ਡੀਲ ਨਹੀਂ ਸੀ ਕਰਦੇ? ਜਿਹੜੇ ਕਰਦੇ ਸੀ ਕਹਿੰਦੇ ਸੀ ਕਰਦੇ ਸੀ ਖਾਂਦੇ ਸੀ ਉਹੀ ਫਿਰ ਫੋਨ ਤੇ ਮੈਨੂੰ ਬੋਲਦੇ ਸੀ ਉਦਾਂ ਹੀ ਉਹਨਾਂ ਦੀ ਚੱਕ ਵਿੱਚ ਆ ਕੇ। ਕਿਹਨਾਂ ਦੀ ਚੱਕ ਵਿੱਚ ਆ ਕੇ? ਆਪਣੇ ਮਦਰ ਲਾਅ ਦੀ ਚੱਕ ਵਿੱਚ ਆਣ ਕੇ? ਹਾਂਜੀ, ਆਪਣੀ ਮਦਰ, ਫਾਦਰ, ਆਪਣੇ ਬ੍ਰਦਰ, ਆਪਣੀ ਭਾਬੀ। ਕੀ ਕਹਿੰਦੇ ਸੀ ਬਕਾਂਤ ਵਿੱਚ? ਤੁਹਾਨੂੰ ਕਿਹੜੇ ਸ਼ਬਦ ਵਰਤਦੇ ਸੀਗੇ? ਕਿਹੜੇ ਅਪਸ਼ਬਦ ਵਰਤੇ ਨੇ? ਸਰ ਇਹ ਤਾਂ ਬਹੁਤ ਬਦਤਮੀਜ਼ੀ ਤਰੀਕੇ ਨਾਲ ਗੱਲ ਕਰਦੇ ਸੀ ਮੇਰੇ ਨਾਲ, ਕਦੇ ਇਹਨਾਂ ਨੇ ਪਿਆਰ ਨਾਲ ਗੱਲ ਕੀਤੀ ਨਹੀਂ, ਹਮੇਸ਼ਾ ਟੁੱਟ ਕੇ ਹੀ ਪੈਂਦੇ ਸੀ ਜਦੋਂ ਵੀ ਫੋਨ ਕਰਦੇ ਸੀ। ਤੁਹਾਡੇ ਏਜ ਫੈਕਟਰ ਸੀ ਕੋਈ, ਔਰ ਲਵ ਮੈਰਿਜ ਸੀ ਜਾਂ ਫਿਰ ਅਰੇਂਜ ਮੈਰਿਜ ਸੀ? ਨਹੀਂ ਸਰ, ਅਰੇਂਜ ਮੈਰਿਜ ਸੀ। ਸੋ ਤੁਹਾਡੀ ਨਿਊਜ਼ਪੇਪਰ 'ਚ ਐਡ ਆਈ ਸੀ ਇਹਨਾਂ ਦੀ। ਹਾਂਜੀ। ਤੇ ਇਹਨਾਂ ਨੇ ਕਾਫੀ ਪੋਲੀਟੀਸ਼ੀਅਨ ਵਗੈਰਾ ਵੀ ਬੁਲਾਏ ਸੀ, ਵਿਆਹ ਬਹੁਤ ਵਧੀਆ ਕੀਤਾ ਸੀ ਅਸੀਂ ਸਾਰਾ। ਪੋਲੀਟੀਸ਼ੀਅਨ ਤੁਸੀਂ ਬੁਲਾਏ ਸੀ ਵਿਆਹ ਤੇ ਜਾਂ ਵਿਕਰਾਂਤ ਦੇ ਵੱਲੋਂ ਆਏ ਸੀ? ਨੇ ਵਿਕਰਾਂਤ ਵੱਲੋਂ ਸਾਰੇ ਆਏ ਸੀ ਪੋਲੀਟੀਸ਼ੀਅਨ, ਵੱਡੇ ਵੱਡੇ ਐਮਐਲਏ ਔਰ ਬੀਨਾ ਛਾਵੜਾ, ਵਰਿੰਦਰ ਸਿੰਘ, ਸਭ ਵੱਡੇ ਵੱਡੇ ਕਾਫੀ ਵੱਡੀ ਪਾਰਟੀਆਂ ਆਈਆਂ ਸੀ ਜੀ। ਤੁਸੀਂ ਜਿਹੜੇ ਪੋਲੀਟੀਸ਼ੀਅਨਾਂ ਨੂੰ ਜ਼ਿੰਦਗੀ ਵਿੱਚ ਬਹੁਤ ਵੱਡੇ ਇਨਸਾਨ ਸਮਝਦੇ ਹੋ? ਸਰ ਇਹਨਾਂ ਵੱਲੋਂ ਤਾਂ ਉਹ ਵੱਡੇ ਹੀ ਸੀਗੇ। ਇਹਨਾਂ ਨੇ ਸਾਨੂੰ ਕਿਹਾ ਸੀ ਉਹ ਬੁਲਾਏ ਅਸੀਂ, ਖੂਬ ਅੱਛੀ ਤਰ੍ਹਾਂ ਖਾਤਰਦਾਰੀ ਕਰਨੀ ਉਹਨਾਂ ਦੀ ਜੀ। ਤੇ ਜਿਸ ਕਰਕੇ ਤੁਸੀਂ ਕਿੰਨਾ ਪੈਸਾ ਸਪੈਂਡ ਕੀਤਾ ਸ਼ਾਦੀ ਤੇ? ਸਾਡੇ ਤੱਕ 3 ਸਾਲ ਹੋ ਗਏ ਸਰ ਲਟਕਿਆ ਪਿਆ। ਉਹਨਾਂ ਦੀ ਉੱਪਰੋਂ ਸਿਫਾਰਿਸ਼ਾਂ ਪੈ ਰਹੀ ਹੈ, ਪੂਰਾ ਦਬਾਅ ਪੈ ਰਿਹਾ ਪੁਲਿਸ ਤੇ, ਕੋਰਟ 'ਚ, ਸਭ ਕੁਝ ਉਹਨਾਂ ਕਰਕੇ ਹੀ ਹੋ ਰਿਹਾ। ਸੋ ਤੁਸੀਂ ਆਪਣੇ ਪੁਲਿਸ ਜਿਹੜੀ ਤੁਹਾਡੀ ਲੋਕਲ ਹੈ, ਐਸਐਸਪੀ ਜਿਹੜਾ ਤੁਹਾਡਾ ਉੱਥੋਂ ਦਾ ਜਗਰਾਉਂ ਦੇ ਨੇ? ਸਰ ਬਾਕੀ ਗੱਲ ਮੈਂ ਆਪਣੇ ਬ੍ਰਦਰ ਨਾਲ ਕਰਾਨੀ ਹੈ ਤੁਹਾਡੀ ਜੀ। ਫਿਰ ਉਹ ਦੱਸ ਦੂਗਾ ਤੁਹਾਨੂੰ ਸਾਰੀ ਕਹਾਣੀ। ਓਕੇ, ਲੈਟ ਮੀ ਸਪੀਕ ਟੂ ਯੂਰ ਬ੍ਰਦਰਸ ਜੀ। बसी सर सॉरी, लड़की थोड़ा घबराई हुई है, रोन लग गई है। ਤੁਹਾਡਾ ਨਾਮ? ਤੁਸੀਂ ਰੀਅਲ ਬ੍ਰਦਰ ਹੋ? हाँ जी, साहिल जैन, मैं दिव्या ਦਾ ब्रदर ਹਾਂ। ਤੁਹਾਡਾ ਨਾਮ ਕੀ? ਸਾਹਿਲ? ਸਾਹਿਲ ਜੈਨ। ਸਾਹਿਲ ਜੀ, ਤੁਹਾਨੂੰ ਕੰਸੈਂਟ ਦਿੱਤੀ ਉਹਨਾਂ ਨੇ ਗੱਲਬਾਤ ਕਰਨ ਦੀ, ਔਰ ਤੁਸੀਂ ਜ਼ਿੰਮੇਵਾਰ ਹੋਵੋਗੇ, ਔਰ ਕੋਈ ਵੀ ਤੁਸੀਂ ਜੇ ਦੋਸ਼ ਲਾਏ ਤਾਂ ਰਿਸਪੌਂਸਿਬਿਲਿਟੀ ਤੁਹਾਡੀ ਹੈ। ਤੇ ਟੈਲੀਕਾਸਟ ਹਰ ਇਲੈਕਟ੍ਰੋਨਿਕ ਡਿਵਾਈਸ ਤੇ ਮੈਂ ਕਰਨ ਜਾ ਰਿਹਾ। ਤੁਸੀਂ ਮੈਨੂੰ ਪਰਮਿਸ਼ਨ ਦੇ ਰਹੇ ਹੋ? ਖੁਦ ਆਪ ਵੀ? ਜੀ ਸਰ ਜੀ। ਆਈ ਸੀ। ਸੋ ਇਹ ਮੈਂ ਜਾਣਨਾ ਚਾਹੁੰਦਾ ਕਿ ਸ਼ਾਦੀ ਤੋਂ ਬਾਅਦ ਕੁਝ ਦਿਨ ਹੀ ਰਹੇ, ਤੁਸੀਂ ਰਿਪੋਰਟ ਛੱਡਣ ਗਏ ਔਰ 1 ਸਾਲ ਆਪਸ ਵਿੱਚ ਇਹਨਾਂ ਨੇ ਗੱਲਬਾਤ ਹੁੰਦੀ ਰਹੀ, ਉਸ ਤੋਂ ਬਾਅਦ ਫਿਰ ਗੱਲਬਾਤ ਹੋਣੀ ਇੱਕਦਮ ਬੰਦ ਹੋ ਗਈ। ਕੀ ਟੈਲੀਫੋਨ ਹੁਣ ਕੀਤਾ ਨਹੀਂ ਜਾ ਰਿਹਾ ਤੁਹਾਡੇ ਵੱਲੋਂ ਜਾਂ ਉਧਰੋਂ ਨਹੀਂ ਆ ਰਿਹਾ? ਸਪਾਂਸਰ ਨਾ ਕਰਨ ਦਾ ਕਾਰਨ ਕੀ ਹੈ? ਤੁਸੀਂ ਕੀ ਦੋਸ਼ ਲਾ ਰਹੇ ਹੋ ਵਿਕਰਾਂਤ ਤੇ? ਮੈਂ ਦੱਸਦਾ, ਅਸਲ 'ਚ ਜਦੋਂ ਵਿਆਹ ਇਹਨਾਂ ਨੇ ਸਟਾਰਟਿੰਗ 'ਚ ਕੀਤਾ ਉਦੋਂ ਪਹਿਲਾਂ ਨਿਊਜ਼ਪੇਪਰ 'ਚ ਐਡ ਕਢਵਾਈ ਸੀ ਇਹਨਾਂ ਨੇ, ਟ੍ਰਿਬਿਊਨ 'ਚ, ਜਿੱਥੇ ਲਿਖਿਆ ਸੀ ਇਹਨਾਂ ਨੇ ਲੜਕਾ ਪੀਆਰ ਹੈ। ਮੇਰੇ ਕੋਲ ਨਿਊਜ਼ਪੇਪਰ ਦੀ ਐਡ ਹਜੇ ਤੱਕ ਪਈ ਹੈ। ਲੜਕਾ ਪੀਆਰ ਹੈ ਤੇ ਇੰਜੀਨੀਅਰ ਹੈ, ਕੈਨੇਡਾ ਵਿੱਚ, ਵੈਲ ਸੈਟਲਡ, ਤੇ ਲੜਕੀ ਸਾਨੂੰ ਚਾਹੀਦੀ ਹੈ। ਚਲੋ ਅਸੀਂ ਨਿਊਜ਼ਪੇਪਰ ਦੇ ਐਡ ਰਾਹੀਂ ਕੰਟੈਕਟ ਕੀਤਾ ਇਹਨਾਂ ਦੇ ਮਦਰ ਫਾਦਰ ਨੂੰ। ਲੜਕਾ ਅਸੀਂ ਦੇਖਣ ਗਏ ਇਹਨਾਂ ਦੇ ਮੁਲਾਨਾ ਅੰਬਾਲਾ ਵਿੱਚ, ਤੇ ਉੱਥੇ ਜਾ ਕੇ ਅਸੀਂ ਜੋ ਵੀ ਥੋੜਾ ਬਹੁਤ ਦੇਖ ਦੁੱਖ ਕੇ ਫਾਈਨਲ ਕੀਤਾ। ਇਹਨਾਂ ਨੇ ਦੱਸਿਆ ਵੀ ਲੜਕਾ ਸਾਡਾ ਬਹੁਤ ਵਧੀਆ ਇੱਥੇ ਕਮਾ ਰਿਹਾ, ਇਹ ਉਹ ਪੈਕੇਜ ਹੈ, ਇੰਜੀਨੀਅਰ ਹੈ, ਪੀਆਰ ਹੈ। ਚਲੋ ਠੀਕ ਹੈ ਜੀ, ਸਾਡੇ ਇੱਧਰ ਬਾਣੀਏ 'ਚ ਇਹੀ ਚੀਜ਼ਾਂ ਬਸ ਦੇਖਦੇ ਆ। ਤੇ ਉਸ ਤੋਂ ਬਾਅਦ ਅਸੀਂ ਫਾਈਨਲ ਕੀਤਾ ਰਿਸ਼ਤਾ। ਪਹਿਲਾਂ ਤਾਂ ਇਹਨਾਂ ਨੇ ਸਰ ਕੋਈ ਡਿਮਾਂਡ ਇਹਨਾਂ ਨੇ ਦੱਸਿਆ ਨਹੀਂ ਸਾਨੂੰ, ਕੋਈ ਡਿਮਾਂਡ ਹੈ ਇਹਨਾਂ ਦੀ ਮੈਰਿਜ ਤੇ। ਆਪਣੇ ਵੱਲੋਂ ਤਾਂ ਚਲੋ ਅਸੀਂ ਵਧੀਆ ਹੀ ਕਰਨਾ ਸੀ ਵਿਆਹ। ਉਸ ਤੋਂ ਬਾਅਦ ਸਰ ਇਹਨਾਂ ਨੇ ਹਫ਼ਤੇ ਬਾਅਦ ਸਾਨੂੰ ਉੱਥੇ ਬੁਲਾਇਆ ਦੁਬਾਰਾ ਸ਼ਾਪਿੰਗ ਦੇ ਬਹਾਨੇ ਅੰਬਾਲੇ, ਤੇ ਇਹਨਾਂ ਨੇ ਸਾਨੂੰ ਖੁੱਲ ਕੇ ਮਤਲਬ ਉੱਥੇ ਡਿਮਾਂਡ ਵਾਲੀ ਗੱਲ ਕੀਤੀ ਇਹਨਾਂ ਦੇ ਤਾਇਆ ਜੀ ਨੇ, ਜਿਹੜੇ ਇਹਨਾਂ ਦੇ, ਤੇ ਉਹਨਾਂ ਨੇ ਕਿਹਾ ਵੀ ਅਸੀਂ VIP ਬੰਦੇ, ਅਸੀਂ ਸਾਡੇ ਪੋਲੀਟੀਸ਼ੀਅਨ ਵਗੈਰਾ ਨਾਲ ਲਿੰਕ ਹੈ, ਅਸੀਂ 2500 ਬੰਦਾ ਬੁਲਾਣਾ ਹੈ ਵਿਆਹ ਤੇ ਵੀ ਅਸੀਂ ਤੇ ਆਪਣੇ ਸ਼ਹਿਰ 'ਚ ਵਿਆਹ ਕਰਨਾ ਹੈ, ਤੁਸੀਂ ਵਧੀਆ ਵਿਆਹ ਵਿਊ ਕਰਨਾ ਹੈ, ਤੇ ਪਲੱਸ ਸ਼ਾਪਿੰਗ ਦਾ ਬਾਕੀ ਕੈਸ਼ ਕੂਸ਼ ਦੀ ਜਿਹੜੀ ਗੱਲ ਹੋਈ, ਅਸੀਂ ਸਰ 25 ਤੋਂ 30 ਲੱਖ ਰੁਪਏ ਲਗਾਇਆ। ਚਲੋ ਉਹ ਤਾਂ ਗੱਲਾਂ ਕੋਈ ਗੱਲ ਨਹੀਂ, ਇਹ ਚਲੋ ਹੁੰਦਾ ਹੀ ਹੈ ਵਿਆਹ ਦੇ ਵਿੱਚ। ਤੁਹਾਡੇ ਕੋਲੋਂ ਕੁਝ ਆਪਣੇ ਸਾਹਿਲ ਕੈਸ਼ ਵੀ ਡਿਮਾਂਡ ਕੀਤੀ ਸੀਗੀ? ਜੀ ਸਰ ਬਿਲਕੁਲ, 10 ਲੱਖ ਰੁਪਏ ਕੈਸ਼ ਅਸੀਂ ਲੜਕੇ ਨੂੰ ਸ਼ਗਨ ਪਾਇਆ ਸਟੇਜ ਦੇ ਉੱਤੇ। 10 ਲੱਖ ਰੁਪਈਆ? ਹਾਂਜੀ ਸਰ। ਨੇ ਤੁਸੀਂ ਇਹ ਕੰਟਰੈਕਟ ਸ਼ਾਦੀ ਸੀ ਜਾਂ ਰੀਅਲ ਸ਼ਾਦੀ ਦੇ ਵਿੱਚ 10 ਲੱਖ ਰੁਪਈਆ ਉਹਨਾਂ ਵੱਲੋਂ ਡਿਮਾਂਡ ਸੀ, ਜਾਂ ਤੁਸੀਂ ਆਪਣੇ ਵੱਲੋਂ ਆਪਣੀ ਸਿਸਟਰ ਨੂੰ, ਆਪਣੀ ਧੀ ਨੂੰ ਪੇਨੇ ਦੇਣ ਦੀ ਜਿਹੜੀ ਸੀਗੀ ਉਹਦੀ ਹਿੰਮਤ ਸੀਗੀ, ਜਾਂ ਉਹਨੇ ਸਮਝਿਆ ਕਿ ਆਪਣੀ ਧੀ ਨੂੰ ਮੈਂ ਦਾਨ ਕਰਨਾ ਆ? ਇਹ ਕੁਦਰਤੀ ਗੱਲ ਹੈ ਕਿ ਡਿਮਾਂਡ ਹੀ ਸੀ ਇੱਕ ਤਰ੍ਹਾਂ ਤੁਸੀਂ ਕਹਿ ਸਕਦੇ ਹੋ, ਕਿਉਂਕਿ ਉਹਨਾਂ ਨੇ ਤਾਏ ਰੈਸਟੋਰੈਂਟ ਤੇ ਬਹਿ ਕੇ ਪਹਿਲਾਂ ਗੱਲ ਕਲੀਅਰ ਕੀਤੀ ਸੀ ਕਿ ਤੁਸੀਂ ਸਾਨੂੰ ਦੱਸ ਦਿਓ ਵੀ ਤੁਸੀਂ ਜੇ ਇੰਨੇ ਪੈਸੇ 25-30 ਲੱਖ ਜਿਹੜੇ ਤੁਸੀਂ ਲਵਾਣੇ ਆ ਅਸੀਂ ਤੁਹਾਡੇ ਤੋਂ, ਵੀ ਉਹ ਕਿਸ ਤਰ੍ਹਾਂ ਲਾਣੇ, ਵੀ ਤੁਸੀਂ ਸਾਰਾ ਸਮਾਨ ਦੇਣਾ ਕਿ ਕੁਝ ਕੈਸ਼ ਦੋਗੇ ਸਾਨੂੰ। ਫਿਰ ਅਸੀਂ ਚਲੋ ਉਹਨਾਂ ਨੇ ਡਿਟੇਲ 'ਚ ਗੱਲ ਕਰ ਲਈ ਸੀ, ਅਸੀਂ ਫਿਰ ਉਹੀ ਫਾਈਨਲ ਹੋਇਆ ਸੀ ਵੀ ਚਲੋ 15 ਲੱਖ ਦੇ ਅਸੀਂ ਜੇਵਰਾਤ ਤੇ ਲੜਕੀ ਦੇ ਕੱਪੜੇ ਵਗੈਰਾ ਤੇ ਪੈਲਸ ਦਾ ਖਰਚਾ, 10 ਲੱਖ ਰੁਪਏ ਅਸੀਂ ਨਕਦ ਜਿਹੜਾ ਬਚੂਗਾ ਨਕਦ ਦੇ ਦਾਂਗੇ। ਟੋਟਲ ਤੁਹਾਡਾ ਕਿੰਨਾ ਲੱਗ ਗਿਆ? ਇਹਦਾ ਮਤਲਬ ਕਿ ਟੋਟਲ ਕੋਈ 50 ਲੱਖ ਲੱਗ ਗਿਆ ਤੁਹਾਡਾ? ਨਹੀਂ ਸਰ, ਐਵੇਂ ਮੈਂ ਜ਼ਿਆਦਾ ਨਹੀਂ ਕਹੂੰਗਾ, ਸਾਡਾ 25 ਤੋਂ 30 ਲੱਖ ਦਾ ਐਸਟੀਮੇਟ 30 ਦੇ ਅੰਦਰ ਲੱਗਿਆ ਸਰ। 30 ਨਹੀਂ, ਤੁਸੀਂ 25 ਲੱਖ ਮੈਨੂੰ ਜਸਟ ਕਹਿ ਚੁੱਕੇ ਹੋ ਕਿ ਤੁਹਾਡਾ ਖਰਚਾ ਆ ਵਿਆਹ ਦਾ, ਜਿਹੜਾ ਕਿ ਬੈਂਕਟ ਹਾਲ ਦਾ, ਜਾਂ ਤੁਸੀਂ ਰਿਜ਼ੋਰਟ ਕਹਿੰਦੇ ਹੋ ਇੰਡੀਆ ਦੇ ਵਿੱਚ, ਤਾਂ 10 ਲੱਖ ਤੁਸੀਂ ਕੈਸ਼ ਦਿੱਤਾ ਆ।
ਯੈਸ ਸਰ, ਨਹੀਂ 25 ਲੱਖ ਦੇ ਵਿੱਚ ਇਨਕਲੂਡ ਹੈ ਸਰ 10 ਲੱਖ। ਆਈ 25 ਤੋਂ 30 ਲੱਖ ਦੇ ਵਿੱਚ ਇਨਕਲੂਡ ਹੈ 10 ਲੱਖ। ਆਈ ਸੀ 10 ਲੱਖ ਜਿਹੜਾ ਹੈ ਤੁਸੀਂ ਕੈਸ਼ ਦਿੱਤਾ ਹੈ, ਉਹਨਾਂ ਨੇ ਝੋਲੀ ਪਾਇਆ 10 ਲੱਖ। ਯੈਸ ਸਰ। ਬਾਕੀ ਸਾਡੇ ਕੋਲ 골ਡ ਜਵੈਲਰੀ ਤੇ ਇਹਦੇ ਕੱਪੜੇ ਦੇ ਸਾਰੇ ਬਿੱਲ ਵਗੈਰਾ ਪਏ ਨੇ, ਓਰੀਜਨਲ ਬਿੱਲ। ਟੋਟਲ ਤੁਹਾਡਾ ਕਿੰਨਾ ਖਰਚਾ ਇਸ ਸ਼ਾਦੀ ਤੇ? ਸਰ ਉਹੀ 25 ਤੋਂ 28 ਲੱਖ ਜਾਂ 30 ਲੱਖ ਦੇ ਅੰਦਰ ਹੀ ਆਇਆ ਸਰ। ਆਈ ਸੀ। ਸੋ ਹੁਣ ਜਿਹੜਾ ਲੜਕਾ ਹੈ ਵਿਕਰਾਂਤ ਨਾਂ ਦਾ, ਹਾਂਜੀ, ਇਹ ਹੁਣ ਕਿਹੜੇ ਸ਼ਹਿਰ ਵਿੱਚ ਰਹਿੰਦਾ ਤੇ ਤੁਹਾਨੂੰ ਇਹ ਤੁਹਾਡੀ ਲੜਕੀ ਨੂੰ ਸਪਾਂਸਰ ਨਾ ਕਰਨ ਦਾ ਕਾਰਨ ਕੀ ਵੈਸੇ? ਮੈਂ ਸਰ ਉਸੇ ਗੱਲ ਤੇ ਆ ਰਿਹਾ ਸੀਗਾ। ਅੱਛਾ, ਫਿਰ ਇਹ ਲੜਕੀ ਨਾਲ ਚਲੋ ਗੱਲਬਾਤ ਹੁੰਦੀ ਰਹੀ, 15 ਦਿਨਾਂ ਬਾਅਦ ਚਲਾ ਗਿਆ ਲੜਕਾ। ਉਸ ਤੋਂ ਬਾਅਦ ਇਹਨੂੰ ਫੋਨ ਤੇ ਕਈ ਤਰ੍ਹਾਂ ਦੇ ਮਤਲਬ ਟੌਰਚਰ ਦੇ, ਇਹਨੂੰ ਕਹਿੰਦਾ ਸੀਗਾ ਵੀ ਤੂੰ ਇੱਥੇ ਆ ਕੇ ਮੈਂ ਤੈਨੂੰ ਪਹਿਲਾਂ ਦੇਖੂੰਗਾ, ਇੱਥੇ ਰੱਖ ਕੇ ਕੈਨੇਡਾ ਤੈਨੂੰ ਬੁਲਾਉਂਗਾ, ਤੈਨੂੰ ਪਹਿਲਾਂ ਦੇਖੂੰਗਾ ਰੱਖ ਕੇ, ਜੇ ਤੂੰ ਮੇਰੇ ਨਾਲ ਸਹੀ ਰਹੀ ਫਿਰ ਤੈਨੂੰ ਇੱਥੇ ਪੱਕਾ ਕਰਾਉਂਗਾ, ਨਹੀਂ ਤਾਂ ਤੈਨੂੰ ਵਾਪਸ ਭੇਜ ਦੂੰਗਾ। ਇਹ ਗੱਲਾਂ ਇਹਨੇ ਲੜਕੀ ਨੂੰ ਕਹੀਆਂ। ਲੜਕੀ ਵਿਚਾਰੀ ਇੰਨੀ ਸਾਊ ਸੀ, ਇਹਨੇ ਸਾਨੂੰ ਬਾਅਦ ਚ ਜਾ ਕੇ ਦੱਸੀਆਂ, ਜਦੋਂ ਇਹ ਐਂਡ ਚ ਪੂਰੇ ਇਹਨੇ ਦਬਾ ਕੇ ਰੱਖੀਆਂ ਗੱਲ, ਰੋਂਦੀ ਰਹਿੰਦੀ ਸੀ ਘਰੇ। ਠੀਕ ਹੈ, ਇਹਨੂੰ ਉਸ ਤੋਂ ਬਾਅਦ ਸਰ ਐਂਡ ਚ ਜਦੋਂ ਚਲੋ ਇਹ ਤਾਂ ਵਿੱਚ ਕਾਫੀ ਚੱਲਦਾ ਰਿਹਾ ਇਹਨਾਂ ਦਾ, ਹੈ ਨਾ, ਮਨਮੋਟਾਵ ਜੋ ਵੀ। ਉਸ ਤੋਂ ਬਾਅਦ ਐਂਡ ਚ ਇਹਦੀ ਜਦੋਂ ਫਲਾਈਟ ਸੀ, ਇਹਦੀ ਟਿਕਟ ਉਹਨੇ ਇੱਕ, ਅਸੀਂ ਨਾ ਇਹਨੂੰ ਵਿੱਚ ਪੁੱਛਦੇ ਸੀ, ਮੈਂ ਇਹਨੂੰ ਕਈ ਵਾਰੀ ਪੁੱਛ ਲੈਂਦਾ ਸੀ ਆਪਣੇ ਬ੍ਰਦਰ ਨੂੰ, ਵਿਕਰਾਂਤ ਨੂੰ, ਵੀ ਸਰ ਤੁਸੀਂ ਇਹਦਾ ਵੀਜ਼ਾ ਵੂਜ਼ਾ ਕਦੋਂ ਲਵਾ ਰਹੇ ਹੋ, ਉਹਦੀ ਫਾਈਲ ਦਾ ਕੀ ਸੀ ਨਾ। ਉਹ ਮੈਨੂੰ ਟੁੱਟ ਕੇ ਪੈ ਜਾਂਦਾ ਸੀ ਸਰ, ਵੀ ਤੂੰ ਮੈਨੂੰ ਕਿਉਂ, ਕੌਣ ਹੁੰਨਾ ਪੁੱਛਣ ਵਾਲਾ, ਵੀ ਤੂੰ, ਮੈਂ ਤੈਨੂੰ ਫਾਈਲ ਦਾ ਨੰਬਰ ਕਿਉਂ ਦੱਸਾਂ। ਤੇ ਫਿਰ ਮੈਂ ਚੁੱਪ ਕਰ ਜਾਂਦਾ ਸੀ, ਕਿਉਂਕਿ ਸਰ ਨਵੀਂ ਮੈਰਿਜ ਸੀ, ਸਾਨੂੰ ਇਹ ਸੀਗਾ ਵੀ ਐਵੇਂ ਰਿਸ਼ਤਾ ਨਾ ਟੁੱਟ ਜਾਏ, ਕੋਈ ਗੱਲਬਾਤ ਨਾ ਹੋ ਜਾਏ, ਬੁਰਾ ਨਾ ਮੰਨ ਜੇ, ਫਿਰ ਅਸੀਂ ਚੁੱਪ ਕਰ ਜਾਂਦੇ ਸੀ। ਜਦੋਂ 15 ਦਿਨ ਵਿਆਹ ਤੋਂ ਬਾਅਦ ਪੰਜਾਬ ਚ ਰਹੇ ਨੇ, ਤੁਹਾਡੇ ਨਾਲ ਰਹੇ ਨੇ, ਤੁਹਾਡੀ ਸਿਸਟਰ ਦੇ ਨਾਲ ਰਹੇ ਨੇ, ਤਾਂ ਉਦੋਂ ਉਹਦਾ ਬਿਹੇਵੀਅਰ ਜਿਹੜਾ ਬਿਲਕੁਲ ਠੀਕ ਸੀ ਤੁਹਾਡੇ ਸਾਰੇ ਪਰਿਵਾਰ ਦੇ ਨਾਲ, ਜਾਂ ਫਿਰ ਉਦੋਂ ਵੀ ਬਿਹੇਵੀਅਰ ਦੇ ਵਿੱਚ ਕੋਈ ਤੁਹਾਨੂੰ ਲੱਗ ਰਿਹਾ ਸੀ ਸ਼ਾਦੀ ਤੋਂ ਬਾਅਦ ਕੋਈ ਐਸੀ? ਸ਼ਾਦੀ ਤੋਂ ਬਾਅਦ ਦੱਸਦਾ ਤੁਹਾਨੂੰ, ਇਹ ਹਫ਼ਤੇ ਕੁ ਬਾਅਦ ਫੇਰੇ ਤੇ ਆਇਆ ਸੀਗਾ ਲੜਕਾ ਸਾਡੇ ਘਰੇ, ਤੇ ਲੜਕੀ ਨੂੰ ਲੈ ਕੇ ਫੇਰਾ ਪਾਣ ਘਰੇ ਆਉਂਦੇ ਹੁੰਦੇ ਨਾ। ਉਸ ਤੋਂ ਉਦੋਂ ਸਰ ਇਹਨੇ ਮੰਮੀ ਪਾਪਾ ਨੂੰ ਕਮਰੇ ਚ ਲਿਜਾ ਕੇ ਲੜਕੇ ਨੇ ਗੱਲ ਕੀਤੀ ਡਿਮਾਂਡ ਦੀ, ਵੀ ਮੈਨੂੰ ਉੱਥੇ ਮੈਂ ਕੈਨੇਡਾ ਕੁਝ ਬਿਜ਼ਨਸ ਵਗੈਰਾ ਕਰਨਾ ਹੈ ਤੇ ਮੈਨੂੰ ਕੁਝ ਪੈਸੇ ਵਗੈਰਾ ਦੀ ਲੋੜ ਪਏਗੀ ਤੇ 8-10 ਲੱਖ। ਪਰ ਪਾਪਾ ਨੇ ਕਿਹਾ ਵੀ ਤੁਸੀਂ ਹੁਣ ਤਾਂ ਅਸੀਂ ਇੰਨੇ ਪੈਸੇ ਲਗਾਏ ਆ ਵਿਆਹ ਤੇ, ਤੂੰ ਫਿਰ ਸਾਨੂੰ ਹੁਣ ਪੈਸੇ ਕੈਸ਼ ਮੰਗੀ ਜਾ ਰਹੇ ਹੋ ਤੁਸੀਂ। ਤੇ ਉਦੋਂ ਥੋੜੀ ਜਿਹੀ ਚਲੋ ਬਦਤਮੀਜ਼ੀ ਨਾਲ ਰੂਡ ਬਿਹੇਵੀਅਰ ਕਰਕੇ ਚਲਿਆ ਗਿਆ ਸੀਗਾ ਲੜਕਾ। ਤੇ ਜਦੋਂ ਕੈਨੇਡਾ ਨੂੰ ਜਾਣ ਲੱਗਿਆ ਉਦੋਂ ਫਿਰ ਤੁਹਾਡੇ ਘਰ ਤੁਹਾਡੇ ਮੰਮੀ ਡੈਡੀ ਨੂੰ ਮਿਲ ਕੇ ਗਿਆ, ਪ੍ਰੋਪਰ ਬਿਹੇਵ ਕਰਕੇ ਗਿਆ ਔਰ ਸਤਿਕਾਰ ਦੇ ਨਾਲ? ਬਿਲਕੁਲ ਨਹੀਂ, ਮਿਲ ਕੇ ਨਹੀਂ ਗਿਆ। ਹਾਂਜੀ ਨਹੀਂ। ਉਸ ਤੋਂ ਬਾਅਦ ਇਹ ਤਾਂ ਲੜਕੀ ਨੂੰ ਬਲਕਿ ਕਹਿੰਦਾ ਸੀ ਕਿ ਮੈਂ ਤਾਂ, ਤੂੰ ਆਪਣੇ ਕੀ ਕਹਿੰਦੇ ਮਾਪਿਓ ਦਾ ਮੋਹ ਛੱਡ ਦੇ, ਇੰਨੀਆਂ ਗੱਲਾਂ ਵੀ ਕਹਿੰਦਾ ਸੀ, ਵੀ ਮੈਨੂੰ ਜ਼ਿਆਦਾ ਇੰਟਰਸਟ ਨਹੀਂ ਹੈਗਾ ਕਿਸੇ ਹੋਰ ਨਾਲ ਗੱਲਾਂ ਕਰਨ, ਮੈਨੂੰ ਆਪਣੇ ਮੰਮੀ ਪਾਪਾ ਨਾਲ ਇੰਟਰਸਟ ਹੈ ਬਸ, ਤੇ ਤੂੰ ਵੀ ਆਪਣੀ ਮੰਮੀ ਪਾਪਾ ਨਾਲ ਆਪਣਾ ਡਿਸੀਜਨ ਮੈਨੂੰ ਫਾਈਨਲ ਕਰ, ਵੀ ਤੈਨੂੰ ਉਹਨਾਂ ਦਾ ਮੋਹ ਨਹੀਂ ਰੱਖਣਾ ਹੈਗਾ, ਤੂੰ ਹੁਣ ਵੀ ਮੇਰੇ ਨਾਲ ਵਿਆਹ ਕੇ ਆਈ ਹੈ ਤਾਂ ਬਸ ਹੁਣ ਤੂੰ ਏਦਾਂ ਦੀਆਂ ਮਤਲਬ ਟੌਰਚਰ ਮੈਂਟਲੀ ਲੜਕੀ ਨੂੰ, ਨਵੀਂ ਵਿਆਹੀ ਨੂੰ ਦੱਸੋ ਤੁਸੀਂ। ਆਈ ਸੀ। ਸਾਹਿਲ ਜੀ, ਇਹ ਵਨ ਸਾਈਡਡ ਸਟੋਰੀ ਹੈ ਔਰ ਇਹਦੇ ਵਿੱਚ ਅਸੀਂ ਤੁਹਾਡੇ ਵੱਲ ਲਾਏ ਗਏ ਜਿਹੜੇ ਦੋਸ਼ ਐਲੀਗੇਸ਼ਨ ਨੇ ਔਰ ਇਹ ਤੁਸੀਂ ਸਾਬਤ ਕਰਨੇ ਔਰ BBC ਟਾਂਟੋ ਨੇ ਨਹੀਂ ਸਾਬਤ ਕਰਨੇ, ਸਾਡੇ ਪਾਸ ਕੋਈ ਵੀ ਐਸਾ ਪ੍ਰਮਾਣ ਨਹੀਂ ਹੈ। ਔਰ ਕਿਉਂਕਿ ਵਨ ਸਾਈਡਡ ਸਟੋਰੀ ਜਿਹੜੀ ਹੈ, ਵਿਕਰਾਂਤ ਹੋ ਸਕਦਾ ਹੈ ਕਿ ਕੱਲ ਦੇ ਪ੍ਰੋਮਿਸ ਸਾਡੇ ਨਾਲ ਗੱਲਬਾਤ ਕਰੇ, ਜੀ ਗੱਲਬਾਤ ਕਰੇ ਤਾਂ ਤੁਸੀਂ ਫਿਰ ਲਾਈਨ ਤੇ ਆਉਣ ਨੂੰ ਤਿਆਰ ਹੋ ਨਾ, ਔਰ ਕੋਈ ਵੀ ਜਿਹੜੇ ਦੋਸ਼ ਲਾਏ ਗਏ ਨੇ ਉਹ ਸਾਬਤ ਕਰਨ ਦੇ ਵਾਸਤੇ ਆਵੇ ਤਾਂ ਤੁਹਾਨੂੰ ਫਿਰ ਲਾਈਨ ਸਾਡੀ ਅਟੈਂਡ ਕਰਨੀ ਪਵੇਗੀ ਤੇ ਤੁਹਾਨੂੰ ਉਹਨਾਂ ਨੇ ਵਿਕਰਾਂਤ ਜੀ ਦੇ ਸਵਾਲਾਂ ਦਾ ਜਵਾਬ ਦੇਣਾ ਪਵੇਗਾ, ਕਿਉਂਕਿ ਇਹ ਤੁਸੀਂ ਆਪਣੀ ਸਟੋਰੀ ਵਨ ਸਾਈਡਡ ਸਟੋਰੀ ਨੂੰ ਇਸ ਵੇਲੇ ਕਵਰ ਕਰ ਰਹੇ ਹਾਂ। ਸਾਡੇ ਵਾਸਤੇ ਵਿਕਰਾਂਤ ਜੀ ਬੜੇ ਸਤਿਕਾਰਯੋਗ ਨੇ, ਪਰਿਵਾਰ ਕੋ ਆਈ ਡੋਂਟ ਨੋ, ਇਹ ਤੁਸੀਂ ਐਲੀਗੇਸ਼ਨ ਲਾ ਰਹੇ ਹੋ ਕਿ ਤੁਹਾਡੀ ਸਿਸਟਰ ਦੇ ਨਾਲ ਸ਼ਾਦੀ ਕਰਨ ਤੋਂ ਬਾਅਦ 15 ਦਿਨ ਰਿਹਾ ਅਤੇ ਉਸ ਤੋਂ ਬਾਅਦ 1 ਸਾਲ ਦੇ ਨਾਲ ਇਹਨਾਂ ਦਾ ਤਾਲਮੇਲ ਸੀ, ਉਸ ਤੋਂ ਬਾਅਦ ਬਿਲਕੁਲ ਬ੍ਰੇਕਡਾਊਨ ਹੋ ਗਿਆ, ਸਪਾਂਸਰ ਨਹੀਂ ਕੀਤਾ, ਤੁਹਾਡੇ ਨਾਲ ਮਿਸਬਿਹੇਵ ਕੀਤਾ ਅਤੇ ਉਸ ਤੋਂ ਬਾਅਦ ਤੁਹਾਡਾ ਹੁਣ ਫੋਨ ਬਲੌਕ ਕੀਤਾ ਜਾਂ ਫੋਨ ਜਿਹੜਾ ਸਰਵਿਸ ਵਿੱਚ ਨਹੀਂ ਹੈ। ਕੀ ਕਹਿਣਾ ਚਾਹੁੰਦੇ? ਮੈਂ ਉਹੀ ਇੱਕ ਮਿੰਟ ਮੈਨੂੰ ਦੋ, ਮੈਂ ਥੋੜੀ ਜਿਹੀ ਹੋਰ ਕੰਪਲੀਟ ਕਰਨਾ ਚਾਹ ਰਿਹਾ, ਹਜੇ ਮੈਂ ਮਿਡ ਚ ਹਾਂ ਸਟੋਰੀ ਦੇ, ਤਾਂ ਕਿ ਕੱਲ ਨੂੰ ਤੁਹਾਨੂੰ ਗਲਤਫਹਿਮੀ ਨਾ ਹੋਵੇ ਮੈਂ ਕੁਝ ਗਲਤ ਗਾਈਡ ਕੀਤਾ। ਉਸ ਤੋਂ ਬਾਅਦ ਸਰ ਇਹ 1 ਸਾਲ ਹੋ ਚੱਲਿਆ ਸੀ ਪੂਰਾ, ਇਹਨਾਂ ਨੇ ਫਿਰ ਇਹਦਾ ਲੜਕੇ ਨੇ ਟੈਂਪਰੇਰੀ ਵੀਜ਼ਾ ਲਵਾਤਾ, ਉੱਤੇ ਲਿਖ ਕੇ ਆਏ ਸੀ ਕੁਝ ਟੈਂਪਰੇਰੀ, ਇਹਦਾ ਮੈਨੂੰ ਵੀਜ਼ੇ ਦਾ ਨਾਮ ਨਹੀਂ ਯਾਦ ਹੈਗਾ, ਕੁਝ ਮਲਟੀਪਲ ਵਰਕ ਵੀਜ਼ਾ ਇਦਾਂ ਦਾ ਕੁਝ ਨਾਮ ਸੀਗਾ, ਇਹਦੇ ਪਾਸਪੋਰਟ ਤੇ ਲੱਗ ਕੇ ਆ ਗਿਆ। ਠੀਕ ਹੈ ਜੀ, ਚਲੋ ਜੀ, ਇਹਨਾਂ ਨੇ ਸਾਨੂੰ ਸਿਰਫ 5 ਦਿਨ ਪਹਿਲਾਂ ਦੱਸਿਆ ਲੜਕੀ ਨੂੰ ਤੇ ਸਾਨੂੰ ਫੋਨ ਕਰਕੇ ਵੀ ਭਾਜੀ ਇਹਦਾ ਵੀਜ਼ਾ ਦਾ ਕਾਫੀ ਟਾਈਮ ਦਾ ਕਹਿੰਦੇ ਆਇਆ ਹੋਇਆ। ਇਹਦਾ ਮਤਲਬ ਜਿਹੜਾ ਮਲਟੀਪਲ ਵੀਜ਼ਾ ਲੱਗਾ ਸ਼ਾਰਟ ਟਰਮ ਦਾ, ਜਿਹੜਾ ਤੁਹਾਡਾ ਲੜਕਾ ਹੈ ਵਿਕਰਾਂਤ, ਇਹ ਫਿਰ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆਪ ਖੁਦ ਹੋਵੇਗਾ। ਆਪਣੇ ਸਿੱਧੂ ਸਾਹਿਬ, ਆਈ ਥਿੰਕ ਆਈ ਹੈਵ ਟਿਊਸ਼ਨ ਦੈਟ ਹੈ ਜੀ, ਬਿਲਕੁਲ ਇਸੇ ਲਈ ਮੈਨੂੰ ਲੱਗਦਾ ਸਪਾਊਸ ਬੇਸ ਤੇ ਉਹਨਾਂ ਨੂੰ ਵਰਕ ਪਰਮਿਟ ਹੀ ਮਿਲਿਆ ਜੀ, ਵਰਕ ਪਰਮਿਟ ਮਿਲਿਆ ਔਰ ਸ਼ਾਰਟ ਜਿਹੜਾ ਪੀਰੀਅਡ ਮਿਲਿਆ ਜੀ। ਬਸੀ ਸਰ ਸਾਨੂੰ ਉੱਥੋਂ ਹੀ ਡਾਊਟ ਹੋਇਆ ਵੀ ਲੜਕਾ PR ਨਹੀਂ ਹੈਗਾ, ਸਾਨੂੰ ਪਹਿਲਾਂ ਵੀ ਡਾਊਟ ਹੋ ਰਿਹਾ ਸੀ, ਲੇਕਿਨ ਉੱਥੋਂ ਕਲੀਅਰ ਹੋਇਆ ਜਦੋਂ ਇਹਦਾ ਵਰਕ ਪਰਮਿਟ ਆਇਆ। ਚਲੋ ਅਸੀਂ ਫਿਰ ਸਰ ਇਹਨਾਂ ਨੇ 1 ਦਿਨ ਪਹਿਲਾਂ ਇਹਨਾਂ ਨੇ ਬੁਲਾ ਲਿਆ ਵੀ ਅਗਲੇ ਦਿਨ ਫਲਾਈਟ ਹੈ ਜੀ, ਇੱਕਦਮ ਟਿਕਟ ਲੜਕੀ ਨੂੰ ਦਿਖਾਈ ਨਹੀਂ। ਇਹਨਾਂ ਨੇ ਕਿਹਾ ਵੀ ਇਹ ਗੱਲ ਹੈ ਸਰ 5 ਮਾਰਚ ਦੀ ਗੱਲ ਹੈ, 5 ਮਾਰਚ 2018 ਨੂੰ ਇਹਨਾਂ ਨੇ 4 ਮਾਰਚ 2018 ਨੂੰ ਸਾਨੂੰ ਫੋਨ ਕੀਤਾ ਵੀ ਕੱਲ ਤੁਸੀਂ ਆ ਜਾਓ ਇੱਥੇ ਤੇ ਲੜਕੀ ਦੀ ਫਲਾਈਟ ਹੈ ਤੇ ਅਸੀਂ ਇਹਨੂੰ ਭੇਜਣਾ।
ਅਸੀਂ ਕਿਹਾ ਇੱਕਦਮ ਤੁਸੀਂ ਦੱਸ ਰਹੇ ਹੋ ਸਾਨੂੰ ਕੀ ਗੱਲ ਹੋ ਗਈ ਇੱਕਦਮ? ਜੀ। ਕਹਿੰਦੇ ਬਸ ਇਦਾਂ ਹੀ ਹੈ, ਟਿਕਟ ਫਟਾਫਟ ਆਈ ਹੈ ਤੇ ਵੀਜ਼ਾ ਆਇਆ, ਤੁਸੀਂ ਕੱਲ ਆ ਜਾਓ। ਇੱਥੋਂ ਫਿਰ ਸਰ ਅਸੀਂ ਜਗਰਾਉਂ ਤੋਂ ਮੈਂ, ਮੇਰੇ ਪਾਪਾ ਤੇ ਸਿਸਟਰ ਬੜੀ, ਅਸੀਂ ਗਏ ਇਹਨਾਂ ਦੇ ਘਰੇ। ਉੱਥੇ ਲੜਕੀ ਮੁਲਾਣੀ ਸੀਗੀ ਅੰਬਾਲੇ ਸੋਨੀਪਤ, ਤੇ ਅਸੀਂ ਇਹਨੂੰ ਚੜਾਉਣ ਗਏ ਸੀਗੇ। ਤੇ ਉੱਥੇ ਜਾ ਕੇ ਸਰ ਨਵੀਂ ਗੱਲ, ਚਲੋ ਅਸੀਂ ਤਾਂ ਪਹਿਲਾਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਟੈਂਪਰੇਰੀ, ਇੱਕ ਦੋ ਕੁਐਸਚਨ ਅਸੀਂ ਪੁੱਛਿਆ ਇਹਦੇ ਫਾਦਰ ਨੂੰ ਵੀ ਭਾਜੀ ਇੱਕ ਤਾਂ ਟਿਕਟ ਦਿਖਾ ਦਿਓ ਸਾਨੂੰ, ਤੇ ਇਹ ਲੜਕੀ ਦਾ ਟੈਂਪਰੇਰੀ ਵੀਜ਼ਾ ਕਿਉਂ ਲਗਾਇਆ, ਵੀ ਬੜੀ ਰਿਸਪੈਕਟਫੁਲ ਤਰੀਕੇ ਨਾਲ ਵੀ ਥੋੜਾ ਦੱਸ ਦਿਓ ਸਰ ਸਾਨੂੰ ਕਿ ਲੜਕੇ ਦਾ ਕੁਝ ਪੀਆਰ ਦਾ ਇਸ਼ੂ ਤਾਂ ਨਹੀਂ ਹੈ, ਅਗਰ ਹੋ ਸਕੇ ਤਾਂ ਸਾਨੂੰ ਦਿਖਾ ਵੀ ਦਿਓ ਕੁਝ ਪੀਆਰ ਲੜਕੇ ਦੀ। ਸਰ ਇਹਨਾਂ ਨੇ ਇੰਨੀ ਕਲੇਸ਼ ਪਾ ਲਿਆ ਨਾ ਉੱਥੇ, ਇੰਨਾ ਕਲੇਸ਼ ਵਧਾ ਲਿਆ, ਠੀਕ ਹੈ। ਜਿਵੇਂ ਪਹਿਲਾਂ ਹੀ ਪਲਾਨ ਬਣਾ ਕੇ ਬੈਠੇ ਸੀ, ਲੜਕੀ ਨੇ ਸਾਨੂੰ ਦੱਸਿਆ ਕਿ ਇਹਨਾਂ ਨੇ ਤੇ ਮੇਰੀ ਪੈਕਿੰਗ ਨਹੀਂ ਕਰਾਈ, ਹਜੇ ਤੱਕ ਤੁਸੀਂ ਮੈਨੂੰ ਚੜਾਉਣ ਆਏ ਹੋ, ਇਹਨਾਂ ਨੇ ਤਾਂ ਮੇਰੀ ਪੈਕਿੰਗ ਨਹੀਂ ਕਰਾਈ। ਤੇ ਇਹ ਮਤਲਬ ਪ੍ਰੀ ਪਲਾਨ ਬਣਾਇਆ ਹੋਇਆ ਸੀ ਇਹਨਾਂ ਨੇ। ਉਸ ਤੋਂ ਬਾਅਦ ਜਦੋਂ ਅਸੀਂ ਗਏ, ਪਹਿਲਾਂ ਤਾਂ ਪਹੁੰਚੇ ਜਦੋਂ ਮੈਨੂੰ ਤੇ ਪਾਪਾ ਨੂੰ ਪਹਿਲਾਂ ਕਮਰੇ 'ਚ ਲਿਜਾ ਕੇ ਜੇਠ ਤੇ ਇਹਦੇ ਸਹੁਰੇ ਨੇ ਕਿਹਾ ਕਿ ਸਾਨੂੰ 10 ਲੱਖ ਰੁਪਏ ਦਿਓ, ਤੇ ਕੀ ਕਹਿੰਦੇ ਅਸੀਂ ਲੜਕੇ ਨੂੰ ਬਿਜ਼ਨਸ ਕਰਾਉਣਾ, ਅੱਗੇ ਵੀ ਤੁਹਾਨੂੰ ਦੱਸਿਆ ਸੀਗਾ, ਫਿਰ ਤੁਹਾਡੀ ਲੜਕੀ ਬਾਹਰ ਜਾਏਗੀ, ਨਹੀਂ ਤਾਂ ਨਹੀਂ ਜਾਏਗੀ। ਉਸ ਗੱਲ ਤੇ ਵੀ ਸਾਡੀ ਬਹਿਸ ਹੋਈ। ਸਰ ਵੀ ਹੁਣ ਇੱਕ ਖੜੇ ਪੈਰ ਅਸੀਂ 10 ਲੱਖ ਰੁਪਏ ਕਿਵੇਂ ਦੇ ਦਈਏ ਤੁਹਾਨੂੰ, ਅੱਜ ਲੜਕੀ ਦੀ ਫਲਾਈਟ ਆਈ ਇਹ ਉਹ। ਚਲੋ ਜੀ, ਇਹਨਾਂ ਨੇ ਨਾ ਸਾਨੂੰ ਪੀਆਰ ਦਿਖਾਈ, ਨਾ ਕੁਝ ਕਲੇਸ਼ ਪਾ ਲਿਆ, ਨਾ ਇਹਦੇ ਲੜਕੀ ਦਾ ਪਾਸਪੋਰਟ ਦਿੱਤਾ ਤੇ ਨਾ ਹੀ ਇਹਦਾ ਟਿਕਟ ਦਿੱਤਾ, ਸਭ ਕੁਝ ਕੈਨਸਲ ਕਰਾਤਾ। ਉਸ ਤੋਂ ਬਾਅਦ ਸਰ ਫਿਰ ਲੜਕੀ ਨੇ, ਮੈਂ ਤੁਹਾਨੂੰ ਹੁਣ ਦੱਸਦਾ ਕਿ ਕੀ ਗੱਲ ਹੋਈ। 1 ਸਾਲ ਤੱਕ ਜਿਹੜੀ ਲੜਕੀ ਆਪਣੇ ਅੰਦਰ ਦਬਾ ਕੇ ਬੈਠੀ ਸੀ ਸਾਰੀ ਚੀਜ਼ਾਂ, ਉਸ ਦਿਨ ਸਰ ਸਾਰਾ ਕੁਝ ਬਾਹਰ ਆਇਆ ਜਿਸ ਦਿਨ ਅਸੀਂ ਇਹਨੂੰ ਫਲਾਈਟ ਤੇ ਚੜਾਉਣ ਗਏ ਸੀ। ਇਹਨੇ ਲੜਕੀ ਨੇ ਇਕੱਲੀ ਗੱਲ ਦੱਸੀ ਸਾਨੂੰ। ਇਹਦੇ ਸਰ ਸਹੁਰੇ ਨੇ, ਮੈਂ ਪਤਾ ਨਹੀਂ ਹੁਣ ਤੁਹਾਡੇ ਨਾਲ ਲਾਈਵ ਬੈਠਾ ਮੈਨੂੰ ਇਹ ਗੱਲ ਕਰਨੀ ਚਾਹੀਦੀ ਕਿ ਨਹੀਂ, ਇਹਦੇ ਸਹੁਰੇ ਨੇ ਇਹਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਸਰ ਉੱਥੇ। ਓ ਮਾਈ ਗॉड, ਸਹੁਰੇ ਨੇ ਅਸਲੀ ਜਿਹੜਾ ਸਹੁਰਾ ਆ, ਮਤਲਬ ਤੁਹਾਡੀ ਸਿਸਟਰ ਦਾ ਜਿਹੜਾ ਆ ਫਾਦਰ ਇਨ ਲਾ ਆ, ਇਹ ਜਦੋਂ ਹਸਬੈਂਡ ਸੀ ਇਹਦਾ, ਉਸ ਵੇਲੇ ਕੀਤੀਆਂ ਜਾਂ ਬਾਹਰ ਵਿੱਚ ਰਹਿੰਦੀ ਸੀ ਉੱਥੇ? ਨਹੀਂ ਸਰ, ਇਹਦੇ ਹਸਬੈਂਡ ਤਾਂ 15 ਦਿਨ ਦੇ ਅੰਦਰ ਚਲਾ ਗਿਆ ਸੀਗਾ। ਉਸ ਤੋਂ ਬਾਅਦ ਸਰ 4 ਅਗਸਤ 2017 ਦੀ ਗੱਲ ਹੈ। ਇਹਨੂੰ ਇਹਦੀ ਸੱਸ ਤੇ ਸਹੁਰਾ ਇਹਦੇ ਨਾਰਾਇਣਗੜ੍ਹ, ਇਹਦੇ ਅੰਬਾਲੇ ਦੇ ਵਿੱਚ ਨਾਰਾਇਣਗੜ੍ਹ ਪੈਂਦਾ, ਉੱਥੇ ਇਹਦੇ ਹੈਗੇ ਮਾਇਕੇ ਇਹਦੀ ਸੱਸ ਦੇ, ਉੱਥੇ ਲੈ ਗਏ ਸਰ ਰਾਤ ਨੂੰ ਜਾ ਕੇ। ਇੱਥੇ ਉਹਦੇ ਸਹੁਰੇ ਨੇ, ਇਹਦੇ ਸਹੁਰੇ ਅਸ਼ਲੀਲ ਹਰਕਤ ਕੀਤੀ ਸਰ ਇਹਦੇ ਨਾਲ ਗਨ ਪੁਆਇੰਟ ਤੇ। ਗਨ ਪੁਆਇੰਟ ਰੱਖਿਆ? ਹਾਂਜੀ ਸਰ, ਗਨ ਪੁਆਇੰਟ ਦੇ ਉੱਤੇ। ਨਾ ਇਹਨੂੰ ਫਿਰ ਇਹਨਾਂ ਨੇ ਗਨ ਪੁਆਇੰਟ ਰੱਖਣਾ ਇਜ਼ ਨਾਟ ਅਸ਼ਲੀਲ ਹਰਕਤ ਹੈ। ਅਸ਼ਲੀਲ ਹਰਕਤ ਕੇ ਫਿਜ਼ੀਕਲੀ ਟੱਚ ਕੀਤਾ ਇਹਨੂੰ? ਨਹੀਂ, ਮੈਂ ਤੁਹਾਨੂੰ ਦੱਸਦਾ ਸਰ ਕੀ ਹੋਇਆ, ਹੁਣ ਮੈਂ ਤੁਹਾਨੂੰ ਦੱਸ ਹੀ ਦਿੰਦਾ ਸਰ। ਰਾਤ ਨੂੰ ਇਹਦੀ ਸੱਸ ਤੇ ਇਹ ਇਕੱਲੇ ਪਏ ਸੀਗੇ ਪਹਿਲਾਂ ਬੈੱਡ ਤੇ, ਠੀਕ ਹੈ। ਸਹੁਰਾ ਪਿਆ ਸੀ ਦੂਸਰੀ ਸਾਈਡ ਤੇ, ਮੰਜੇ ਤੇ, ਸਾਹਮਣੇ ਵਾਲੀ ਸਾਈਡ ਤੇ ਬੈੱਡ ਤੇ। ਰਾਤ ਨੂੰ ਇਹ ਕਹਿੰਦੀ ਮੇਰੀ ਅੱਖ ਲੱਗ ਗਈ, ਚਲੋ ਸੋ ਗਏ। ਰਾਤ ਨੂੰ ਮੈਨੂੰ ਨਹੀਂ ਪਤਾ ਕਦੋਂ ਮੇਰੇ ਨਾਲ ਸਹੁਰਾ ਆ ਕੇ ਪੈ ਗਿਆ ਤੇ ਸੱਸ ਚਲੀ ਗਈ ਦੂਸਰੇ ਪਾਸੇ। ਇਹਦੀ ਬੋਡੀ ਪਾਰਟ ਤੇ ਇਹਨੂੰ ਕੁਝ ਫੀਲ ਹੋਣ ਲੱਗ ਗਿਆ ਵੀ ਮੈਨੂੰ ਕੋਈ ਹਰਕਤਾਂ ਲੱਗ ਰਹੀਆਂ। ਜਦੋਂ ਹਰਕਤਾਂ ਜ਼ਿਆਦਾ ਵਧਣ ਲੱਗੀਆਂ, ਇਹਨੇ ਫਟਾਫਟ ਰੋਂਦੀ ਨੇ ਚੀਕ ਮਾਰੀ ਤੇ ਆਪਣੀ ਲਾਈਟ ਜਲਾਈ ਮੋਬਾਈਲ ਦੀ। ਇਹਨੇ ਜਦੋਂ ਦੇਖਿਆ ਵੀ ਤੇ ਉਹ ਸਹੁਰਾ ਫਿਰ ਹੋਰ ਜ਼ਿਆਦਾ ਜ਼ਬਰਦਸਤੀ ਕਰਨ ਲੱਗ ਗਿਆ ਸਰ ਇਹਦੇ ਨਾਲ। ਇੱਕ ਮਤਲਬ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸਰ। ਉਦੋਂ ਲਾਈਟ ਜਲਾ ਕੇ ਇਹਨੇ ਘਬਰਾ ਕੇ ਚੀਕ ਮਾਰੀ, ਫਟਾਫਟ ਲਾਈਟ ਜਲਾਈ, ਤੇ ਫਿਰ ਉਹਦੀ ਸੱਸ ਨੇ ਫਟਾਫਟ ਉੱਠ ਕੇ ਇਹਦਾ ਮੂੰਹ ਬੰਦ ਕਰਤਾ ਸਰ, ਮੂੰਹ ਤੇ ਹੱਥ ਰੱਖ ਲਿਆ ਲੜਕੀ ਦੇ, ਠੀਕ ਹੈ, ਵੀ ਤੂੰ ਕੁਛ ਨਹੀਂ ਬੋਲੇਂਗੀ, ਚੁੱਪ ਕਰ ਜਾ। ਉੱਥੇ ਸਾਰੇ ਲਾਈਟ ਲੂਈਟ ਆਨ ਕਰਕੇ, ਚਲੋ ਉਸ ਤੋਂ ਬਾਅਦ ਤਾਂ ਉਹਨੇ ਸਹੁਰੇ ਨੂੰ ਪਰੇ ਕਰਤਾ ਇਹਦੀ ਸੱਸ ਨੇ। ਲੇਕਿਨ ਇੱਕ ਵਾਰੀ ਤਾਂ ਮਤਲਬ ਉਸ ਤੋਂ ਬਾਅਦ ਇਹਨੇ ਫਿਰ ਸੱਸ ਨੇ ਇਹਨੂੰ ਕਿਹਾ ਵੀ ਜੋ ਵੀ ਗੱਲ ਹੈ ਹੁਣ ਤੂੰ ਚੁੱਪ ਕਰ ਜਾ ਤੇ ਤੇਰੇ ਨਾਲ ਸਵੇਰੇ ਗੱਲ ਕਰਾਂਗੇ, ਠੀਕ ਹੈ। ਸਵੇਰੇ ਸਰ ਇਹਨਾਂ ਨੇ ਇਹਨੂੰ ਕਮਰੇ 'ਚ ਪਹਿਲਾਂ ਲੈ ਗਈ ਸੱਸ, ਅਲੱਗ ਉੱਥੇ ਹੀ ਸੀਗੇ ਹਜੇ ਮਾਇਕੇ ਦੇ ਵਿੱਚ ਹੀ, ਕਮਰੇ 'ਚ ਇਹਨੂੰ ਲੈ ਗਈ ਸੱਸ, ਤੇ ਉਧਰੋਂ ਇਹਦਾ ਸਹੁਰਾ ਆ ਗਿਆ। ਦੋਨੇ ਜਣੇ ਇਹਨੂੰ ਰੂਮ 'ਚ ਬੰਦ ਕਰਕੇ, ਸਹੁਰੇ ਨੇ ਆਪਣੀ ਰਿਵਾਲਵਰ ਕੱਢ ਲਈ ਸਰ, ਠੀਕ ਹੈ, ਤੇ ਆਪਣੇ ਸਿਰ ਦੇ ਉੱਪਰ ਰਿਵਾਲਵਰ ਰੱਖ ਲਈ। ਕੁੜੀ ਦੇ ਸਿਰ ਤੇ ਨਹੀਂ ਰੱਖੀ ਸੀ ਉਹਨੇ ਰਿਵਾਲਵਰ, ਮੈਂ ਗਲਤ ਨਹੀਂ ਕਹੂੰਗਾ, ਲੇਕਿਨ ਸਹੁਰੇ ਨੇ ਆਪਣੇ ਸਿਰ ਤੇ ਰਿਵਾਲਵਰ ਰੱਖ ਕੇ ਇਹਨੂੰ ਮਤਲਬ ਡਰਾਇਆ ਪੂਰੇ ਤਰੀਕੇ ਨਾਲ, ਸੱਸ ਤੇ ਸਹੁਰੇ ਨੇ, ਵੀ ਅਗਰ ਤੂੰ ਇਹ ਗੱਲ ਕਿਸੇ ਨੂੰ ਦੱਸੀ ਤਾਂ ਮੇਰੀ ਜ਼ਿੰਦਗੀ ਹੋ ਜਾਣੀ ਬਰਬਾਦ, ਤੇ ਵਿਕਰਾਂਤ ਨਾਲ ਮੇਰਾ ਮੁੰਡੇ ਨੇ ਮੇਰਾ ਮੂੰਹ ਨਹੀਂ ਦੇਖਣਾ, ਤੇ ਤੂੰ ਇਹ ਗੱਲ ਕਿਸੇ ਨੂੰ ਦੱਸਣੀ ਨਹੀਂ ਹੈਗੀ, ਤੇ ਨਹੀਂ ਤਾਂ ਮੈਂ ਆਪਣੇ ਆਪ ਨੂੰ ਮਾਰ ਲੂੰਗਾ ਤੇ ਤੇਰੇ ਘਰਦਿਆਂ ਨੂੰ ਵੀ ਮਾਰ ਦੂੰਗਾ। ਸਹੁਰੇ ਨੇ ਇਹ ਗੱਲ ਕੀਤੀ। ਇਹ ਸਹੁਰਾ ਜਿਹੜਾ ਕਿੰਨੀ ਉਮਰ ਦਾ ਹੈ? ਇਹਦੀ ਉਮਰ ਕਿੰਨੀ ਹੈ? ਸਰ ਸਹੁਰੇ ਦੀ ਹੋਏਗੀ 52 ਏਜ ਹੋਏਗੀ ਸਰ। 52 ਸਾਲ ਦੀ ਉਮਰ ਦੇ ਵਿੱਚ ਇਹਨੇ ਐਸੀ ਹਰਕਤ ਕੀਤੀ। ਜਿਹੜੀ ਨੋਹਾਂ ਹੁੰਦੀਆਂ ਨੇ, ਧੀਆਂ ਹੁੰਦੀਆਂ ਨੇ, ਤੇ ਧੀਆਂ ਦੇ ਨਾਲ ਇਹਨੇ ਅਸ਼ਲੀਲ ਹਰਕਤ ਜਿਹੜੀ ਕਰਨ ਦੀ ਕੋਸ਼ਿਸ਼ ਕੀਤੀ। ਲੈਟ ਮੀ ਆਈ ਹੈਵ ਟੂ ਸਪੀਕ ਟੂ ਯੂਰ ਸਿਸਟਰ। ਆਈ ਕੈਨ ਪ੍ਰੋਸੀਡ ਦਿਸ ਮੈਟਰ ਕਿਉਂਕਿ ਲੀਗਲ ਪੈਨਲ ਵੱਲੋਂ ਮੈਨੂੰ ਈਮੇਲ ਆਈ ਆ। ਮੇਰਾ ਇੱਕ ਕੁਐਸਚਨ ਤੁਹਾਡੀ ਸਿਸਟਰ ਨੂੰ ਜ਼ਰੂਰ ਹੋਵੇਗਾ। ਡਜ਼ਨਟ ਮੈਟਰ ਕਿ she can't even talk to me and she have to talk to me right now for 1 minute please. Otherwise we have to stop this show ਕਿਉਂਕਿ ਲੀਗਲ ਪੈਨਲ ਵੱਲੋਂ ਇੱਕ ਕੁਐਸਚਨ ਜਿਹੜਾ ਮੈਨੂੰ ਰੇਜ਼ ਕੀਤਾ ਗਿਆ I have to ask please. Yeah, ਬੇਟੇ ਗੱਲ ਕਰ, ਉਹਨਾਂ ਨੇ ਕਿਹਾ I have to be, otherwise the story can't be proceed please. ਕਰ ਲਓ ਸਰ ਗੱਲ। Yeah, ਹੈਲੋ, sorry to ask you, tell me truth ਕਿ ਤੁਹਾਡੇ ਸਹੁਰੇ ਜੀ ਨੇ ਤੁਹਾਡੇ ਬੈੱਡ ਤੇ ਆਣ ਕੇ ਤੁਹਾਡੇ ਨਾਲ ਫਿਜ਼ੀਕਲੀ ਰਿਲੇਸ਼ਨ ਜ਼ਬਰਦਸਤੀ ਬਣਾ ਚੁੱਕਾ ਸੀ ਜਾਂ ਬਣਾਉਣ ਦੀ ਕੋਸ਼ਿਸ਼ ਵਿੱਚ ਸੀਗਾ? ਜਸਟ ਟੈਲ ਮੀ ਦਿਸ ਪਾਰਟ, ਨਥਿੰਗ ਐਲਸ। ਸਰ ਕੋਸ਼ਿਸ਼ ਵਿੱਚ ਸੀਗਾ।
ਕੋਸ਼ਿਸ਼ ਵਿੱਚ ਸੀਗਾ ਤੁਹਾਨੂੰ ਉਹਨੇ ਫਿਜ਼ੀਕਲੀ ਤੁਹਾਡੀ ਬਾਡੀ ਨੂੰ ਟੱਚ ਕੀਤਾ ਹਾਂਜੀ ਹਾਂਜੀ ਸਰ ਪੂਰਾ ਤੁਹਾਡੀ ਬਾਡੀ ਨੂੰ ਪੂਰਾ ਟੱਚ ਕੀਤਾ ਹਾਂਜੀ ਸਰ ਕਿੰਨਾ ਸਮਾਂ ਟੱਚ ਕਰਦਾ ਰਿਹਾ ਉਹਨੂੰ ਸ਼ਰਮ ਨਹੀਂ ਆਈ ਕਿ ਤੂੰ ਉਹਦੀ ਧੀ ਆ ਕਿੰਨਾ ਸਮਾਂ ਟੱਚ ਕਰਦਾ ਰਿਹਾ ਤੁਹਾਡੀ ਬਾਡੀ ਨੂੰ ਸੱਸ ਮੇਰੀ ਅੱਧੀ ਰਾਤ ਨੂੰ ਹੱਥ ਕਿਉਂ ਮਾਰੀ ਜਾਂਦੀ ਹੈ ਕਿਉਂਕਿ ਮੇਰੇ ਕੋਲ ਪਹਿਲਾਂ ਤਾਂ ਸੱਸ ਪਈ ਸੀ ਮੈਨੂੰ ਨਹੀਂ ਪਤਾ ਕਦੋਂ ਚੇਂਜ ਕਰ ਲਈ ਇਹਨਾਂ ਨੇ ਸੀਟ ਉੱਥੇ ਆਰਵ ਵਿੱਚ ਸੀਗਾ ਸਾਡੇ ਨਾਲ ਛੋਟਾ ਬੱਚਾ ਉਹ ਮੰਜੇ ਤੇ ਪਏ ਸੀ ਦੋਨੋਂ ਇਹਨਾਂ ਨੇ ਪਤਾ ਨਹੀਂ ਕਦੋਂ ਚੇਂਜ ਕਰ ਲਈ ਸੀਟ ਤੇ ਮੈਂ ਕਿਹਾ ਸੱਸ ਪਤਾ ਨਹੀਂ ਕੀ ਹੋ ਗਿਆ ਇਹਨੂੰ ਹੱਥ ਪੈਰ ਮਾਰੀ ਜਾਂਦੀ ਹੈ ਮੇਰੇ ਜਦੋਂ ਮੈਂ ਉੱਠ ਕੇ ਦੇਖਿਆ ਜ਼ਿਆਦਾ ਹੋਣ ਲੱਗੀ ਫਿਰ ਮੈਂ ਮੋਬਾਈਲ ਦੀ ਲਾਈਟ ਜਲਾਈ ਫਿਰ ਸੱਸ ਨੇ ਮੈਂ ਦੱਸਿਆ ਉਹਨੂੰ ਸਾਰਾ ਕੁਝ ਤੇ ਉਹਨੇ ਮੂੰਹ ਬੰਦ ਕਰਤਾ ਮੇਰਾ ਇੱਕਦਮ ਕਹਿੰਦੀ ਸਵੇਰੇ ਗੱਲ ਕਰਾਂਗੇ ਉੱਠ ਕੇ ਤੇ ਜਦੋਂ ਸਵੇਰੇ ਗੱਲ ਕੀਤੀ ਤੇ ਕਹਿੰਦੀ ਤੂੰ ਕਿਸੇ ਨੂੰ ਦੱਸਣਾ ਨਹੀਂ ਤਾਂ ਮੇਰਾ ਘਰ ਉਜੜ ਜਾਊਗਾ ਵਿਕਰਾਂਤ ਨੂੰ ਅਸੀਂ ਬੂਦ ਖਾ ਲਿਆ ਇੱਕ ਦਿਨ ਬਾਅਦ ਵੀ ਓ ਮਾਈ ਗॉड ਇਹ ਤਾਂ ਨਾਰਾਇਣਗੜ੍ਹ ਦੀ ਗੱਲ ਹੈ ਤੇ ਮੁਲਾਣਾ ਚ ਵੀ ਇਹ ਮੈਨੂੰ ਨੀਚੇ ਹੀ ਸਵਾਉਂਦੇ ਸੀ ਆਪਣੇ ਰੂਮ ਚ ਸੱਸ ਤੇ ਸੋਹਰਾ ਉੱਥੇ ਵੀ ਇਹ ਮੇਰੇ ਪੈਰਾਂ ਨਾਲ ਛੇੜਖਾਨੀ ਕਰਦੇ ਹੀ ਰਹਿੰਦਾ ਸੀ ਮੈਨੂੰ ਲੱਗਦਾ ਸੀ ਕਿ ਵੈਸੇ ਹੀ ਗਲਤੀ ਨਾਲ ਹੱਥ ਲੱਗ ਗਿਆ ਹੋਊਗਾ ਰਾਤ ਨੂੰ ਤੇ ਮੰਜੇ ਤੇ ਬੈਠਦਾ ਸੀ ਅਸੀਂ ਬੈੱਡ ਤੇ ਮੇਰੇ ਪੈਰਾਂ ਨਾਲ ਛੇੜਖਾਨੀ ਕਰਦਾ ਹੀ ਰਹਿੰਦਾ ਸੀ ਫਿਰ ਜਦੋਂ ਨਾਰਾਇਣਗੜ੍ਹ ਹਰਕਤ ਕੀਤੀ ਉਦੋਂ ਮੈਂ ਸਮਝੀ ਕਿ ਇਹ ਜਾਣਬੁੱਝ ਕੇ ਕਰ ਰਿਹਾ ਸੀ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਵਾਪਸ ਮੁਲਾਣਾ ਹੈ ਉਦੋਂ ਪਲੀਜ਼ ਪਰਲੇ ਜਾ ਕੇ ਮੈਨੂੰ ਤੇ ਸੋਰੇ ਨੇ ਗਨ ਪੁਆਇੰਟ ਤੇ ਰੱਖ ਕੇ ਗਿਆ ਵੀ ਤੂੰ ਕਿਸੇ ਨੂੰ ਕੁਝ ਨਹੀਂ ਦੱਸੇਗੀ ਮੇਰਾ ਘਰ ਉਜੜ ਜਾਊਗਾ ਜੇ ਤੂੰ ਆਪਣਾ ਮੂੰਹ ਖੋਲਿਆ ਤੁਸੀਂ ਇਹ ਪੁਲਿਸ ਨੂੰ ਇਨਫੋਰਮ ਕੀਤਾ ਇੱਥੇ ਆਪਣੇ ਪੰਜਾਬ ਪੁਲਿਸ ਤੁਹਾਡੇ ਐਸਐਸਪੀ ਬੜੇ ਅੱਛੇ ਨੇ ਜਗਰਾਉਂ ਦੇ ਮਿਸਟਰ ਸੋਨੀ ਅਸੀਂ ਸਾਰੇ ਕਿਤੇ ਕੇਸ ਲਾਏ ਪਹਿਲਾਂ ਐਨਆਰਆਈ ਸਾਈਡ 'ਚ ਵੀ ਲਾਇਆ ਉਹਨਾਂ ਨੇ ਸਾਡੀ ਐਫਆਈਆਰ ਕਰਵਾਈ ਇੱਥੇ ਹੁਣ ਲੁਧਿਆਣੇ ਵੀ ਲੱਗਿਆ ਸਾਡਾ ਜਗਰਾਉਂ ਵੀ ਲੱਗਿਆ ਬਹੁਤ 3 ਸਾਲ ਹੋ ਗਏ ਕੇਸ ਚੱਲਦੇ ਨੂੰ ਕੋਈ ਕੁਝ ਨਹੀਂ ਕਰ ਰਿਹਾ ਕਿਉਂਕਿ ਇਹਨਾਂ ਦੇ ਪੋਲੀਟੀਸ਼ੀਅਨ ਦਬਾਅ ਹੈ ਉੱਪਰੋਂ ਪੂਰਾ ਪ੍ਰੈਸ਼ਰ ਪਾਇਆ ਸੋ ਜਿਹੜੇ ਜਗਰਾਉਂ ਦੇ ਐਸਐਸਪੀ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਹਾਲੇ ਤਾਈਂ ਸਰ ਐਸਐਸਪੀ ਨੂੰ ਛੱਡੋ ਵੱਡੇ ਡੀਆਈਜੀ ਕਿਸੇ ਨੇ ਕੋਈ ਐਕਸ਼ਨ ਨਹੀਂ ਲਿੱਤਾ ਨੋ ਇਹ ਰਿਸਪੌਂਸਿਬਿਲਟੀ ਕਿਉਂਕਿ ਜਿਹੜਾ ਕੇਸ ਹੈ 3 ਸਾਲ ਪੁਰਾਣਾ ਆ ਉਸ ਵੇਲੇ ਐਸਐਸਪੀ ਸੋਨੀ ਜੀ ਨੇ ਸੀਗੇ ਹੋਰ ਸੀਗੇ ਇਹ ਬੜੇ ਇੰਟੈਲੀਜੈਂਟ ਪੁਲਿਸ ਅਫਸਰ ਨੇ ਔਰ ਇਹਨਾਂ ਦਾ ਬੜਾ ਸਤਿਕਾਰ ਹੈ ਔਰ ਤੁਹਾਡੀ ਫਾਈਲ ਜਿਹੜੀ ਆ ਉਸ ਵੇਲੇ ਐਸਐਸਪੀ ਕੌਣ ਸੀਗੇ ਐਸਐਸਪੀ ਸ਼ਾਇਦ ਬਰਿੰਦਰ ਸਿੰਘ ਸੀਗੇ ਸ਼ਾਇਦ ਸਭ ਤੋਂ ਪਹਿਲਾਂ ਜਾਂ ਪਤਾ ਨਹੀਂ ਬਰਾੜ ਸਰ ਹੁਣ ਮੈਨੂੰ ਯਾਦ ਨਹੀਂ ਸਾਡੇ ਕੋਲ ਪੂਰੀ ਫਾਈਲਾਂ ਪਈਆਂ ਰਿਪੋਰਟਸ ਪਈਆਂ ਓਕੇ ਸੋ ਤੁਹਾਡੇ ਸਹੁਰੇ ਨੇ ਤੁਹਾਨੂੰ ਫਿਜ਼ੀਕਲੀ ਟੱਚ ਕੀਤਾ ਹੈ ਬੈੱਡ ਤੇ ਉਸ ਰਾਤ ਨੂੰ ਹਾਂਜੀ ਸਰ ਤੁਹਾਡੇ ਸਹੁਰੇ ਨੇ ਤੁਹਾਨੂੰ ਫਿਜ਼ੀਕਲੀ ਟੱਚ ਕੀਤਾ ਤੁਹਾਡੀ ਬਾਡੀ ਨੂੰ ਰਾਤ ਨੂੰ ਹਾਂਜੀ ਸਰ ਹਾਂਜੀ ਕਿੰਨਾ ਸਮਾਂ ਟੱਚ ਕਰਦੇ ਰਿਹਾ ਕਿੰਨੇ ਮਿੰਟ ਟੱਚ ਕਰਦੇ ਦੈਨ ਯੂ ਫੀਲ ਕਿ ਇਹ ਸਮਥਿੰਗ ਗੋਇੰਗ ਔਨ ਸਰ ਹੁਣ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਵੈਸੇ ਸਰ 12 ਵਜੇ ਦਾ ਟਾਈਮ ਸੀ ਉਦੋਂ 12:15 ਦਾ ਨਹੀਂ ਕਿੰਨਾ ਟਾਈਮ ਲਗਾਤਾਰ ਕਿੰਨਾ ਸਮਾਂ ਟੱਚ ਕਰਦੇ ਰਹੇ ਬਾਡੀ ਨੂੰ 2 ਮਿੰਟ 1 ਮਿੰਟ ਕਿੰਨਾ ਸਮਾਂ ਮੇਰੀ 5-10 ਮਿੰਟ ਮੈਂ ਗਹਿਰੀ ਨੀਂਦ ਵਿੱਚ ਸੀਗੀ ਉਦੋਂ ਤੇ 5-10 ਮਿੰਟ ਮੈਂ ਫੀਲ ਕਰ ਰਹੀ ਸੀ ਵੀ ਮੈਂ ਕਿਹਾ ਸੱਸ ਪਤਾ ਨਹੀਂ ਕਿਉਂ ਹੱਥ ਮਾਰੀ ਜਾਂਦੀ ਹੈ ਕੀ ਗੱਲ ਹੋਈ ਔਰ ਜੋ ਤੁਸੀਂ ਸੋਚਿਆ ਕਿ ਤੁਹਾਡੀ ਸੱਸ ਦੇ ਵੱਲੋਂ ਤੁਹਾਡੀ ਬਾਡੀ ਨੂੰ ਟੱਚ ਕੀਤਾ ਜਾ ਰਿਹਾ ਕਿਉਂਕਿ ਤੁਹਾਡੇ ਨਾਲ ਪਹਿਲਾਂ ਸੱਸ ਪਈ ਸੀਗੀ ਤੁਹਾਨੂੰ ਪਤਾ ਲੱਗਿਆ ਕਿ ਤੁਹਾਡੇ ਬੈੱਡ ਤੇ ਹੁਣ ਇਹ ਸੱਸ ਦੇ ਬਦਲ ਕੇ ਮੇਰੇ ਕੋਲ ਇਹਦਾ ਮਤਲਬ ਕਿ ਸੱਸ ਨੇ ਹੀ ਸਹੁਰੇ ਨੂੰ ਪਾਇਆ ਤੁਹਾਡੇ ਨਾਲ ਬਿਲਕੁਲ ਮਿਲੀ ਹੋਈ ਹੈ ਜੀ ਸਰ ਉਹੀ ਕਰਵਾ ਰਹੀ ਹੈ ਸਭ ਕੁਝ ਉਹਨੇ ਬੈੱਡ ਚੇਂਜ ਕੀਤਾ ਨਹੀਂ ਤਾਂ ਉਹਨੂੰ ਨਹੀਂ ਪਤਾ ਕਿ ਇੱਕ ਨੂੰਹ ਨੂੰ ਸਹੁਰੇ ਨਾਲ ਪਾਈਦਾ ਕਦੇ ਨਹੀਂ ਤੁਸੀਂ ਬੈੱਡ ਜਿਹੜਾ ਤੁਸੀਂ ਚੇਂਜ ਕੀਤਾ ਜਾਂ ਸੱਸ ਉੱਠ ਕੇ ਬੈੱਡ ਤੋਂ ਗਈ ਸੀ ਨਹੀਂ ਸਰ ਇੱਕ ਉੱਥੇ ਰੂਮ 'ਚ ਇੱਕ ਮੰਜਾ ਸੀਗਾ ਇੱਕ ਬੈੱਡ ਸੀਗਾ ਬੈੱਡ ਤੇ ਮੈਂ ਤੇ ਮੇਰੀ ਸੱਸ ਪੈ ਗਏ ਸੀ ਪਹਿਲਾਂ ਜਦੋਂ ਸਾਰੇ ਸੋ ਗਏ ਉੱਥੇ ਠੀਕ ਹੈ ਉਸ ਤੋਂ ਬਾਅਦ ਮੰਜੇ ਤੇ ਨਾਲ ਹੀ ਮੰਜਾ ਸੀਗਾ ਬੈੱਡ ਦੇ ਉੱਥੇ ਸੋਹਰਾ ਪਿਆ ਸੀ ਇਹਨਾਂ ਦੋਨਾਂ ਨੇ ਰਾਤ ਨੂੰ ਐਕਸਚੇਂਜ ਕਰ ਲਿਆ ਉਹ ਮੇਰੇ ਕੋਲ ਆ ਗਿਆ ਮੈਂ ਤਾਂ ਬੈੱਡ ਤੇ ਹੀ ਪਈ ਸੀ ਸੱਸ ਮੰਜੇ ਤੇ ਚਲੀ ਗਈ ਆਹ ਤੁਸੀਂ ਮਤਲਬ ਸੇਮ ਬੈੱਡ ਤੇ ਸੀਗੇ ਸੱਸ ਜਿਹੜੀ ਹੈ ਮੰਜਾ ਛੱਡ ਕੇ ਦੂਜੇ ਚਲ ਗਈ ਔਰ ਰੂਮ ਇੱਕ ਸੀਗਾ ਹਾਂਜੀ ਰੂਮ ਇੱਕ ਸੀਗਾ Anyways, ਉਹ ਵੀ ਨਾਰਾਇਣਗੜ੍ਹ ਸੱਸ ਦੇ ਪੇਕੇ ਹੈ ਉੱਥੇ ਮਾਈ ਗॉड ਓਕੇ ਹੋਲਡ ਔਨ ਅਸੀਂ ਜਿਹੜੇ ਟ੍ਰਾਂਟੋ ਦੇ ਲੋਕ ਨੇ ਉਹ ਹੋਲਡ ਰੱਖੋ ਲਾਈਨ ਨੂੰ ਔਰ ਅਸੀਂ ਤੁਹਾਡੇ ਸੇ ਵਿੱਚ ਔਰ ਫਿਰ ਇੱਕ ਦਿਨ ਹੋਰ ਉਸ ਤੋਂ ਬਾਅਦ ਕਾਫੀ ਟਾਈਮ ਬਾਅਦ ਸਵੇਰ ਮਾਰਨਿੰਗ ਦੇ 4 ਵਜੇ ਜਦੋਂ ਉਦੋਂ ਜਠਾਣੀ ਵੀ ਨਹੀਂ ਸੀਗੀ ਮੇਰੀ ਘਰੇ ਉਹ ਪੇਕੇ ਘਰ ਗਈ ਹੋਈ ਸੀ ਆਪਣੇ ਯਮੁਨਾ ਨਗਰ ਤੇ ਉਦੋਂ ਵੀ ਇਹ ਸਵੇਰ 4 ਵਜੇ ਆਇਆ ਸੱਸ ਕੈਨੇਡਾ ਸੀਗੀ ਉਦੋਂ ਕੱਲਾ ਜੇਠ ਤੇ ਸੋ ਰਹੀ ਸੀਗਾ ਘਰੇ ਤੇ ਇਹ ਸਵੇਰ 4 ਵਜੇ ਆਏ ਉੱਪਰ ਇਹਨਾਂ ਨੇ ਨੋਕ ਕੀਤਾ ਮੈਂ ਦਰਵਾਜ਼ਾ ਖੋਲਿਆ ਨਹੀਂ ਉਦੋਂ ਹੀ ਮੈਂ ਨਾਲ ਹੀ ਵਿਕਰਾਂਤ ਨੂੰ ਮੈਸੇਜ ਕੀਤਾ ਮੈਂ ਕਿਹਾ ਤੁਹਾਡੇ ਪਾਪਾ ਆਏ ਆ ਬਾਹਰ ਖੜੇ ਆ ਉਹਨਾਂ ਨੇ ਕਹਿਤਾ ਓਕੇ ਬਸ ਓਕੇ ਕਹਿ ਕੇ ਛੱਡਤਾ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਕੋਈ ਰਿਪਲਾਈ ਨਹੀਂ ਕੁਝ ਨਹੀਂ ਕੋਈ ਐਕਸ਼ਨ ਨਹੀਂ 4 ਵਜੇ अर्ਲੀ ਮਾਰਨਿੰਗ ਤੁਹਾਡੇ ਡੋਰ ਤੇ ਆ ਜਾਣਾ ਸਹੁਰੇ ਦਾ ਕੀ ਮੀਨਸ ਕੀ ਸੀਗਾ ਬੈਡ ਅਟੈਂਸ਼ਨ ਉਦੋਂ ਮੈਂ ਮੁਲਾਣਾ ਸੀਗੀ ਸਰ
ਉਦੋਂ ਵਿਸ਼ਾਲ ਨਾਮ ਹੈ ਮੇਰੇ ਜੇਠ ਦਾ, ਉਹ ਨੀਚੇ ਸੀਗਾ, ਸੱਸ ਕੈਨੇਡਾ ਸੀਗੀ, ਜੇਠਾਣੀ ਯਮੁਨਾ ਨਗਰ ਗਈ ਹੋਈ ਸੀ। ਨਹੀਂ 4 ਵਜੇ ਰਾਤ ਨੂੰ ਜਾਂ 4 ਵਜੇ ਸ਼ਾਮ ਨੂੰ? ਨਹੀਂ ਮਾਰਨਿੰਗ ਸਰ, ਸਵੇਰੇ। ਔਰ 4 ਵਜੇ ਮਾਰਨਿੰਗ ਤੁਹਾਡੀ ਡੋਰ ਤੇ ਤੁਹਾਡੇ ਸਹੁਰੇ ਦਾ ਆਉਣ ਦਾ ਕਾਰਨ ਕੀ ਸੀਗਾ? ਸੋ ਇਟ ਮੀਨਸ ਕੋਈ ਬੈਡ ਅਟੈਂਸ਼ਨ ਸੀਗੀ? ਹਾਂਜੀ ਸਰ ਬਿਲਕੁਲ, ਤੇ ਮੈਂ ਸੱਸ ਨੂੰ ਵੀ ਦੱਸੀ ਹੋਈ ਹੈ ਸਾਰੀ ਗੱਲ। ਉਦੋਂ ਵੀ ਉਹ 4 ਵਜੇ ਮੇਰੇ ਰੂਮ ਦੇ ਬਾਹਰ ਆਏ, ਇੱਕ ਰਾਤ ਨੂੰ ਵੀ ਉਦੋਂ ਹੀ ਮੈਸੇਜ ਕੀਤਾ। ਕੋਈ ਇਹਨਾਂ ਨੇ ਇਹ ਤੁਸੀਂ ਦੋਸ਼ ਲਾ ਰਹੇ ਹੋ ਜਾਂ ਸੱਚ ਕਹਿ ਰਹੇ ਹੋ? ਸਰ ਨਹੀਂ, ਇਹ ਜੋ ਮੇਰੇ ਨਾਲ ਹੋਇਆ ਮੈਂ ਉਹ ਦੱਸ ਰਹੀ ਹਾਂ ਤੁਹਾਨੂੰ ਸਰ। ਤੁਸੀਂ ਲਾਈਨ ਹੋਲਡ ਰੱਖੋ ਔਰ ਅਸੀਂ ਲਾਈਨ ਹੋਲਡ ਰੱਖੋ, ਅਸੀਂ ਸਾਡੇ ਕਾਲਰ ਜਿਹੜੇ ਜੱਜਮੈਂਟ ਕਰਨਗੇ। ਪਲੀਜ਼ ਸਟੈਂਡ ਬਾय ਔਰ ਸਾਨੂੰ ਇਨਸਾਫ ਦਿਵਾਉਂਦੇ ਆ ਸਾਡੇ ਸੁਣਨ ਵਾਲੇ ਸਰੋਤ ਜਿਹੜੇ ਨੇ, ਔਰ ਸਾਨੂੰ ਇਨਸਾਫ ਦਿਵਾਉਂਦੇ ਆ। ਮੈਂ ਐਨਆਰਏ ਹੈਲਪਲਾਈਨ ਨਾਲ ਗੱਲਬਾਤ ਕਰਾਂਗਾ, ਸਾਡੇ ਡੀਜੀਪੀ ਨਾਲ, ਮਿਸਟਰ ਰਾਏ ਨਾਲ ਔਰ ਕਾਲੜਾ ਸਾਹਿਬ ਨਾਲ। ਉਸ ਤੋਂ ਬਾਅਦ ਤੁਹਾਡੇ ਜਿਹੜੇ ਲੋਕਲ ਐਸਐਸਪੀ ਜਿਹੜੇ ਬੜੇ ਸਿਆਣੇ ਨੇ, ਔਰ ਕਿਉਂਕਿ ਇਹ ਕੇਸ ਤੁਹਾਡਾ ਪੁਰਾਣਾ ਹੈ ਔਰ ਐਸਐਸਪੀ ਨੂੰ ਉਹਨਾਂ ਨੂੰ ਹਾਲੇ ਸ਼ਿਫਟ ਹੋਇਆ ਨੂੰ ਕੁਝ ਮਹੀਨੇ ਹੋਏ ਨੇ। ਜਸਟ ਵੇਟ, ਸਾਡੇ ਕਾਲਰਸ ਜਿਹੜੇ ਨੇ ਉਹ ਆਪਣਾ ਮਾਈਂਡ ਤੁਹਾਡੇ ਨਾਲ ਸਾਂਝਾ ਕਰਨਗੇ। ਪਲੀਜ਼ ਸਟੈਂਡ ਬਾय, ਲਾਈਨ ਹੋਲਡ ਰੱਖੋ ਪਲੀਜ਼। ਉਹਨਾਂ ਵਿੱਚ ਜਿਹੜੀ ਫਰੀडम ਆਫ ਸਪੀਚ ਜਿਹੜਾ ਸ਼ੋਅ ਹੈ ਸਾਡਾ ਇਹ ਪੈਨਲ ਇਸ ਨੂੰ ਵਾਚ ਕਰਦਾ ਹੈ ਔਰ ਪੈਨਲ ਵੱਲੋਂ ਕਈ ਰਿਕੁਐਸਟ ਰੇਜ਼ ਹੁੰਦੇ ਨੇ ਕਿ ਇਸ ਵੇਲੇ ਇਹ ਜਿਹੜੀ ਦਿਵਿਆ ਜੈਨ ਔਰ ਇਹਨਾਂ ਦੇ ਬ੍ਰਦਰ ਸਾਹਿਲ ਜੈਨ ਇਨ ਦ ਸਟੋਰੀ ਵਨ ਸਾਈਡਡ ਹੈ। ਇਹਨਾਂ ਵੱਲੋਂ ਦੋਸ਼ ਨੇ, ਇਹ ਨਾ ਹੋਣ ਕਿ ਸਾਰੇ ਝੂਠੇ ਦੋਸ਼ ਹਨ, ਜਿਸ ਕਰਕੇ ਸਾਡਾ ਸਵਾਲ ਪੁੱਛਣ ਦਾ ਵਾਰ-ਵਾਰ ਇਹੀ ਕਾਰਨ ਹੈ ਕਿ ਆਪਣੇ ਮੇਕ ਸ਼ੋਰ ਕਈ ਵਾਰੀ ਬੰਦਾ ਜਦੋਂ ਗੱਲ ਕਰਦਾ ਹੈ ਤਾਂ ਜੇ ਗੱਲ ਝੂਠੀ ਹੁੰਦੀ ਤਾਂ ਸੈਕੰਡ ਟਾਈਮ ਗੱਲ ਦਾ ਜਵਾਬ ਦੇਣ ਲੱਗਾ ਉਹ ਜਿਹੜਾ ਉੱਕ ਜਾਂਦਾ ਹੈ ਜਾਂ ਫਿਰ ਉਹ ਟਵਿਸਟ ਕਰ ਜਾਂਦਾ ਹੈ ਜਾਂ ਫਿਰ ਉਹ ਆਪਣੀ ਸਟੋਰੀ ਚੇਂਜ ਕਰ ਜਾਂਦਾ, ਜਿਸ ਕਰਕੇ ਇਹ ਸਵਾਲ ਪੁੱਛਣੇ ਤਾਂ ਨਹੀਂ ਚਾਹੀਦੇ ਪਰ ਸਾਨੂੰ ਪੁੱਛਣੇ ਪੈਂਦੇ ਆ ਕਿਉਂਕਿ ਇਹ ਜਿਹੜੀ ਫਰੀडम ਆਫ ਸਪੀਚ ਹੈ ਇਹਦੇ ਵਿੱਚ ਅਸੀਂ ਵੈਰੀ ਕਲੋਜ਼ਲੀ ਜਾ ਕੇ ਅਸੀਂ ਇੰਟਰਵਿਊ ਨੂੰ ਇਨਵੈਸਟੀਗੇਟ ਕਰਦੇ ਹਾਂ। ਸੋ ਕੀਪ ਇਨ ਮਾਈਂਡ ਔਰ ਸਾਡੀ ਇੱਕ ਧੀ ਹੈ, ਅਸੀਂ ਇਹਦਾ ਸਤਿਕਾਰ ਕਰਦੇ ਹਾਂ, ਪਰ ਸ਼ਰਮ ਵਾਲੀ ਗੱਲ ਹੈ ਕਿ ਜੇ ਇਸ ਗੱਲ ਸੱਚੀ ਆ ਤਾਂ ਇਹ ਸ਼ਰਮ ਵਾਲੀ ਗੱਲ ਹੈ ਸਾਡੇ ਸਮਾਜ ਦੇ ਵਾਸਤੇ। ਜਿਹੜੀ ਨੋਹਾਂ ਹੁੰਦੀਆਂ ਨੇ ਉਹ ਧੀਆਂ ਹੁੰਦੀਆਂ ਨੇ। ਹਾਂਜੀ ਦਿਵਿਆ ਤੁਸੀਂ ਲਾਈਨ ਤੇ ਹੋ? ਹਾਂਜੀ ਸਰ। ਹਾਂਜੀ ਹੋਲਡ ਰੱਖੋ, ਸਾਡੇ ਪਾਸ ਕੁਝ ਕਾਲਰਸ ਹੈ, ਸਿੱਧੂ ਸਾਹਿਬ ਪ੍ਰੋਸੀਡ ਕਰੋ ਕਿ ਨੈਕਸਟ ਸਾਡੇ ਕਾਲਰਸ ਨੂੰ ਪਲੀਜ਼। ਹੈਲੋ ਹਾਂਜੀ ਕਾਲਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦਿਵਿਆ ਨੂੰ ਕੀ ਸਵਾਲ ਕੀ ਹੈ? ਮੇਰਾ ਸਰ ਦਿਵਿਆ ਵਾਸਤੇ ਸਵਾਲ ਬਾਅਦ ਹੈ। ਪਹਿਲਾ ਸਵਾਲ ਮੇਰਾ ਇਹ ਹੈ ਕਿ ਜੋ ਇਹ ਪੰਜਾਬ ਪੁਲਿਸ ਬਾਰੇ ਕਹਿ ਰਹੇ ਜਾਂ FIR ਦਰਜ ਤੋਂ ਬਾਅਦ ਵੀ ਬੰਦੇ ਅਰੈਸਟ ਨਹੀਂ ਹੋ ਰਹੇ ਜਾਂ ਕੋਈ ਕਾਰਵਾਈ ਪ੍ਰੋਪਰ ਨਹੀਂ ਹੋ ਰਹੀ, ਇਹ ਸੱਚਾਈ ਹੈ। ਇੰਡੀਆ 'ਚ ਬਹੁਤ ਸਾਰੇ ਐਸੇ ਕੇਸਿਸ ਨੇ ਜਿਹਦੇ 'ਚ FIR ਦਰਜ ਤੋਂ ਬਾਅਦ ਵੀ ਕਾਰਵਾਈ ਪ੍ਰੋਪਰ ਨਹੀਂ ਹੁੰਦੀ। ਜਿਹੜੇ ਬੰਦਾ ਹਾਈ ਪ੍ਰੈਸ਼ਰ ਵਾਲਾ ਹੁੰਦਾ ਉਹ ਆਪਣੀ ਫੇਵਰ ਕਈ ਕੁਝ ਤਰੀਕੇ ਨਾਲ ਕਰ ਲੈਂਦਾ ਔਰ ਮੀਡੀਆ ਹੀ ਇੱਕ ਸਹੀ ਜ਼ਰੀਆ ਹੈ ਜਿੱਥੇ ਆ ਕੇ ਇਹ ਚੀਜ਼ਾਂ ਸਾਹਮਣੇ ਆਉਂਦੀਆਂ। ਔਰ ਮੈਂ ਤਾਂ ਇਹ ਵੀ ਸਮਝਦਾ ਕਿ ਹਲੇ ਮੈਨੂੰ ਪਤਾ ਨਹੀਂ ਇਹਨਾਂ ਦਾ ਪੂਰਾ ਕੇਸ ਕੀ ਹੈ ਔਰ FIR ਦੇ ਪੂਰੇ ਸੈਕਸ਼ਨ ਵੀ ਨਹੀਂ ਲਾਏ ਹੋਣਗੇ ਪੁਲਿਸ ਨੇ, ਜਿੱਥੇ ਤੱਕ ਮੈਨੂੰ ਡਾਊਟ ਹੈ। ਮਿਹਰਬਾਨੀ ਜੀ। ਨੈਕਸਟ ਕਾਲ ਪਲੀਜ਼। ਮੈਂ ਦਿਵਿਆ ਜੀ ਨੂੰ ਪੁੱਛਣਾ ਚਾਹੁੰਦਾ ਕਿ ਕੀ ਤੁਹਾਡੇ ਸਹੁਰੇ ਦੀ, ਸੱਸ ਦੀ ਜਾਂ ਤੁਹਾਡੇ ਹਸਬੰਡ ਦੇ ਖਿਲਾਫ ਜਿਹੜੀ FIR ਹੋਈ, ਅਰੈਸਟ ਕਿਹਦੀ ਹੋਈ ਹੈ ਹੁਣ ਤੱਕ? ਅਰੈਸਟ ਹੋਈ ਕਿਸੇ ਦੀ ਦਿਵਿਆ ਜੀ? ਪੁਲਿਸ ਨੇ ਅਰੈਸਟ ਕੀਤਾ ਕਿਸੇ ਨੂੰ? ਨਹੀਂ ਸਰ, ਕਿਸੇ ਨੂੰ ਅਰੈਸਟ ਨਹੀਂ ਕੀਤਾ। ਓਕੇ ਨੈਕਸਟ ਕਾਲ ਪਲੀਜ਼। ਹਾਂਜੀ ਕਿਉਂਕਿ ਸਾਡੇ ਅਗਲੇ ਸੈਗਮੈਂਟ ਅਸੀਂ ਬਹੁਤ ਜਲਦੀ ਸ਼ੁਰੂ ਕਰਨਾ ਜਿਹੜਾ ਕਿ ਬੜਾ ਜ਼ਰੂਰੀ ਸਾਡੇ ਸਮਾਜ ਲਈ। ਕਾਲਰ ਤੁਸੀਂ ਸਪੀਕ ਯੂਰ ਮਾਈਂਡ। ਕਲਵੀਰ ਜੀ ਜੀ ਹਾਂਜੀ ਬਿਲਕੁਲ ਸੱਚੀ ਲੱਗਦੀ ਹੈ ਕੁੜੀ ਤੇ ਉਹਨਾਂ ਦਾ ਪਰਿਵਾਰ ਵੀ ਸੱਚਾ ਲੱਗਦਾ ਜਿਸ ਤਰ੍ਹਾਂ ਗੱਲਾਂ ਦੱਸਦੇ ਨੇਗੇ। ਮੈਂ ਤਾਂ ਇਹੀ ਕਹਿੰਦੀ ਹਾਂ ਵੀ ਇਹਨਾਂ ਨੂੰ ਬਿਲਕੁਲ ਅਰੈਸਟ ਕਰਾਉਣਾ ਚਾਹੀਦਾ ਜੀ, ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ। ਤੇ ਲੜਕੀ ਨੂੰ ਮੈਂ ਇਹ ਕਹਿਣਾ ਚਾਹੁੰਦੀ ਹਾਂ ਇਹ ਭੁੱਲ ਹੀ ਜਾਵੇ ਵੀ ਕਿ ਇਹੋ ਜਿਹੇ ਇਹਨੇ ਜਾਣਾ ਵੀ ਹੈ ਕਿਉਂਕਿ ਦੇ ਡੋਂਟ ਡਿਜ਼ਰਵ ਹਰ। I see. Too good for them. Okay, ਅਗਲੀ ਕਾਲ ਪਲੀਜ਼। ਨੈਕਸਟ ਕਾਲ ਪ੍ਰੋਸੀਡ ਕਰੋ। ਸਤਿ ਸ਼੍ਰੀ ਅਕਾਲ ਜੀ। ਕਾਲ ਸਤਿ ਸ਼੍ਰੀ ਅਕਾਲ ਜੀ। ਇਸ ਗੱਲ ਹੈ ਵੀ ਇਹਨਾਂ ਦੀ ਹੈਲਪ ਕਰੋ ਸਰ, ਇਹ ਬਹੁਤ ਅੱਛਾ ਪਰਿਵਾਰ ਜੀ। ਜੀ ਮਿਹਰਬਾਨੀ ਜੀ। ਨੈਕਸਟ ਕਾਲ ਕਰੋ। ਸਾਨੂੰ ਆਓ ਆਪਣੇ ਕਮੈਂਟ ਦਿਓ ਔਰ ਇਸ ਲੜਕੀ ਬਾਰੇ ਦੱਸੋ ਕਿ ਕੌਣ ਸੱਚ ਹੈ ਕੌਣ ਝੂਠ ਬੋਲ ਰਹੀ ਹੈ। ਤੁਹਾਡੇ ਮਤਲਬ ਸੱਚੀ ਕਾਲ ਕਰੋ ਪਲੀਜ਼। ਹਾਂਜੀ ਗੋ ਹੈਡ ਪਲੀਜ਼। ਹੈਲੋ ਹਾਂਜੀ ਬੋਲੋ ਜੀ, ਕੀ ਕਹਿਣਾ ਚਾਹੁੰਦੇ ਜੀ? ਬਾਕੀ ਜੀ ਮੈਂ ਤਾਂ ਕੁਝ ਨਹੀਂ ਕਹਿੰਦਾ ਵੀ ਜਾਨੀ ਇਹ ਬਹੁਤ ਗਲਤ ਗੱਲ ਆ
ਇਹ ਕੰਜਰ ਦੇ ਘਰ ਧੀ ਨਹੀਂ ਹੈਗੀ ਕੋਈ, ਜੀ ਜਾਂ ਇਹਦੇ ਕੋਈ ਭੈਣ ਨਹੀਂ ਹੈਗੀ ਮੁੰਡੇ ਦੇ, ਜੀ ਉਸ ਤਾਂ ਸ਼ਰਮ ਚਾਹੀਦੀ। ਨਹੀਂ ਸਰ, ਕੋਈ ਸਿਸਟਰ ਨਹੀਂ ਹੈਗੀ ਉਹਨਾਂ ਦੀ, ਤਾਂ ਹੀ ਉਹਨਾਂ ਨੂੰ ਕਦਰ ਨਹੀਂ। ਜੀ ਬਹੁਤ ਮਾੜੀ ਗੱਲ ਹੈ। ਐਸੇ ਬੰਦਿਆਂ ਨੂੰ ਤਾਂ ਫਾਂਸੀ ਦੇਣੀ ਚਾਹੀਦੀ ਆ, ਰਾਈਟ ਵੇ, ਮਿੰਟ ਵੀ ਵੇਟ ਨਹੀਂ ਕਰਨੀ ਚਾਹੀਦੀ। ਉਹ ਵੀ ਪੁਲਿਸ ਟੀਚਰ ਹੋਵੇ, ਕੋਈ ਹੋਵੇ, ਤੇ ਪੂਰੀ ਰਾਈਟ ਵੇ ਐਕਸ਼ਨ ਲਵੋ। ਪਰ ਜਿਹੜੇ ਜਗਰਾਉਂ ਦੇ ਇਸ ਵੇਲੇ ਮੌਜੂਦਾ ਐਸਐਸਪੀ ਨੇ ਉਹ ਹੁਣੇ ਚੇਂਜ ਹੋ ਕੇ ਆਏ, ਮੈਂ ਕਿਹਾ ਉਹਨਾਂ ਕੋਲ ਸ਼ਾਇਦ ਇਸ ਕੇਸ ਦੀ ਜਾਣਕਾਰੀ ਹੋਵੇ। ਸੋਨੀ ਜੀ ਨੇ ਬੜੇ ਅੱਛੇ ਇਨਸਾਫ ਪਸੰਦ ਨੇ ਉਹ ਪੁਲਿਸ ਅਫਸਰ ਸਾਹਿਬਾਨ। ਅੱਛਾ ਅਗਲੀ ਕਾਲ ਜੀ। ਕੋਈ ਵੀ ਕਿਸੇ ਚੀਜ਼ ਦੱਸ ਨਹੀਂ ਸਕਦੀ, ਕਿੰਨੀ ਵਿਚਾਰੀ ਸਿਆਣੀ ਕੁੜੀ ਆ, ਕਿੰਨੀ ਸਭ ਕੁਝ ਸੋਚ ਸਮਝ ਕੇ ਦੱਸ ਰਹੀ ਆ, ਕਿੰਨੀ ਚੀਜ਼ ਕਰੀ, ਸਾਡਾ ਰੋਣ ਨਿਕਲਿਆ। ਓਕੇ ਜੀ, ਨੈਕਸਟ ਕਾਲ ਪ੍ਰੋਸੀਡ ਕਰਕੇ। ਨੋਹਾਂ ਜਿਹੜੀਆਂ ਨੇ ਉਹ ਧੀਆਂ ਹੁੰਦੀਆਂ ਨੇ। ਹਾਂਜੀ ਅਗਲੀ ਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਾਹਿਬ ਜੀ ਹਾਂਜੀ, ਮੈਂ ਵਿਦਿਆ ਨੂੰ ਪੁੱਛਣਾ ਚਾਹੁੰਦਾ ਜੀ, ਉਹਦੇ ਥੋੜਾ ਸਾਹਿਬ ਇੰਡੀਆ ਕਿ ਕੈਨੇਡਾ ਆ ਗਏ ਹੁਣ ਜੀ? ਸਰ ਇੰਡੀਆ 'ਚ ਹੀ ਹੈ, ਇੰਡੀਆ 'ਚ ਹੀ। ਇੰਡੀਆ 'ਚ। ਹਾਂਜੀ ਅਗਲੀ ਕਾਲ ਪਲੀਜ਼। ਹਾਂਜੀ ਸੋ ਸਰ ਨੈਕਸਟ ਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਕੀ ਕਹਿਣਾ ਚਾਹੁੰਦੇ, ਬੋਲੋ ਜੀ। ਮੈਂ ਇਹ ਕਹਿਣਾ ਚਾਹੁੰਦਾ ਜੀ, ਜਿਸ ਤਰ੍ਹਾਂ ਇਹ ਕੇਸ 3 ਸਾਲ ਹੋ ਗਏ, ਲੜਕੀ ਨੇ ਜਿਵੇਂ ਦੱਸਿਆ ਉਹਨਾਂ ਨੇ ਕੁਝ ਨਹੀਂ ਕੀਤਾ ਇਹਦੇ ਬਾਰੇ ਚ, ਜਿਵੇਂ ਕੈਨੇਡਾ ਬਾਰੇ ਕੋਈ ਪੇਪਰ ਪੂਪਰ ਕੋਈ ਪ੍ਰੂਫ ਨਹੀਂ ਜਿੱਦਾਂ ਹਨਾ, ਉਹਦੇ 10 ਪੜ੍ਹ ਦਿੱਤੇ। ਇਹ ਲੜਕੀ ਸੱਚ ਕਹਿੰਦੀ ਆ ਜੀ, ਤੇ ਗਲਤ ਕੋਈ ਆਪਣੀ ਬੇਇੱਜ਼ਤੀ ਨਹੀਂ ਦੱਸਦਾ ਹੋਇਓ ਜੀ, ਉਹਨੇ ਸਚਾਈ ਪੇਸ਼ ਕੀਤੀ ਹੈ ਬਿਲਕੁਲ 100%। ਆਇਸ ਮਿਹਰਬਾਨੀ ਜੀ। ਅਗਲੀ ਕਾਲ ਪ੍ਰੋਸੀਡ ਕਰੋ। ਹਾਂਜੀ ਨੈਕਸਟ ਕਾਲ ਪਲੀਜ਼। ਸਪੀਕ ਯੂਰ ਮਾਈਂਡ ਕਾਲਰ। ਹਾਂਜੀ ਸਰ, ਮੇਰਾ ਸਵਾਲ ਆ ਇਹਨਾਂ ਨੂੰ, ਲੜਕੀ ਨੂੰ, ਕਿ ਜਦੋਂ ਇਹ ਹਾਂ ਜੀ ਜੀ ਬੋਲੋ ਜੀ, ਬੋਲੋ। ਹਾਂਜੀ ਕਾਲਰ ਬੋਲੋ। ਮੰਗੀਏ ਵੀ ਮੁੰਡਾ ਪੱਕਾ ਵੀ ਗਾ ਕਿ ਨਹੀਂ। ਮੁੰਡੇ ਦੇ ਕੋਲ ਵਰਕ ਪੁਆਇੰਟ ਇੱਥੋਂ ਦਾ ਮੇਰੇ ਖਿਆਲ ਕਿ ਉਹ ਵਰਕ ਵੀਜ਼ੇ ਤੇ ਸੀਗਾ, ਸਪੋਜ਼ ਵੀਜ਼ੇ ਤੇ ਉਹਨਾਂ ਨੂੰ ਸਪਾਂਸਰ ਕੀ, ਜਿਸ ਕਰਕੇ ਉਹਨਾਂ ਕੋਲ ਮਲਟੀਪਲ ਵੀਜ਼ਾ ਜਿਹੜਾ ਮਿਲਿਆ ਸੀ ਵਰਕ ਪਰਮਿਟ ਦਾ ਔਰ ਸ਼ਾਰਟ ਟਰਮ ਦਾ, ਤੇ ਮੈਨੂੰ ਲੱਗਦਾ ਕਿ ਪੀਆਰ ਨਹੀਂ ਸੀ, ਜਿਸ ਕਰਕੇ ਇਹ ਇਸ਼ੂ ਹੋਇਆ। ਇਹ ਇੱਕ ਸੱਚ ਹੈ। ਹਾਂਜੀ ਹਾਂਜੀ ਪਰ ਇਹ ਆ ਵੀ ਚਲੋ ਲੜਕੀ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ, ਪਰ ਇੱਕ ਥੋੜਾ ਜਿਹਾ ਇਹ ਵੀ ਮੈਸੇਜ ਸਰ ਜ਼ਰੂਰ ਦਿਓ ਕਿ ਪੂਰੀ ਜਾਂਚ ਪੜਤਾਲ ਕਰਕੇ ਤਸੱਲੀ ਕਰਕੇ ਫੇਰ ਹੀ ਰਿਸ਼ਤਾ ਕਰਿਆ ਕਰਨ। ਜੇ ਕੋਈ ਪੈਸੇ ਪੂਸੇ ਮੰਗਦਾ ਉੱਥੇ ਹੀ ਬੰਦਾ ਪਿੱਛੇ ਹਟ ਜੇ। ਸਮੱਸਿਆ ਇਹ ਹੈ ਕਿ ਸਾਡੇ ਲੋਕਾਂ ਦੀ ਕਮਜ਼ੋਰੀ ਹੈ ਕਿ ਜਦੋਂ ਪ੍ਰੋਬਲਮ ਪੈਂਦੀ ਉਦੋਂ ਪੈਸੇ ਗੱਲ ਕਰਦੇ, ਜਦੋਂ ਪੈਸਾ ਮੰਗਦੇ ਆ ਤਾਂ ਉਦੋਂ ਤੁਹਾਨੂੰ ਰਿਸ਼ਤਾ ਨਹੀਂ ਕਰਨਾ ਚਾਹੀਦਾ। ਹਾਂਜੀ ਬਿਲਕੁਲ ਹਾਂਜੀ, ਇਹ ਵੈਰੀ ਸੈਡ ਪਾਰਟ ਹੈ। ਬੜੀ ਮਿਹਰਬਾਨੀ ਜੀ, ਅਸੀਂ ਇਹਨੂੰ ਪ੍ਰੋਸੀਡ ਕਰ ਰਹੇ ਸ਼ੋਅ ਨੂੰ। ਹਾਂਜੀ ਅਗਲੀ ਕਾਲ ਤੇ ਜਾਓ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਗੱਲ ਕਰੋ, ਆਪਣੇ ਦਿਵਿਆ ਨਾਲ ਗੱਲ ਕਰੋ। ਕੀ? ਹਾਂਜੀ ਵੀਰ ਜੀ, ਮੈਂ ਦਿਵਿਆ ਵਿਚਾਰੀ ਤਾਂ ਮੈਨੂੰ ਸੱਚੀ ਲੱਗਦੀ ਹੈ, ਔਰ ਉਹਦਾ ਬ੍ਰਦਰ ਵੀ ਬਹੁਤ ਸੱਚੀਆਂ ਗੱਲਾਂ ਕਰਕੇ ਗਿਆ। ਉਹ ਆਪ ਵੀ ਆਪਣੀ ਹੱਡ ਬੀਤੀ ਸਾਰੀ ਸੁਣਾਈ ਹੈ ਉਹਨੇ। ਕੀ ਕਹਿਣਾ ਚਾਹੁੰਦੇ ਇਸ ਦਿਵਿਆ ਨੂੰ ਵਿਚਾਰੀ ਦਿਵਿਆ ਦੇਵੀ ਹੈ, ਕੀ ਕਹਿਣਾ ਚਾਹੁੰਦੇ ਹੋ? ਇਹਨੂੰ ਸਰ ਜੀ ਇਨਸਾਫ ਮਿਲਣਾ ਚਾਹੀਦਾ। ਤੁਸੀਂ ਇਹਦੀ ਵੱਧ ਤੋਂ ਵੱਧ ਹੈਲਪ ਕਰੋ, ਸਾਡੇ ਕੋਲੋਂ ਜੋ ਹੋ ਸਕੇ ਕਰ ਸਕਦੇ ਆ। ਬਾਕੀ ਤੁਸੀਂ ਵੀ ਮਿਹਰਬਾਨੀ ਜੀ, ਹੈਲਪ ਕਰੋ। ਨੈਕਸਟ ਕਾਲ ਪ੍ਰੋਸੀਡ ਕਰੋ ਜੀ। ਕਾਲਰ ਸਪੀਕ ਯੂਰ ਮਾਈਂਡ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਵਾਸੀ ਸਾਹਿਬ ਇਹ ਕਹਿਣਾ ਚਾਹੁੰਦੀ ਹਾਂ ਕਿ ਇਹ ਲੜਕੀ ਹੈ ਜੋ ਬ੍ਰਦਰ, ਇਹਦਾ ਸਾਰਾ ਕੁਝ ਬਿਲਕੁਲ ਲੱਗ ਰਿਹਾ ਕਿ ਬਿਲਕੁਲ ਸੱਚ ਬੋਲ ਰਹੇ ਆ। ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਇਹਨਾਂ ਦੀ ਜਿੰਨੀ ਹੈਲਪ ਹੁੰਦੀ ਆ ਕਰਨੀ ਚਾਹੀਦੀ ਹੈ। ਬਾਕੀ ਮੈਂ ਦਿਵਿਆ ਨੂੰ ਇਹ ਕਹਿਣਾ ਚਾਹੂੰਗੀ ਵੀ ਹੁਣ 3 ਸਾਲ ਹੋ ਗਏ ਆ, ਤਾਂ ਉਹਨਾਂ ਦਾ ਉਹਨਾਂ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਆਸ ਲਾ ਕੇ ਨਾ ਬੈਠੇ। ਉਹਨਾਂ ਨੇ ਕੋਈ ਨਹੀਂ ਮੰਗਾਣਾ ਹੈਗਾ, ਤਾਂ ਆਪਣੀ ਲਾਈਫ ਵਾਸਤੇ ਅੱਗੇ ਵਾਸਤੇ ਸੋਚੇ। ਤਾਂ ਜਿਨ੍ਹਾਂ ਨੇ ਵੀ ਇਹਨਾਂ ਨਾਲ ਗਲਤ ਕੰਮ ਕੀਤਾ ਸੋਹਰਿਆਂ ਨਾ, ਉਹਨਾਂ ਨੂੰ ਕਾਨੂੰਨ ਦੇ ਵਿੱਚ ਉਹ ਆਉਣਾ ਚਾਹੀਦਾ ਹੈਗਾ ਵਾ ਉਹਨਾਂ ਨੂੰ। ਹਾਂਜੀ, ਜਿਵੇਂ ਤੁਸੀਂ ਕਿਹੜੇ ਸਾਲ ਦੇ ਵਿੱਚ ਆਪਣੀ ਐਪਲੀਕੇਸ਼ਨ ਦਿੱਤੀ ਸੀ ਪੁਲਿਸ ਨੂੰ ਚਾਰਜ ਕਰਾਉਣ ਦੀ, ਐਫਆਈਆਰ ਦਰਜ ਹੋਈ ਹੈ? ਇਹ 2019 ਵਿੱਚ ਜਾਂ 2018 ਵਿੱਚ? ਸਰ ਫਲਾਈਟ ਤੋਂ ਮੈਂ ਅਗਲੇ ਦਿਨ ਹੀ 5/3/2018 ਦੀ ਦਿੱਤੀ ਹੋਈ ਹੈ। ਹਾਂ, ਕਿਉਂਕਿ ਜਿਹੜੇ ਤੁਹਾਡੇ ਮੌਜੂਦਾ ਜਗਰਾਉਂ ਦੇ ਐਸਐਸਪੀ ਸਾਹਿਬ ਨੇ ਉਹ ਬਹੁਤ ਇਨਸਾਫ ਪਸੰਦ ਨੇ ਅਤੇ ਉਹ ਤੁਹਾਨੂੰ ਇਨਸਾਫ ਦਿਵਾਉਣਗੇ। ਕਿ ਪਹਿਲੇ ਕੋਈ ਹੋਰ ਸਕੇ, ਹੋ ਸਕਦਾ ਕਿ ਪ੍ਰੈਸ਼ਰ ਲਿਆ ਜਾਵੇ ਬਈ, ਔਰ ਇੱਕ ਪੋਲੀਟੀਕਲ ਕਿਸੇ ਪ੍ਰੈਸ਼ਰ ਨਹੀਂ ਲੈਂਦੇ ਸੋਨੀ ਜੀ। ਮੈਂ ਆਈ ਨੋ ਹਿਮ ਵੈਰੀ ਵੈਲ, ਆਈ ਹੈਵ ਰਿਸਪੈਕਟ ਫॉर ਹਿਮ ਫॉर श्योर ਕਿ ਮੈਂ ਤੁਹਾਡਾ ਇਹ ਪੁੱਟ ਅਪ ਕਰੂੰਗਾ ਪੁਲਿਸ ਨੂੰ, ਐਨਆਰਆਈ ਨੂੰ ਔਰ ਐਸਐਸਪੀ ਸਾਹਿਬ ਨੂੰ ਵੀ। ਸਾਹਿਬ ਜਿਹੜੇ ਵੀ ਹੁੰਦੇ ਉਹ ਮਿਲਣ ਹੀ ਨਹੀਂ ਦਿੰਦੇ, ਜਾਣ ਹੀ ਨਹੀਂ ਦਿੰਦੇ ਅੰਦਰ ਤੱਕ। ਨਹੀਂ ਮੈਂ ਉਹਨਾਂ ਨੂੰ ਕੱਲ ਨੂੰ ਕਾਲ ਕਰਾਂਗਾ, ਬੇਨਤੀ ਕਰਾਂਗੇ ਤੁਹਾਨੂੰ ਜ਼ਰੂਰ ਟਾਈਮ ਦੇਣਗੇ। ਹੀ ਇਜ਼ ਵੈਰੀ ਗੁੱਡ ਅਫਸਰ। ਹਾਂਜੀ ਅਗਲੀ ਕਾਲ ਪਲੀਜ਼। ਸਰ ਅਸੀਂ ਸਾਰੇ ਕਿਤੇ ਦੇਖ ਲਿਆ ਸੀ, ਜਗਰਾਉਂ ਵੀ ਕੇਸ ਸਾਡਾ ਚੱਲ ਰਿਹਾ। ਡੋਂਟ ਵਰੀ, ਜਗਰਾਉਂ ਦੇ ਐਸਐਸਪੀ ਸਾਹਿਬ ਨਾਲ ਮੈਂ ਤੁਹਾਨੂੰ ਟਾਈਮ ਲੈ ਕੇ ਦਊਂਗਾ ਔਰ ਵਿਦਨ 24 ਆਵਰ ਤੁਹਾਨੂੰ ਉਹ ਜ਼ਰੂਰ ਸਮਾਂ ਦੇਣਗੇ, ਕਿਉਂਕਿ ਕੋਵਿਡ ਕਰਕੇ ਹਰ ਅਫਸਰ ਸਾਹਿਬਾਨ ਥੋੜੀ ਜਿਹਾ ਪ੍ਰੀਕਾਸ਼ਨ ਲੈ ਰਿਹਾ। ਹਾਂਜੀ ਅਗਲੀ ਕਾਲ ਪਲੀਜ਼। ਹੈਲੋ, ਹਾਂਜੀ ਹੋਲਡ ਔਨ। ਅਗਲੀ ਟੋਰਾਂਟੋ ਕਾਲਰ, ਗੋ ਹੈਡ ਪਲੀਜ਼। ਹਾਂਜੀ ਬਾਸੀ ਸਾਹਿਬ ਜਿਹੜੀ ਸਟੋਰੀ ਸੁਣੀ ਹੈ ਬਹੁਤ ਮੰਦਭਾਗੀ ਆ ਜੀ। ਇਹਦੀ ਸਪੋਰਟ ਕਰਿਓ ਬਾਈ ਜੀ, ਜਿੰਨੀ ਵੀ ਹੋ ਸਕਦਾ। ਤੁਸੀਂ ਤਾਂ ਜਾਣਦੇ ਹੋ ਆਪਣੇ ਨਾਲ ਹੁਣੇ ਹੋ ਕੇ ਹਟੀ ਆ ਜਗਰਾਵਾਂ ਏਰੀਏ 'ਚ ਤੁਹਾਡੇ ਨਾਲ, ਤੇ
ਦੂਜਾ ਕੁਐਸਚਨ ਬਚਦਾ ਵੀ ਲੜਕੀ ਉਦੋਂ ਗੱਲ ਕਰਦੇ ਸੀ ਵੀ ਇਹਨਾਂ ਦੇ ਡਾਕੂਮੈਂਟਸ ਪਾਸਪੋਰਟ ਆਇਆ ਹੋਇਆ ਸਾਰਾ ਕੁਝ ਉਹਨਾਂ ਨੇ ਰੱਖ ਲਿਆ ਤੇ ਸਹੁਰਾ ਸਾਹਿਬ ਨੇ, ਤੇ ਉਹ ਵੀ ਕੇਸ ਬਣਦਾ ਵਾ, ਉਹ ਮਾੜਾ ਜਿਹਾ ਕਲੀਅਰ ਕਰੋਗੇ ਇਹਨਾਂ ਨਾਲ? ਹਾਂਜੀ, ਡਾਕੂਮੈਂਟ ਜਿਹੜੇ ਗਵਰਨਮੈਂਟ ਦੇ ਰੱਖ ਨਹੀਂ ਸਕਦਾ ਕੋਈ ਵੀ। ਔਰ ਜਿਸ ਸਾਡੇ ਕੇਸ ਦੀ ਗੱਲ ਹੈ, ਸਾਡਾ ਕੇਸ ਕੌਂ ਕੇ ਕਲਾਂ ਦਾ ਲੜਕਾ, ਸੋ ਤੁਸੀਂ ਪਲੀਜ਼ ਪੇ ਅਟੈਂਸ਼ਨ ਲਿਟਲ। ਔਰ ਕੌਂ ਕੇ ਕਲਾਂ ਦਾ ਲੜਕਾ ਸੁਖਪਾਲ, ਕੀ ਨਾਮ ਮੁੰਡੇ ਦਾ, ਕੀ ਨਾਮ ਕੀ ਇਹਦਾ, ਕੀ ਨਾਮ ਸੀਗਾ ਜੀ? ਸੁਖਪਾਲ ਸੇਖੋਂ ਜੀ, ਸੁਖਪਾਲ ਸੇਖੋਂ, ਜਿਸਨੇ ਫੇਸਬੁੱਕ ਤੇ ਸਾਨੂੰ ਪਾਇਆ, ਸਾਨੂੰ ਧਮਕੀ ਦਿੱਤੀ ਮਾਰਨ ਦੀਆਂ। ਮੇਰੀ ਪੁਲਿਸ ਨਾਲ ਗੱਲਬਾਤ ਹੋਈ ਆ, ਹੁਣ ਸੌਰੀ ਮੰਗ ਰਿਹਾ, ਮੈਨੂੰ ਰਿਟਨ ਭੇਜਿਆ, ਮੈਂ ਕਿ ਨੋ ਡੀਲ ਵਿਦ ਦੀ ਪੁਲਿਸ, ਔਰ ਅਸੀਂ ਸਾਨੂੰ ਨਹੀਂ ਤੁਸੀਂ ਅਪੋਲੋਜੀ ਕਰਨੀ, ਅਪੋਲੋਜੀ ਲਿਖ ਕੇ ਭੇਜੀ ਹੈ, ਮੈਂ ਕਿ ਨੋ ਯੂ ਹੈਵ ਟੂ ਸੈਂਡ ਅ ਵੀਡੀਓ। ਜਿੰਨ ਚਿਰ ਸਾਨੂੰ ਵੀਡੀਓ ਅਪੋਲੋਜੀ ਨਹੀਂ ਕਰਦਾ ਉਹਨਾਂ ਚਿਰ ਵੀ ਬਿਯੋਂਡ ਅਸੈਪਟਡ, ਡਸਨਟ ਮੈਟਰ ਕਿ ਪੰਜਾਬ ਦਾ ਕੋਈ ਵੀ ਪੋਲੀਟੀਸ਼ੀਅਨ ਪਾਵੇ। ਪਰ ਮੈਨੂੰ ਪੂਰਾ ਆਸ ਹੈ, ਮੈਨੂੰ ਯਕੀਨ ਹੈ ਸਾਡੇ ਪੰਜਾਬ ਦੇ ਡੀਜੀਪੀ ਅਤੇ ਐਸਐਸਪੀ ਜਗਰਾਉਂ ਵਾਲੇ ਇਨਸਾਫ ਦਿਵਾਉਣਗੇ ਔਰ ਇਸ ਤੇ ਕੰਮ ਕਰ ਰਹੇ ਨੇ ਉਹ, ਔਰ ਆਮ ਪ੍ਰੈਟੀ ਸ਼ੋਰ ਕਿ ਸਾਨੂੰ ਇਨਸਾਫ ਮਿਲੇਗਾ। ਔਰ ਮੈਂ ਉਹਦੀ ਰਿਟਨ ਅਪੋਲੋਜੀ ਜਿਹੜੀ ਭੇਜੀ ਮੈਨੂੰ ਅੱਜ ਉਹਨੇ ਸਵੇਰੇ, ਮੈਨੂੰ ਕਹਤਾ ਕਿ ਡੋਂਟ ਸੈਂਡ ਮੀ ਐਨੀ ਅਦਰ ਮੈਸੇਜ ਇਫ ਯੂ ਕੰਟੀਨਿਊ, ਔਰ ਆਈ ਵਿਲ ਇਨਫੋਰਮ ਟੂ ਦੀ ਡੀਜੀਪੀ ਅਗੇਨ। ਸੋ ਮੈਂ ਇਹ ਡੀਜੀਪੀ ਐਸਐਸਪੀ ਸਾਹਿਬ ਨੂੰ ਵੀ ਦੁਬਾਰਾ ਭੇਜ ਦਿੱਤਾ ਮੈਸੇਜ ਕਿ ਸਟਾਪ ਕਰੋ, ਸਾਨੂੰ ਹੁਣ ਸਾਡੇ ਕੋਲ ਮਾਫੀ ਮੰਗੀ, ਇਹ ਪੁਲਿਸ ਤੋਂ ਮਾਫੀ ਮੰਗੇ, ਪੁਲਿਸ ਚੈਨਲ ਰਾਹੀਂ ਇਹ ਮਾਫੀ ਮੰਗੇ। ਹਾਂਜੀ, ਔਰ ਮਾਫੀ ਮੰਗ ਚੁੱਕਾ ਉਹ ਲੜਕਾ ਸੁਖਫੈਲ, ਕੀ ਨਾਮ ਦਾ ਆਪਣੇ, ਸੁਖਪਾਲ ਸੇਖੋਂ, ਸੁਖਪਾਲ ਸੇਖੋਂ ਆ। ਔਰ ਡੱਲਾ ਰੋਡ ਦੇ ਉੱਪਰ ਉਹਦਾ ਜਿਹੜਾ ਘਰ ਹੈ ਕੌਂ ਕੇ ਕਲਾਂ ਦਾ ਆ, ਅਤੇ ਇੱਕ ਪਾਸੇ ਬੈਂਕ ਹੈ ਤੇ ਦੂਜੇ ਪਾਸੇ ਐਕਸਚੇਂਜ ਦਾ ਜਿਹੜਾ ਟੈਲੀਫੋਨ ਐਕਸਚੇਂਜ ਦਾ ਆਫਿਸ ਹੈ। ਤੇ ਇਹ ਆਪਣੇ ਮਾਣੂ ਕੀ ਇੱਕ ITI ਹੈ, ਉਹਦੇ ਕਲਰਕ ਦਾ ਉਹਦਾ ਅਸਿਸਟੈਂਟ ਹੈ ਇਹ। ਹਾਂਜੀ, ਕੋਈ ਬਹੁਤ ਵੱਡੀ ਪੋਸਟ ਨਹੀਂ ਹੈ। ਹਾਂਜੀ, ਬਹੁਤ ਸਾਰੇ ਲੋਕ ਇਕੱਠੇ ਕਰਕੇ ਲੈ ਗਿਆ ਸੀਗਾ ਪੁਲਿਸ ਸਟੇਸ਼ਨ SSP ਸਾਹਿਬ ਕੋਲ। ਮੈਨੂੰ ਕਹਿੰਦੇ ਜੀ ਲੱਗਦਾ ਨਹੀਂ ਹੈ, ਮੈਂ SSP ਸਾਹਿਬ ਨੂੰ ਕਿਹਾ ਕਿ ਲੱਗਣ ਦੀ ਮੈਟਰ ਨਹੀਂ ਹੈ, ਮੈਟਰ ਇਹ ਆ ਕਿ ਜਦੋਂ ਬੰਦਾ ਕ੍ਰਾਈਮ ਕਰਦਾ ਉਸ ਤੋਂ ਬਾਅਦ ਜਦੋਂ ਫੜ ਹੁੰਦਾ ਤੇ ਫਿਰ ਉਹਨੂੰ ਪਛਤਾਵਾ ਹੁੰਦਾ, ਜਿਸ ਕਰਕੇ ਫਿਰ ਇਹ ਮਾਣੂ ਬਿੱਲੀ ਬਣਦੇ ਨੇ। ਪਹਿਲਾਂ ਇਹ ਸ਼ੇਰ ਬਣਦੇ ਨੇ, ਫਿਰ ਗਿੱਦੜ ਬਣਦੇ ਨੇ, ਫਿਰ ਪੁਲਿਸ ਸਟੇਸ਼ਨ ਜਾ ਕੇ ਮਾਣੋ ਬਣਦੇ ਨੇ, ਮਿਆਉ ਮਿਆਉ ਕਰਦੇ ਨੇ, ਤੇ ਫਿਰ ਕੁਝ ਪੰਜਾਬ ਦੇ ਪੋਲੀਟੀਸ਼ੀਅਨ ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਮਿਸਟਰ ਬੈਂਸ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਆਈ ਐਮ ਟੈਲਿੰਗ ਟੂ ਮਿਸਟਰ ਬੈਂਸ, ਤੁਹਾਨੂੰ ਤੁਹਾਡਾ ਕੰਮ ਕਰਨ ਦਿਓ ਔਰ ਆਪਣਾ ਤੁਸੀਂ ਕੰਮ ਰੱਖੋ, ਔਰ ਇਹ ਨਾ ਹੋਵੇ ਕਿ ਤੁਹਾਡੇ ਕੀਤੇ ਹੋਏ ਮਿਸਟਰ ਬੈਂਸ ਕੱਪੜੇ ਕਿੰਨੇ ਤੁਸੀਂ ਬਿਜਲੀ ਦੇ ਬਿੱਲ ਕਰੋੜਾਂ ਰੁਪਏ ਮਾਰੇ ਨੇ, ਜ਼ਮੀਨ ਨੱਪੀ ਆ, ਉਹ ਵੀ ਮੈਂ ਟੈਲੀਕਾਸਟ ਕਰ ਸਕਦਾ, ਮੇਰੇ ਕੋਲ ਪੂਰੇ ਹੱਕ ਨੇ ਮਿਸਟਰ ਬੈਂਸ, ਆਈ ਐਮ ਟੈਲਿੰਗ ਯੂ। ਹਾਂਜੀ, ਅਗਲੀ ਕਾਲ ਪਲੀਜ਼। ਕਾਲਰ ਗੋ ਹੈਡ, ਪ੍ਰੋਸੀਡ ਕਰੋ। ਕਾਲਰ ਤੁਸੀਂ ਲਾਈਨ ਤੇ ਹੋ। ਸਤਿ ਸ਼੍ਰੀ ਅਕਾਲ ਵਾਸੀ ਜੀ, ਬੋਲੋ ਜੀ, ਬੋਲੋ ਸਰ। ਭਾਈ ਸਾਹਿਬ ਮੈਂ ਇਹਨਾਂ ਨੂੰ ਜਾਣਦਾ, ਮੈਂ ਵੀ ਜਗਰਾਉਂ ਤੋਂ ਹੀ ਆ, ਮੈਂ ਨਾਲ ਪੜਿਆ ਹੋਇਆ, ਦੱਸੂਗਾ ਨਹੀਂ ਮੈਂ ਕੌਣ ਆ, ਪਰ ਇਹ ਕਾਫੀ ਟਾਈਮ ਤੋਂ ਦਾ ਕੰਮ ਲਟਕਿਆ ਹੋਇਆ ਵਾ, ਤੁਸੀਂ ਪਲੀਜ਼ ਕੋਈ ਨਾ ਕੁਛ ਕਰੋ ਜੀ। ਤੇ ਜਿੰਨੀ ਕਿ ਮੀਡੀਆ ਦੀ ਗੱਲ ਆਊਗੀ ਉਹ ਵੀ ਅਲਰਟ ਹੋਣਗੇ ਤੇ ਮੈਂ ਵੀ ਕੋਈ ਨਾ ਕੁਛ ਸਾਲ ਆਪਣੇ ਜਿਵੇਂ ਤੁਸੀਂ ਇੰਨਾ ਪੰਜਾਬ ਦੇ ਵਿੱਚ ਮੀਡੀਆ ਆ, ਸ਼ੋਰ ਸ਼ਰਾਬਾ ਵੀ ਕਈ ਲੋਕ ਪਾਉਂਦੇ ਨੇ, ਤੁਸੀਂ ਉਹਨਾਂ ਤੱਕ ਅਪਰੋਚ ਨਹੀਂ ਕੀਤੀ ਕਿ ਇੰਨਾ ਅੱਛਾ ਮੀਡੀਆ ਪੰਜਾਬ ਦਾ ਜਿਹੜਾ ਕਿ ਇਨਸਾਫ ਦਵਾਉਂਦਾ ਲੋਕਾਂ ਨੂੰ? ਬਹੁਤ ਵੱਡੇ ਵੱਡੇ ਅਖਬਾਰ ਨੇ, ਚੈਨਲ ਨੇ ਜਿਹੜੇ ਕਿ ਬੜੇ ਫੇਵਰਿਟ ਨੇ ਅਤੇ ਉਹ ਸੱਚ ਨੂੰ ਸੱਚ ਕਹਿਣ ਵਾਲੇ ਨੇ। ਪੰਜਾਬ ਦੇ ਵਿੱਚ ਚੈਨਲ ਐਸੇ ਨੇ, ਤੁਸੀਂ ਉਹਨਾਂ ਕੋਲ ਅਪਰੋਚ ਕਰਨਾ ਸੀ। ਵਾਈ ਯੂ ਸਰ ਮੇਰੇ ਬ੍ਰਦਰ ਸਿਸਟਰ ਵੀ ਬੈਠੇ ਹਜੇ ਕੁਆਰੇ, ਕੱਲ ਨੂੰ ਅਸੀਂ ਉਹਨਾਂ ਦੀ ਮੈਰਿਜ ਵੀ ਕਰਨੀ ਹੈ, ਤਾਂ ਅਸੀਂ ਮੀਡੀਆ ਸਾਹਮਣੇ ਨਹੀਂ ਆਣਾ ਚਾਹੁੰਦੇ ਸੀ ਸਰ। ਆਈ ਅੰਡਰਸਟੈਂਡ, ਬਟ ਹੁਣ ਤੁਸੀਂ ਸਾਹਮਣੇ ਆਏ ਹੋ। ਅਗਲੀ ਕਾਲ ਪ੍ਰੋਸੀਡ ਕਰੋ ਸਿੱਧੂ ਸਾਹਿਬ ਪਲੀਜ਼। ਹਾਂਜੀ, ਕਿਉਂਕਿ ਇਸ ਸ਼ੋਅ ਸਾਡੇ ਇੰਦਰਜੀਤ ਸਿੰਘ ਬਲਸਵਾਈ ਨੇ ਸਾਡੇ ਸਮਾਜ ਦੇ ਵਿੱਚ ਅਸੀਂ ਇੱਕ 3 ਸਾਲ ਪਹਿਲਾਂ ਕੁਝ ਗੱਲਬਾਤ ਕੀਤੀ ਸੀ, ਉਹਨਾਂ ਨੂੰ ਅਸੀਂ ਅੱਜ ਕਨਫਰਮ ਕਰਨ ਜਾ ਰਹੇ। ਅੱਛਾ ਪ੍ਰਦੀਪ, ਤੁਸੀਂ ਲਾਈਨ ਤੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਬੋਲੋ ਜੀ। ਹਾਂਜੀ, ਪਹਿਲਾਂ ਤਾਂ ਮੈਂ ਇਹ ਕਹਿਣਾ ਮੰਗਦੀ ਹਾਂ ਕਿ it is so disgusting for a father to be doing this। ਹਾਂਜੀ, ਸ਼ਰਮ ਵਾਲੀ ਗੱਲ ਆ। ਤੇ ਦੂਸਰੀ ਗੱਲ ਇਹ ਆ ਵੀ ਇਹ ਲੜਕੀ ਜਿਹੜੀ ਆ, ਉਹ ਲੜਕਾ ਕਿੱਥੇ ਰਹਿ ਰਿਹਾ ਵਿਕਰਾਂਤ ਜਿਹੜਾ ਉਹ ਕਹਿੰਦੇ ਕਿ ਕੈਲਗਰੀ ਜਾਂ ਕਿਤੇ ਆ, ਪਰ ਇਹ ਵਨ ਸਾਈਡ ਸਟੋਰੀ ਹੈ। ਵਿਕਰਾਂਤ ਜੀ ਹਾਲੇ ਤੱਕ ਆਏ ਨਹੀਂ ਹੈ। ਵਿਕਰਾਂਤ ਜੀ ਦੇ ਬਾਰੇ ਵਿੱਚ ਸਾਡੇ ਕੋਈ ਵੀ ਨੈਗੇਟਿਵ ਪੁਆਇੰਟ ਨਹੀਂ ਹੈ ਔਰ ਅਸੀਂ ਕੋਈ ਵੀ ਆਪਣਾ ਰਿਮਾਰਕਸ ਨਹੀਂ ਦੇ ਰਹੇ, ਔਰ ਵਿਕਰਾਂਤ ਜੀ ਨੂੰ ਕੋਸ਼ਿਸ਼ ਕਰ ਰਹੇ ਕੱਲ ਨੂੰ ਲਾਈਨ ਤੇ ਲਿਆਉਣ ਦੀ। ਐਨੀਵੇ, ਵਿਕਰਾਂਤ ਦੇ ਤੁਹਾਡੇ ਫਾਦਰ ਇਨ ਲਾ ਦਾ ਨਾਮ ਜਿਹੜਾ ਮੈਂ ਪੁੱਛਣਾ ਚਾਹਾਂਗਾ, ਤੁਹਾਡੇ ਫਾਦਰ ਇਨ ਦਾ ਨਾਮ ਕੀ ਹੈ ਆਪਣੇ? ਜਗਮੋਹਨ ਜੈਨ। ਜਗਮੋਹਨ ਜੈਨ। ਅਤੇ ਤੁਹਾਡੀ ਠੀਕ ਹੈ ਜੀ, ਤੁਹਾਡੀ ਮਦਰ ਲਾ ਦਾ ਕੋਈ ਰੋਲ ਨਹੀਂ ਨੇ ਵਿੱਚ? ਮੇਰੇ ਕੋਲ ਉਹਦਾ ਵੀ ਰੋਲ ਹੈ ਕਿਉਂਕਿ ਉਹ ਬੈੱਡ ਤੋਂ ਉੱਠ ਕੇ, ਹਾਂ ਠੀਕ, ਉਹਦਾ ਵੀ ਰੋਲ ਹੈ। ਉਹਦਾ ਨਾਂ ਲਓ ਖੁੱਲ ਕੇ, ਕਿਉਂਕਿ ਫਰੀडम ਆਫ ਸਪੀਚ ਹੈ, ਪੂਰੀ ਤੁਹਾਨੂੰ ਫਰੀडम ਹੈ ਗੱਲ ਕਰਨ ਦੀ। ਕੁਲਵੰਤ ਜੈਨ। ਕੁਲਵੰਤ ਜੈਨ ਜੀ, ਵਾਸੀ ਸਾਹਿਬ ਜੀ। ਹਾਂਜੀ, ਕੁਲਵੰਤ ਕੌਰ ਵੀ ਕਹਿੰਦੇ ਆ, ਤੇ ਜੇਠ ਦਾ ਨਾਮ ਹੈ ਵਿਸ਼ਾਲ ਜੈਨ। ਓਕੇ, ਨਹੀਂ ਵਿਸ਼ਾਲ ਦਾ ਕੋਈ ਰੋਲ ਨਹੀਂ ਹੈ। ਕੁਲਵੰਤ ਕੌਰ ਜੈਨ ਹੈ ਜਾਂ ਕੁਲਵੰਤ ਜੈਨ, ਵਾਟ ਐਵਰ, ਜਸਟ ਕੁਲਵੰਤ ਕੌਰ ਔਰ ਕੁਲਵੰਤ ਜੈਨ ਦੋਨੋਂ ਹੀ। ਓਕੇ ਫਾਈਨ, ਠੀਕ ਹੈ। ਹਾਂਜੀ, ਪਰ ਇਹ ਲੜਕੀ ਜਿਹੜੀ ਬੇਟੀ ਆ ਬਿਲਕੁਲ ਸੱਚੀ ਆ। ਇਹਦੇ ਬ੍ਰਦਰ ਦੀ ਸਪੀਚ ਜਿਹੜੀ ਬਿਲਕੁਲ 100% ਟਰੂ ਤੇ ਸੱਚ ਤੀਰਾ ਸੀਗਾ, ਰਾਈਟ। ਬਾਕੀ ਇਹ ਕਹਿੰਦੀ ਆ ਵੀ ਮੇਰੇ ਛੋਟੇ ਭੈਣਾਂ ਭਰਾਵਾਂ ਦਾ ਵਿਆਹ ਵੀ ਹੋਣਾ ਆ। ਜੇ ਤੁਸੀਂ ਸੱਚੇ ਆ, ਤੁਹਾਨੂੰ ਕੁਛ ਡਰਨ ਦੀ ਲੋੜ ਨਹੀਂ ਹੈਗੀ। ਹਾਂਜੀ, ਜਿਨ੍ਹਾਂ ਨੂੰ ਬਾਸੀ ਸਾਹਿਬ ਵਰਗੇ ਬੰਦੇ ਮਿਲਦੇ ਆ ਨਾ ਸਪੋਰਟ ਕਰਨ ਦੇ,
ਦੁਨੀਆ ਦੇ ਵਿੱਚ ਉਹਨਾਂ ਨੂੰ ਹੱਕ ਸੱਚ ਲੜਾਈ ਲੜ ਕੇ ਮਿਲ ਸਕਦੀ ਆ, ਸਭ ਕੁਝ ਹੋ ਸਕਦਾ ਤੇ ਇਹ ਵਿਕਰਣ ਜਿਹੜਾ ਇਹਨੂੰ ਸਾਹਮਣੇ ਆਉਣਾ ਪੈਣਾ ਆ ਲੋਕਾਂ ਦੇ। Vikrant ji, ਤੁਸੀਂ pronounce sorry, please call us to BBC Toronto. BBC Toronto number, you can go to website or you can go to Google. You can call us 416-902-7500. Vikrant ji, ਸਟੋਰੀ ਨੂੰ ਕਵਰ ਕਰ ਰਹੇ ਹਾਂ, ਵਨ ਸਾਈਡ ਸਟੋਰੀ ਹੈ, ਤੁਹਾਡਾ ਸਤਿਕਾਰ ਕਾਇਮ ਹੈ। ਇਸ ਵੇਲੇ ਤੁਹਾਡੇ ਤੇ ਇਹਨਾਂ ਵੱਲੋਂ ਦੋਸ਼ ਲਾਏ ਜਾ ਰਹੇ ਨੇ ਔਰ ਇਹ ਦੋਸ਼ਾਂ ਦੇ ਨਾਲ ਸਾਡਾ ਸਹਿਮਤ ਹੋਣਾ ਨਾ ਹੋਣਾ ਕੋਈ ਜ਼ਰੂਰੀ ਨਹੀਂ ਹੈ ਔਰ ਲੀਗਲ ਪੈਨਲ ਸਾਨੂੰ ਪ੍ਰੋਸੀਡ ਕਰਨ ਦੀ ਆਗਿਆ ਦੇ ਰਿਹਾ। ਨੈਕਸਟ ਕਾਲ ਪਲੀਜ਼। ਹਾਂਜੀ ਬੋਲੋ ਜੀ, ਕਾਲਰ ਬੋਲੋ। ਹਾਂਜੀ ਬਸ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀ ਜੀ ਬੋਲੋ ਸਰ। ਬਾਸੀ ਸਾਹਿਬ ਪਹਿਲੀ ਗੱਲ ਤਾਂ ਐਂ ਪੁੱਛਣਾ ਚਾਹੁੰਦਾ ਜੀ, ਜਿਹੜੀ ਇਹਨਾਂ ਦੀ ਜਠਾਣੀ ਹੈ ਜੀ, ਵੀ ਇਹਦਾ ਸਹੁਰਾ ਉਹ ਜਠਾਣੀ ਨਾਲ ਵੀ ਕਰਦਾ ਰਿਹਾ ਜੀ ਕੁਛ, ਵੀ ਇਹ ਉਹਦੇ ਨਾਲ ਵੀ ਗੱਲ ਕਰਨ, ਹਨਾ ਜੀ। ਦੂਜੀ ਗੱਲ ਜੀ ਇਹ ਹੈ ਵੀ ਇਹਨਾਂ ਦੇ ਆਪ ਦੇ ਹਸਬੰਡ ਨਾਲ ਰਿਲੇਸ਼ਨ, ਫਿਰ ਮੈਂ ਦੱਸਣਾ ਚਾਹੂੰਗੀ ਤੁਹਾਨੂੰ, ਉਹਨੇ ਵੀ ਆਪਣੀ ਨਸਾਂ ਵੱਡੀਆਂ ਹੋਈਆਂ ਬਟ ਉਹਨੇ ਮੈਨੂੰ ਰੀਜ਼ਨ ਨਹੀਂ ਦੱਸਿਆ ਅੱਜ ਤੱਕ ਕਿ ਕੀ ਰੀਜ਼ਨ ਹੈ। ਬਟ ਮੈਂ ਉਹ ਤੋਂ ਪੁੱਛਿਆ ਸੀ ਕਿ ਆਹ ਹੱਥ ਕਿਉਂ ਕੱਟੇ ਹੋਏ ਭਾਬੀ ਤੁਸੀਂ, ਉਹਨੇ ਕਦੇ ਦੱਸਿਆ ਨਹੀਂ ਮੈਨੂੰ ਨਹੀਂ ਪਤਾ ਉਹਨਾਂ ਨਾਲ ਕੀ ਹੋਇਆ ਕੀ ਨਹੀਂ ਹੋਇਆ। ਬਟ ਉਹਦਾ ਹਸਬੈਂਡ ਤਾਂ 24 ਘੰਟੇ ਉਹਦੇ ਨਾਲ ਹੀ ਰਹਿੰਦਾ ਘਰੇ, ਉਹ ਵਿਹਲਾ ਹੋਇਆ, ਕੋਈ ਕੰਮ ਕਾਜ ਨਹੀਂ ਕਰਦਾ, ਉਹ ਤਾਂ ਫਿਰ ਸੇਫ ਹੀ ਹੋਊਗੀ ਆਪਣੇ ਹਸਬੈਂਡ ਨਾਲ। ਨਹੀਂ ਪਰ ਉਹਨੇ ਕੀ ਕੱਟਿਆ, ਕੀ ਆਪਣਾ ਹੱਥ ਕੱਟਿਆ ਹੋਇਆ ਤੁਹਾਡੀ ਜਠਾਣੀ ਨੇ? ਨਿਸ਼ਾਨ ਹੈ ਉਹਦੇ ਹੱਥ ਤੇ। ਹਾਂਜੀ ਸਰ ਉਹਦੇ ਹੱਥ ਤੇ, ਜਠਾਣੀ ਦੇ ਹੱਥ ਤੇ ਨਿਸ਼ਾਨ ਹੈ। ਮੈਂ ਪੁੱਛਿਆ ਸੀ ਤੁਹਾਡੇ ਨਾਲ ਕੀ ਹੋਇਆ, ਉਹਨੇ ਮੈਨੂੰ ਦੱਸਿਆ ਨਹੀਂ ਕਦੇ। ਔਰ ਉਹਦਾ ਹਸਬੈਂਡ ਹੈ ਜਿਹੜਾ ਉਹਦੇ ਨਾਲ ਹੀ ਰਹਿੰਦਾ ਉੱਥੇ ਹੀ 24 ਆਵਰਸ। ਮਤਲਬ ਉਹਨੂੰ ਵੀ ਕੋਈ ਖਤਰਾ ਆ, ਮਤਲਬ ਕਿ ਕੁਝ ਉਹ ਕਰ ਸਕਦਾ ਬੰਦਾ। ਯੂ ਵਾਂਟ ਟੂ ਸੇ ਦੈਟ? ਨਹੀਂ ਉਹਨੂੰ ਕਾਹਦਾ ਖਤਰਾ, ਉਹਦਾ ਤਾਂ ਹਸਬੈਂਡ ਨਾਲ ਹੈ ਸਰ 24 ਆਵਰਸ। ਨਹੀਂ 24 ਆਵਰ ਹਸਬੈਂਡ ਦਾ ਘਰ ਨਾਲ ਰਹਿਣਾ ਵਾਈਫ ਦੇ, ਇਟ ਮੀਨਸ ਇਸ ਕੋ ਸਿੰਪਟਮਸ ਮਿਲਦੇ ਨੇ ਜਿਹੜਾ ਹਸਬੈਂਡ ਕੋ ਕੰਮ ਹੀ ਨਹੀਂ ਕਰਦਾ, 24 ਘੰਟੇ ਨਾਲ ਹੀ ਰਹਿੰਦਾ, ਇਹਦਾ ਮਤਲਬ ਘਰ ਦੇ ਵਿੱਚ ਸੇਫ ਨਹੀਂ ਹੈ। ਖੇਤੀਬਾੜੀ ਹੈਗੀ ਇਹਨਾਂ ਦੀ, ਕੋਈ ਕੰਮ ਕਾਜ ਨਹੀਂ, ਘਰੇ ਬੈਠੇ ਰਹਿੰਦੇ ਸਾਰਾ ਦਿਨ। ਓਕੇ ਜੀ ਨੈਕਸਟ ਕਾਲ ਪਲੀਜ਼। ਹਾਂਜੀ ਬਾਸੀ ਸਾਹਿਬ ਇੱਕ ਗੱਲ ਐ ਵੀ ਹੈ ਜੀ, ਵੀ ਆ ਬੁੜੇ ਨੂੰ ਸ਼ਰਮ ਨਾ ਆਈ ਜੀ ਇਹ ਕਿ ਜਾਂ ਕੁਝ ਕਰਦਾ ਸੀਗਾ, ਇਹਦਾ ਬਹਿਦੇ ਬੇੜਾ ਜੀ ਇਹ ਜੇ ਬੰਦੇ ਦਾ, ਵੀ ਆਪਣੇ ਤਾਂ ਜੱਟ ਬਦਨਾਮ ਕਰ ਰੱਖੇ ਆ ਜੀ ਸਾਰੇ ਪਾਸੇ ਲੋਕਾਂ ਨੇ, ਵੀ ਜੱਟ ਐਂ ਕਰਦੇ ਤਾਂ ਬਾਣੀਏ ਵੀ ਜੀ ਹੁਣ ਆਪਣੇ ਆਏ ਆ ਕੇ ਜੀ ਕਰਨ, ਹੱਦ ਹੋ ਗਈ ਜੀ ਲੋਕਾਂ ਦੀ। I don't know. I'm not there. ਹਾਂਜੀ I can't say anything. I'm sorry dear. Come on baby. Next call please. ਹਾਂਜੀ ਬੋਲੋ ਜੀ। ਹਾਂਜੀ ਬਾਸੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਜੀ ਬੋਲੋ ਹਰਸਿਮਰਨ। ਮੈਂ ਭੈਣ ਨੂੰ ਕਹਿਣਾ ਚਾਹਣਾਗਾ ਵੀ ਹਨਾ ਭੈਣੇ, ਵੀ ਜਦੋਂ ਉਹਨੇ ਆਪਦੇ ਸਿਰ ਤੇ ਗੰਨ ਰੱਖੀ ਸੀਗੀ, ਤੈਨੂੰ ਡਰਨ ਦੀ ਕੀ ਲੋੜ ਸੀ ਭੈਣੇ, ਤੇਰੀ ਇੱਜ਼ਤ ਪਿਆਰੀ ਸੀਗੀ ਤੂੰ। ਮੈਂ ਇਸ ਭੈਣ ਨੂੰ ਨਹੀਂ ਸਾਰੀਆਂ ਭੈਣਾਂ ਨੂੰ ਕਹਿਣਾ ਚਾਹਣਾ ਵੀ ਜਦੋਂ ਕਿਸੇ ਨਾਲ ਧੱਕਾ ਹੁੰਦਾ ਆਪ ਡਰਿਆ ਨਾ ਕਰੋ, ਅਗਲਾ ਮਰਦਾ ਮਰਨ ਦਿਓ, ਤੁਸੀਂ ਸਿੱਧਾ ਪੁਲਿਸ ਸਟੇਸ਼ਨ ਜਾਓ, ਆਪਦੀ ਰਿਪੋਰਟ ਲਿਖਾਓ। ਜਦੋਂ ਤੁਹਾਡੇ ਨਾਲ ਕੋਈ ਬਦਤਮੀਜ਼ੀ ਕਰਦਾ, ਕੋਈ ਵੀ ਇਨਸਾਨ ਆ, ਚਾਹੇ ਉਹ ਕੋਈ ਵੀ ਆ, ਹੁਣ ਲੋਕਾਂ ਨੇ ਆਪਦੀਆਂ ਸਕੀਆਂ ਬਾਪਾਂ ਨੇ ਆਪਣੀਆਂ ਧੀਆਂ ਨਹੀਂ ਛੱਡੀਆਂ ਜੀ, ਤੁਸੀਂ ਸੁਣਦੇ ਹੋ ਬਾਸੀ ਸਾਹਿਬ, ਠੀਕ ਆ ਜੀ। ਕੋਈ ਵੀ ਭੈਣ ਡਰਨ ਦੀ ਲੋੜ ਨਹੀਂ ਗੀ, ਠੀਕ ਆ। ਜੇ ਤੂੰ ਇਹ ਗੱਲ ਪਹਿਲਾਂ ਦੱਸ ਦਿੰਦੀ ਨਾ, ਇਹ ਪਹਿਲਾਂ ਹੀ ਇਹਦਾ ਹੁਣ ਨੂੰ ਫੈਸਲਾ ਹੋ ਜਾਣਾ ਸੀਗਾ। ਤੇ ਬਾਕੀ ਪੰਜਾਬ ਪੁਲਿਸ ਤੋਂ ਉਮੀਦ ਰੱਖੋ ਜੀ, ਜ਼ਰੂਰ ਕੁਝ ਨਾ ਕੁਝ ਕਰੂਗੀ ਜੀ। ਨਹੀਂ ਜਗਰਾਉਂ ਦੇ ਜਿਹੜੇ ਐਸਐਸਪੀ ਨੇ ਫॉर श्योर ਇਹਨੂੰ ਜਸਟਿਸ ਦੇਣਗੇ, ਆਈ ਪ੍ਰੋਮਿਸ ਯੂ। ਅਗਲੀ ਕਾਲ ਪਲੀਜ਼। ਹੈਲੋ ਸਤਿ ਸ਼੍ਰੀ ਅਕਾਲ ਜੀ। ਹੈਲੋ ਬਾਸੀ ਸਾਹਿਬ ਜੀ। ਜੀ ਬੋਲੋ ਸਰ, ਬੋਲੋ ਕੈਰੀ ਔਨ। ਬੰਦਾ ਕਿੱਥੇ ਸੇਫ ਰਹਿ ਗਿਆ ਜੀ? ਦੁਨੀਆ 'ਚ ਕੋਈ ਕਿਤੇ ਸੇਫ ਨਹੀਂ ਹੈ। ਤੁਸੀਂ ਦੱਸੋ, ਮੈਂ ਪੁੱਛਣਾ ਚਾਹੁੰਦਾ ਇਹਨਾਂ ਨੇ ਆਪਣੇ ਸਹੁਰੇ 'ਚ ਕੇਸ ਕੀਤਾ ਕਿ ਨਹੀਂ, ਕਿ ਇਹ ਹਰਕਤਾਂ ਦਾ? ਤੁਸੀਂ ਕੀਤਾ ਹੋਇਆ, ਸਾਰਿਆਂ ਤੇ ਕੇਸ ਕੀਤਾ ਹੋਇਆ, ਕੋਈ ਐਕਸ਼ਨ ਨਹੀਂ ਕੋਈ ਵੀ ਲੈ ਰਿਹਾ, ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋਈ ਸਾਡੀ। ਸੈਕਸ਼ੂਅਲ ਅਸੌਲਟ ਦਾ? ਹਾਂਜੀ ਸਰ। ਤੁਸੀਂ ਆਪਣੇ ਸਹੁਰੇ ਤੇ ਕੇਸ ਕੀਤਾ ਸੈਕਸ਼ੂਅਲ ਅਸੌਲਟ? ਹਾਂਜੀ ਸਰ ਕੀਤਾ ਹੋਇਆ। ਕੋਈ ਐਕਸ਼ਨ ਨਹੀਂ ਹੋਇਆ ਰਾਈਟ? ਸਰ ਕਿਸੇ ਤੇ ਨਹੀਂ ਹੋਇਆ। ਬਾਸੀ ਸਾਹਿਬ ਇਹਦਾ ਤੁਹਾਨੂੰ ਹੀ ਹੱਲਾ ਮਾਰਨਾ ਪੈਣਾ ਜੀ। ਨਹੀਂ ਆਈ ਵਿਲ ਟਾਕ ਟੂ ਐਸਐਸਪੀ ਸਾਹਿਬ ਜਿਹੜੇ ਚੰਗੇ ਨੇ, ਔਰ ਕਿਉਂਕਿ ਇਹਨਾਂ ਦਾ ਕੇਸ ਜਿਹੜਾ ਹੈ ਇਹ ਨਵੇਂ ਐਸਐਸਪੀ ਆਏ ਨੇ ਔਰ ਪਹਿਲੇ ਐਸਐਸਪੀ ਮੈਨੂੰ ਪਤਾ ਨਹੀਂ ਸੀ ਕੌਣ ਸੀਗੇ, ਉਸ ਵੇਲੇ ਦਾ ਕੇਸ ਰਜਿਸਟਰ ਹੋਇਆ। ਲੈਟਸ ਸੀ ਕਿ ਇਹ ਫਾਈਲ ਦੁਬਾਰਾ ਰੀਓਪਨ ਹੋ ਸਕਦੀ ਹੈ। ਤੁਸੀਂ ਬਿਲਕੁਲ ਸਹੀ ਸਪੌਟ ਤੇ ਆਏ ਹੋ, ਤੁਹਾਡੀ ਜ਼ਰੂਰ ਹੈਲਪ ਕਰਨਗੇ। ਓਕੇ ਮਿਹਰਬਾਨੀ। ਨੈਕਸਟ ਕਾਲ ਪ੍ਰੋਸੀਡ ਕਰੋ, ਸਾਡੇ ਪਾਸ ਸਾਡੇ ਮਹਿਮਾਨ ਆਏ ਹੋਏ ਨੇ, ਅਸੀਂ ਗੱਲਬਾਤ ਕਰਾਂਗੇ। ਕਾਲਰ ਗੋ ਹੈਡ ਪ੍ਰੋਸੀਡ ਕਰੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਪ੍ਰੋਸੀਡ ਕਰੋ ਸਰ। ਹਾਂਜੀ ਦਿਵਿਆ ਨਾਲ ਹੋਇਆ ਬਹੁਤ ਗਲਤ ਹੋਇਆ, ਪਰ ਮੈਂ ਬਸ ਇਹ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ। ਨਾਟ ਟੂ ਮੀ, ਕਿਉਂਕਿ ਤੁਸੀਂ ਦਿਵਿਆ ਨਾਲ ਗੱਲ ਕਰਨੀ ਹੈ, ਫਰੀडम ਆਫ ਸਪੀਚ ਦੇ ਵਿੱਚ ਸਾਡੇ ਗੈਸਟ ਹੋਣੇ। ਅੱਛਾ ਜੀ ਦਿਵਿਆ, ਅੰਤ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮਿਊਨਿਟੀ ਨੂੰ? ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇੱਕ ਤੁਸੀਂ ਮਾਂ ਦੀ ਧੀ ਹੋ ਔਰ ਤੁਸੀਂ ਆਪਣੇ ਸਹੁਰੇ ਘਰ ਦੇ ਵਿੱਚ ਜਾ ਕੇ ਆਪਣੀ ਜ਼ਿੰਦਗੀ ਜਿਹੜੀ ਸੀ ਸ਼ੁਰੂਆਤ ਕਰਨੀ ਸੀ, ਚੰਗਾ ਜੀਵਨ ਤੁਸੀਂ ਬਤੀਤ ਕਰਨਾ ਸੀਗਾ ਔਰ ਤੁਸੀਂ ਸੇਫ ਨਹੀਂ ਮਹਿਸੂਸ ਕੀਤਾ। ਔਰ ਵੱਡੀ ਗੱਲ ਇਹ ਹੈ ਕਿ ਵਿਕਰਾਂਤ ਨੇ ਤੁਹਾਡੇ ਘਰ ਵਾਲੇ ਨੇ ਤੁਹਾਡਾ ਸਾਥ ਨਹੀਂ ਦਿੱਤਾ। ਸੋ ਇਹ ਸਟੋਰੀ ਜਿਹੜੀ ਹੈ ਅਧੂਰੀ ਹੈ, ਵਨ ਸਾਈਡਡ ਹੈ ਔਰ ਤੁਸੀਂ ਕਾਲ ਲੈਣੀ ਚਾਹੁੰਦੇ ਹੋ? ਇਹ ਆਈ ਸੀ। ਸੋ ਇਹਨਾਂ ਦੀ ਕਾਲ ਨੰਬਰ ਨੋਟ ਕਰ ਲਓ, ਵੀ ਵਿਲ ਟਾਕ ਟੂ ਹਿਮ। ਸੋ ਅੰਤ ਵਿੱਚ ਕੀ ਕਹਿਣਾ ਚਾਹੁੰਦੇ ਹੋ ਆਪਣੇ ਦਿਵਿਆ? ਕਹੂੰਗੀ ਕਿ ਮੈਨੂੰ ਇਨਸਾਫ ਮਿਲੇ, ਮੇਰੇ ਨਾਲ ਬਹੁਤ ਗਲਤ ਹੋਇਆ ਸਰ। ਉਹ ਆਪ ਤਾਂ ਕੈਨੇਡਾ ਬੈਠਾ ਇੰਜੋਏ ਕਰ ਰਿਹਾ ਆਪਣੀ ਲਾਈਫ ਨੂੰ ਪੂਰਾ। ਅੱਜ ਤੱਕ ਉਹਨੇ ਮੈਨੂੰ ਬਲੌਕ ਮਾਰਿਆ ਹੋਇਆ, ਉਹਨੇ ਸਾਰੇ ਨੰਬਰ, ਅੱਜ ਤੱਕ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।
ਖੁਦ ਦੀ ਲਾਈਫ ਆਪਣੀ ਪੂਰੇ ਮਜ਼ੇ ਲੈ ਰਿਹਾ ਉੱਥੇ, ਪਤਾ ਨਹੀਂ ਉੱਥੇ ਹੋਰ ਦੂਜਾ ਵਿਆਹ ਵੀ ਨਾ ਕਰਾ ਲਿਆ ਹੋਵੇ, ਪਤਾ ਵੀ ਕੋਈ ਨਹੀਂ। ਮੈਂ ਇੱਥੇ ਬੈਠੀ ਹਾਂ 3 ਸਾਲ ਹੋ ਗਏ, ਕੇਸ ਲੜੀ ਜਾਂਦੇ, ਮੇਰਾ ਕਰੀਅਰ ਖਰਾਬ ਕਰਤਾ, ਮੇਰੀ ਜ਼ਿੰਦਗੀ ਖਰਾਬ ਕਰਤੀ। ਅਸੀਂ ਬਹੁਤ ਵੱਧ ਚੜ ਕੇ ਵਿਆਹ ਕੀਤਾ ਸੀ, ਪਹਿਲਾ ਵਿਆਹ ਸੀ ਸਾਡੇ ਘਰ 'ਚ, ਕੋਈ ਕਮੀ ਨਹੀਂ ਛੱਡੀ ਵਿਆਹ 'ਚ, ਕਦੇ ਸੋਚਿਆ ਹੀ ਨਹੀਂ ਸੀ ਕਿ ਜਾਂਦੀਆਂ 'ਚ ਵੀ ਇਹ ਸਭ ਕੁਝ ਹੁੰਦਾ ਹੈ। ਅਸੀਂ ਜੈਨ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ ਸਰ, ਕਦੇ ਨਹੀਂ ਸੋਚਿਆ ਸੀ ਕਿ ਇਹ ਦੇਖਣਾ ਪਊਗਾ ਇਹ ਦਿਨ। ਜੇ ਪੁਲਿਸ ਅੱਛੀ ਹੋਵੇ ਤਾਂ ਕੁੜੀਆਂ ਨੂੰ ਇਹ ਦਿਨ ਦੇਖਣਾ ਹੀ ਨਾ ਪੈਣ, ਕੋਈ ਸਾਥ ਨਹੀਂ ਦਿੰਦਾ ਸਰ, ਸਭ ਪੋਲੀਟੀਸ਼ੀਅਨ ਦੇ ਆ, ਵੱਡੇ ਲੋਕਾਂ ਦੇ। ਰੋ ਰਹੀ ਹੈ, ਰੋਣ ਦੇ ਕਾਰਨ ਇੱਕ ਸਹੁਰਾ ਪਰਿਵਾਰ, ਦੂਜਾ ਰੋਣ ਦੇ ਕਾਰਨ ਪੋਲੀਟੀਸ਼ੀਅਨ ਦੱਸ ਰਹੀ ਹੈ ਲੜਕੀ। ਪੋਲੀਟੀਸ਼ੀਅਨ ਪੰਜਾਬ ਦੇ ਜਾਂ ਫਿਰ ਦੁਨੀਆ ਦੇ ਪੋਲੀਟੀਸ਼ੀਅਨ ਜਿਹੜੇ ਨੇ ਇਹ ਕਈ ਵਾਰੀ ਸਾਰੇ ਜੇ ਸਿਰਫ ਆਪਣੇ ਵੋਟ ਬੈਂਕ ਨੂੰ ਕਾਇਮ ਰੱਖਦੇ ਨੇ। ਇਹ ਟਰੂ ਐਂਡ ਸੱਚ ਹੈ। ਸਾਡੇ ਵੀ ਕੈਨੇਡਾ ਵਿੱਚ ਤੁਸੀਂ ਜਾਣਦੇ ਹੋ ਕਿ ਜਦੋਂ ਕੋਵਿਡ ਦੇ ਦੌਰਾਨ ਬਹੁਤ ਸਾਰੇ ਲੋਕ ਸਾਡੇ ਪੰਜਾਬ ਵਿੱਚ ਸਟਕ ਸੀਗੇ ਅਤੇ ਕੁਝ ਸ਼ਖਸੀਅਤਾਂ ਜੇ ਨਾ ਜ਼ੋਰ ਪਾਉਂਦੀਆਂ ਤਾਂ ਪੋਲੀਟੀਸ਼ੀਅਨ ਜਿਹੜੇ ਸੀਗੇ ਇਹਨਾਂ ਨੇ ਘਰਾੜੇ ਰਾਤਾਂ ਨੂੰ ਮਾਰਦੇ ਸੀਗੇ, ਪਰ ਦਿਨ ਨੂੰ ਵੀ ਮਾਰ ਰਹੇ ਸੀਗੇ, ਔਰ ਇਹਨਾਂ ਦੇ ਕੰਨੀ ਤੁਸੀਂ ਜਾਣਦੇ ਹੋ ਕਿ ਕੋਈ ਵੀ ਗੱਲ ਸਰਕਦੀ ਨਹੀਂ ਸੀਗੀ। ਪਰ ਸਮਾਂ ਸੀ ਮੀਡੀਆ ਦਾ, ਮੀਡੀਆ ਨੇ ਹੱਲਾ ਮਾਰਿਆ ਔਰ ਉਸ ਦੌਰਾਨ ਇਹਨਾਂ ਨੇ ਜਹਾਜ਼ ਲਾਏ। ਇੱਕ ਸੱਚ ਹੈ ਕਿ ਪੋਲੀਟੀਸ਼ੀਅਨ ਜਿਹੜੇ ਨੇ ਇਹ ਲੋਕਾਂ ਦਾ ਦੁੱਖ ਨਹੀਂ ਬਣਦੇ, ਇਹ ਤਾਂ ਸਿਰਫ ਵੋਟ ਬੈਂਕ ਕਾਇਮ ਰੱਖਦੇ ਨੇ। ਚਾਹੇ ਕੋਈ MP ਹੈ, ਚਾਹੇ ਕੋਈ MLA ਹੈ, ਚਾਹੇ MPP ਹੈ, ਔਰ ਇਹਨਾਂ ਵਿੱਚੋਂ ਕੁਝ ਸਿਆਣੇ ਨੇ, ਪਰ ਇਹਨਾਂ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਨੇ ਨਲਾਇਕ ਨੇ। ਇਹਨਾਂ ਵਿੱਚੋਂ ਬਹੁਤ ਸਾਰੇ ਜਿਹੜੇ ਨੇ ਇਹ ਪੋਲੀਟੀਸ਼ੀਅਨ ਜਿਹੜੇ ਨੇ ਇਹ ਨਖਿੱਧ ਨੇ, ਅਤੇ ਕੁਝ ਪੋਲੀਟੀਸ਼ੀਅਨ ਜਿਹੜੇ ਨੇ ਸਿਆਣੇ ਨੇ ਜਿਹਨਾਂ ਅਸੀਂ ਸਤਿਕਾਰ ਕਰਦੇ ਹਾਂ, ਤੇ ਕੁਝ ਪੋਲੀਟੀਸ਼ੀਅਨ ਤਾਂ ਸਿਰਫ ਜਿਹੜੇ ਨੇ ਘਰਾੜੇ ਮਾਰਦੇ ਨੇ। ਐਨੀਵੇ ਚਾਹੇ ਹਿੰਦੁਸਤਾਨ ਵਿੱਚ ਨੇ, ਚਾਹੇ ਫਿਰ ਕੈਨੇਡਾ ਵਿੱਚ ਨੇ, ਚਾਹੇ ਦੁਨੀਆ ਦੇ ਕੋਰ ਹਿੱਸੇ ਵਿੱਚ ਨੇ, ਲੋਕਾਂ ਦਾ ਦੁੱਖ ਇਹ ਘੱਟ ਸੁਣਦੇ ਨੇ। ਦੱਸੋ ਮੈਨੂੰ, ਕੈਨੇਡਾ ਵਿੱਚ ਕਿਸੇ ਵਿਅਕਤੀ ਦੇ ਘਰ ਵਿੱਚ ਆਣ ਕੇ ਕਿਸੇ ਪੋਲੀਟੀਸ਼ੀਅਨ ਨੇ ਕਿਸੇ ਵੀ ਰਾਈਡਿੰਗ ਦੇ ਵਿੱਚ ਪੁੱਛਿਆ ਆਣ ਕੇ ਤੁਹਾਡਾ ਮਾਤਾ ਪਿਤਾ ਇੰਡੀਆ ਗਿਆ ਸੀਗਾ, ਉਹ ਵਾਪਸ ਆ ਗਿਆ, ਕੋਈ ਲਿਆਉਣ ਵਿੱਚ ਕੋਈ ਪ੍ਰੋਬਲਮ ਹੈ? ਦੱਸੋ। ਮੇਰੇ ਖਿਆਲ ਇੱਕ ਤੋਂ ਮਨਿੰਦਰ ਤੋਂ ਛੁੱਟ ਕੋਈ ਹੋਰ ਪੋਲੀਟੀਸ਼ੀਅਨ ਜੇ ਹੈ ਤਾਂ ਮੈਨੂੰ ਤੁਸੀਂ ਕਰੈਕਟ ਕਰ ਦੇਣਾ ਸ਼ਾਮ ਤੱਕ ਪਲੀਜ਼, ਅਸੀਂ ਵਾਪਸ ਆ ਰਹੇ ਹਾਂ। ਔਰ ਮੈਂ ਕਿਹਾ ਟੇਕਿੰਗ ਮੋਰ ਕਪਲ ਕਾਲਸ, ਉਸ ਤੋਂ ਬਾਅਦ ਇੰਦਰਜੀਤ ਬਲ ਸਾਹਿਬ ਸਾਡੇ ਮਹਿਮਾਨ ਹੋਣਗੇ। ਹਾਂਜੀ ਕਾਲਰ ਪ੍ਰੋਸੀਡ ਕਰੋ। ਕਾਲਰ ਲਾਈਨ ਤੇ ਤੁਸੀਂ। ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਕੀ ਕਹਿਣਾ ਚਾਹੁੰਦੇ, ਬੋਲੋ ਸਰ। ਬੱਤੀ ਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਇਹ ਗੱਲ ਆ ਇਹ ਥੋੜੀ ਅਧੂਰੀ ਆ, ਮਤਲਬ ਕਿ ਇੱਕ ਵਾਰੀ ਸਾਨੂੰ ਉਹਨਾਂ ਦੀ ਗੱਲ ਵੀ ਸੁਣਨੀ ਚਾਹੀਦੀ ਆ। ਬੇਟਾ ਅਸੀਂ ਆਲਰੇਡੀ ਕਹਿ ਚੁੱਕੇ ਹਾਂ, ਇਹਨੂੰ ਰਿਪੀਟ ਕਰਨ ਦੀ ਲੋੜ ਨਹੀਂ, ਮੈਂ ਆਲਰੇਡੀ ਕਹਿ ਚੁੱਕਾ, ਹੁਣ ਵੀ ਕਹਿ ਰਿਹਾ ਕਿ ਵਨ ਸਾਈਡਡ ਸਟੋਰੀ ਹੈ, ਔਰ ਆਲਰੇਡੀ ਮੈਂ ਕਹਿ ਚੁੱਕਾ ਹਾਂ ਵਨ ਸਾਈਡਡ ਸਟੋਰੀ ਹੈ। ਹਾਂਜੀ ਕਾਲਰ ਗੋ ਹੈਡ ਪਲੀਜ਼। ਤੋਂ ਬਗੈਰ ਉਹਨਾਂ ਦਾ ਹੱਲ ਨਹੀਂ ਹੋਣਾ ਜੀ। ਹਾਂਜੀ ਮੈਂ ਕਿਹਾ ਕਿ ਜਿਨ੍ਹਾਂ ਦੀ ਇਹ ਪ੍ਰੋਬਲਮ ਚੱਲ ਰਹੀ ਆ ਨਾ ਲੜਕੀ ਦੀ, ਇਹਨਾਂ ਨੂੰ ਚਾਹੀਦਾ ਕਿ ਜਿਹੜੇ NRI ਪਹਿਲਾਂ IG ਰਹਿ ਚੁੱਕੇ ਨੇ, ਹੁਣ ADGP ਲੱਗੇ ਨੇ, ਕਿ ਉਹ ਲੇਡੀਜ਼ ਵੀ ਲੱਗੇ ਨੇ ਸਪੈਸ਼ਲ, ਬੜੇ ਇਮਾਨਦਾਰ ਨੇ, ਉਹਨਾਂ ਕੋਲ ਇੱਕ ਵਾਰੀ ਚੰਡੀਗੜ੍ਹ ਜਾਣ, ਉਹਨਾਂ ਤੋਂ ਬਗੈਰ ਉਹਨਾਂ ਦਾ ਮਸਲਾ ਹੱਲ ਨਹੀਂ ਹੋਣਾ। ਉਹਨਾਂ ਨੇ ਕਿਸੇ ਪੋਲਿਟਿਕਸ ਦੀ ਨਹੀਂ ਸੁਣਨੀ ਹੈ, ਫਿਰ ਇਨਕੁਆਇਰੀ ਕਰ ਦੇਣੀ। ਜਿਹੜੇ ਜਗਰਾਉਂ ਦੇ SSP ਉਹ ਵੀ ਨਹੀਂ ਸੁਣਦੇ ਕਿਸੇ ਪੋਲੀਟੀਸ਼ੀਅਨ ਦੀ। ਹਾਂਜੀ ਉਹ ਵੀ ਬੜੇ ਇਮਾਨਦਾਰ ਨੇ ਜੀ, ਵਿਵੇਕ ਸੋਲੀ ਜੀ ਨੇ, ਪਰ ਉਹਨਾਂ ਦਾ ਨਾਮ ਸੋਨੀ ਹੈ। ਲੇਡੀ ਦੀ ਗੱਲ ਛੇਤੀ ਸੁਣਨਗੇ ਉਹਨਾਂ ਤੋਂ ਉੱਤੇ। ਅਸੀਂ ਹੈਲਪ ਕਰਾਂਗੇ, ਬੀਬੀ ਸਟਾਂ ਤੋਂ ਹੈਲਪ ਕਰੇਗੇ, ਸਾਡੇ ਕੋਲ ਹੈਲਪਲਾਈਨ ਹੈ, ਵੀ ਵਿਲ ਹੈਲਪ them। ਮਿਹਰਬਾਨੀ। ਅਗਲੀ ਕਾਲਰ ਗੋ ਹੈਡ ਪਲੀਜ਼। ਬੋਲੋ ਜੀ। ਹੈਲੋ ਹਾਂਜੀ ਕੀ ਕਹਿਣਾ ਚਾਹੁੰਦੇ, ਬੋਲੋ। ਹਾਂਜੀ ਤੁਸੀਂ ਗੱਲ ਕਰੋਗੇ ਜਾਂ ਹਾਂਜੀ ਕਹੋਗੇ? ਮੈਂ ਜੀ 400। ਹਾਂਜੀ ਨੈਕਸਟ ਕਾਲ ਕਰੋ। ਸਤਿ ਸ਼੍ਰੀ ਅਕਾਲ ਜਨਦੀਪ ਜੀ, ਬੋਲੋ। ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਬੋਲੋ ਸਰ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਮੈਂ ਇਹ ਪੁੱਛਣਾ ਚਾਹੁੰਦਾ ਵਾ, ਲੜਕੀ ਨੂੰ ਪੁੱਛਣਾ ਚਾਹੁੰਦਾ ਵਾ ਕਿ ਜਿਹੜਾ ਇਹ ਕਾਰਾ ਹੋਇਆ ਸੀ ਤੇ ਜਦੋਂ ਵੀ ਹੋਇਆ ਸੀ, ਜਦੋਂ ਪੁਲਿਸ ਕੰਪਲੇਂਟ ਕੀਤੀ, ਪੁਲਿਸ ਨੇ ਕੋਈ ਐਕਸ਼ਨ ਉਸ ਟਾਈਮ ਲਿਆ ਹੈ? ਕੋਈ ਨਹੀਂ 3 ਸਾਲ ਤੋਂ ਨਹੀਂ ਲਿਆ। ਨਹੀਂ ਕੋਈ ਐਕਸ਼ਨ ਨਹੀਂ ਹੁਣ ਤੱਕ ਲਿਆ ਗਿਆ। 3 ਸਾਲ ਹੋ ਗਏ ਕੋਈ ਐਕਸ਼ਨ ਲਿਆ ਨਹੀਂ, ਸਹੁਰੇ ਨੂੰ ਬੁਲਾਇਆ ਨਹੀਂ, ਥਾਣੇ ਤੱਕ ਕਿਤੇ ਨੇ ਬੁਲਾਇਆ? ਕਿਸੇ ਨੇ ਸਰ ਕਿਸੇ ਨੇ ਕੋਈ ਐਕਸ਼ਨ ਨਹੀਂ ਲਿੱਤਾ। ਸਾਡੇ ਕੋਲ ਰਿਕਾਰਡਿੰਗ ਵੀ ਹੈ ਸਾਰੀ, ਉਹਨਾਂ ਨੇ ਖੁਦ ਐਡਮਿਟ ਵੀ ਕੀਤਾ ਹੋਇਆ ਸਭ ਕੁਝ। ਉਹਨਾਂ ਨੇ ਇਨਫੈਕਟ ਇਹ ਵੀ ਐਡਮਿਟ ਕੀਤਾ ਹੋਇਆ ਕਿ ਇਹਦੇ ਕੁੜੀ ਦੇ ਗਹਿਣੇ, ਪਾਸਪੋਰਟ ਸਾਰਾ ਸਾਡੇ ਲੋਕਰ ਦੇ ਵਿੱਚ ਪਿਆ ਹੋਇਆ ਬੈਂਕ 'ਚ। ਦਿਖਾਉਣ ਤੋਂ ਬਾਅਦ ਵੀ ਪੁਲਿਸ ਕੋਈ ਐਕਸ਼ਨ ਨਹੀਂ ਲੈ ਰਹੀ। ਅਸੀਂ ਮੈਂ ਕੋਸ਼ਿਸ਼ ਕਰਾਂਗੇ ਕੱਲ ਦੇ ਪ੍ਰੋਗਰਾਮ ਵਿੱਚ ਇਹ ਜਿਹੜੇ ਇਹਨਾਂ ਨੇ ਜਗਮੋਹਨ ਨੇ ਔਰ ਕੁਲਵੰਤ ਕੌਰ ਸੱਸ ਹੈ, ਇਹਨਾਂ ਨਾਲ ਮੈਂ ਟੈਲੀਫੋਨ ਦੀ ਗੱਲਬਾਤ ਕਰਾਂਗਾ ਤੇ ਬਕਰਾਂਤ ਨਾਲ ਵੀ ਸਟੋਰੀ ਜਿਹੜੀ ਕੱਲ ਨੂੰ ਸੁਣਨ ਵਾਲੀ ਹੋਵੇਗੀ। ਬੜੀ ਮਿਹਰਬਾਨੀ ਸੀ। ਇਸ ਸਾਡਾ ਅੱਜ ਦਾ ਫਰੀडम ਆਫ ਸਪੀਚ ਸ਼ੋ ਦਿਵਿਆ, ਔਰ ਅਸੀਂ ਤੁਹਾਡੇ ਪੂਰੇ ਜੈਨ ਪਰਿਵਾਰ ਦੇ ਨਾਲ ਹਮਦਰਦੀ ਰੱਖਦੇ ਹੋਏ ਤੁਹਾਡੇ ਤੋਂ ਆਗਿਆ ਲੈ ਰਹੇ ਹਾਂ। ਔਰ ਤੁਹਾਡਾ ਲਾਸਟ ਨੇਮ ਕੀ ਹੈ? ਸਾਹਿਲ। ਤੁਸੀਂ ਵੀ ਜੈਨ ਸਰ। ਸਾਹਿਲ ਆਈ ਪ੍ਰੋਮਿਸ ਯੂ ਕਿ ਤੁਹਾਡੇ ਲੋਕਲ SSP ਨੇ, ਮੈਂ ਉਹਨਾਂ ਨਾਲ ਗੱਲਬਾਤ ਕਰਾਂਗਾ ਤਾਂ ਕਿ ਤੁਸੀਂ ਉਹਨਾਂ ਨਾਲ ਦੁਬਾਰਾ ਗੱਲਬਾਤ ਕਰ ਸਕੋ। ਮਿਹਰਬਾਨੀ, ਧੰਨਵਾਦ। ਮੈਂ ਅੱਗੇ ਲਿਆਉਂਦਾ, ਆਮ ਸੌਰੀ ਜਿਹੜਾ ਸਾਡਾ ਟਾਈਮ ਹੋ ਚੁੱਕਾ। ਧੰਨਵਾਦ।